यूहन्ना दी इंजील पढ़ांगे। ਉਹਦਾ 11 अध्याय है। 11 अध्याय ਉਹਦੀ 17 ਆਇਤ ਤੋਂ ਪੜ੍ਹਦੇ ਹਾਂ। यूहन्ना दी इंजील 11 अध्याय ਉਹਦੀ 17 ਆਇਤ ਤੋਂ ਸਭ ਧਿਆਨ ਦਿਓ। ਫਿਰ ਯਿਸੂ ਨੇ ਆਣ ਕੇ ਮਾਲੂਮ ਕੀਤਾ ਜੋ ਉਹਨੂੰ ਕਬਰ ਵਿੱਚ ਪਏ 4 ਦਿਨ ਹੋ ਚੁੱਕੇ ਹਨ। ਬੈਤਨੀਆ ਯਰੂਸ਼ਲਮ ਦੇ ਨੇੜੇ ਗੋ ਕਵਾੜ ਸੀ ਅਤੇ ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰੀਅਮ ਦੇ ਕੋਲ ਆਏ ਹੋਏ ਸਨ ਜੋ ਉਹਨਾਂ ਦੇ ਭਰਾ ਦੇ ਵਿਖੇ ਉਹਨਾਂ ਦਾ ਮਨ ਧਰਾਵਾ ਕਰਨ। ਉਪਰੰਤ ਮਾਰਥਾ ਨੇ ਜਾਂ ਸੁਣਿਆ ਕਿ ਯਿਸੂ ਆਉਂਦਾ ਹੈ ਤਾਂ ਉਸ ਨੂੰ ਮਿਲਣ ਗਈ, ਪਰ ਮਰੀਅਮ ਘਰ ਵਿੱਚ ਬੈਠੀ ਰਹੀ। ਤਦ ਮਾਰਥਾ ਨੇ ਯਿਸੂ ਨੂੰ ਆਖਿਆ, ਪ੍ਰਭੂ ਜੀ, ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ। ਅਤੇ ਮੈਂ ਹੁਣ ਵੀ ਜਾਣਦੀ ਹਾਂ ਵੀ ਜੋ ਕੁਝ ਤੂੰ ਪਰਮੇਸ਼ਰ ਤੋਂ ਮੰਗੇ ਸੋ ਪਰਮੇਸ਼ਰ ਤੈਨੂੰ ਦੇਵੇਗਾ। ਯਿਸੂ ਨੇ ਉਸ ਨੂੰ ਆਖਿਆ, ਤੇਰਾ ਭਰਾ ਜੀ ਉੱਠੇਗਾ। ਆਮੀਨ। ਹਾਲੇਲੂਇਆ ਹਾਲੇਲੂਇਆ। ਆਮੀਨ ਆਮੀਨ। ਤੇਰਾ ਭਰਾ ਜੀ ਉੱਠੇਗਾ। ਆਮੀਨ। ਆਮੀਨ। ਮਾਰਥਾ ਨੇ ਉਸ ਨੂੰ ਆਖਿਆ, ਮੈਂ ਜਾਣਦੀ ਹਾਂ ਜੋ ਕਿਆਮਤ ਨੂੰ ਅੰਤਰੇ ਦਿਨ ਉਹ ਜੀ ਉੱਠੇਗਾ। ਆਮੀਨ। ਯਿਸੂ ਨੇ ਉਸ ਨੂੰ ਕਿਹਾ, ਕਿਆਮਤ ਅਤੇ ਜੀਵਨ ਮੈਂ ਹਾਂ। ਆਮੀਨ। ਜੋ ਮੇਰੇ ਉੱਤੇ ਨਿਸ਼ਚੈ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਜੀਏਗਾ। ਆਮੀਨ। ਅਤੇ ਹਰ ਕੋਈ ਜਿਹੜਾ ਜਿਉਂਦਾ ਹੈ ਤੇ ਮੇਰੇ ਉੱਤੇ ਨਿਸ਼ਚੈ ਕਰਦਾ ਹੈ ਸੋ ਸਦੀਪਕ ਕਾਲ ਤੱਕ ਕਦੇ ਨਾ ਮਰੇਗਾ। ਆਮੀਨ। ਕੀ ਤੂੰ ਇਸ ਗੱਲ ਦੀ ਪ੍ਰਤੀਤ ਕਰਦੀ ਹੈ? ਆਮੀਨ। 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 ਕੀ ਤੂੰ ਇਸ ਗੱਲ ਦਾ ਵਿਸ਼ਵਾਸ ਕਰਦੀ ਹੈ? ਆਮੀਨ। ਸਾਡੇ ਯੁੱਗ ਦੇ ਨਬੀ ਮੈਦਾਨ ਨੇ ਇਸ ਸੰਦੇਸ਼ ਨੂੰ ਪ੍ਰਚਾਰ ਕੀਤਾ ਹੈ। ਸ਼ਾਇਦ 1964 ਦੇ ਵਿੱਚ ਇਹਦਾ ਉਹਨੇ ਨਾਮ ਰੱਖਿਆ ਇਸ ਮੈਸੇਜ ਦਾ, ਕੀ ਤੂੰ ਇਸ ਦਾ ਵਿਸ਼ਵਾਸ ਕਰਦੀ ਹੈ ਜਾਂ ਕੀ ਤੂੰ ਇਸ ਦਾ ਵਿਸ਼ਵਾਸ ਕਰਦਾ ਹੈ? ਅੱਜ ਉਸ ਸੰਦੇਸ਼ ਵਿੱਚ ਕੁਝ ਹਵਾਲੇ ਲਵਾਂਗੇ, ਉਹਨਾਂ ਗੱਲਾਂ ਨੂੰ ਲਵਾਂਗੇ ਜੋ ਨਬੀ ਨੇ ਇਸ ਮੈਸੇਜ 'ਚ ਬੋਲੀਆਂ। ਕੀ ਤੁਸੀਂ ਤਿਆਰ ਹੋ? ਕਿੰਨੇ ਨੇ ਐਤਵਾਰ ਦੇ ਮੈਸੇਜ ਤੋਂ ਬਰਕਤ ਪਾਈ ਹੈ ਜਿਹਨਾਂ ਤੁਹਾਨੂੰ ਬਹੁਤ ਬਰਕਤ ਦੇ ਜਿਨ੍ਹਾਂ ਨੇ ਮੀਟਿੰਗ ਅਟੈਂਡ ਕੀਤੀ। ਔਰ ਜੇ ਕੋਈ ਨਹੀਂ ਕਰ ਸਕਿਆ ਤਾਂ ਕਿਰਪਾ ਕਰਕੇ ਅੱਜ YouTube 'ਤੇ ਅਪਲੋਡ ਕੀਤੀ ਗਈ ਹੈ ਤੇ ਉਹਨੂੰ ਜ਼ਰੂਰ ਸੁਣੋ। ਆਓ ਆਪਣੇ ਸਿਰਾਂ 'ਚ ਝੁਕਾਉਂਦੇ ਹਾਂ। ਮਹਾਨ ਸਾਡੇ ਸਵਰਗੀ ਪਿਤਾ ਪ੍ਰਭੂ ਯਿਸੂ ਮਸੀਹ, ਜਦ ਅਸੀਂ ਆਪਣੇ ਸਿਰਾਂ ਨੂੰ ਤੇਰੀ ਹਜ਼ੂਰੀ 'ਚ ਝੁਕਾਇਆ ਹੈ ਪ੍ਰਭੂ, ਤੇ ਬੇਨਤੀ ਕਰਦੇ ਹਾਂ, ਤੇਰਾ ਵਚਨ ਦੱਸਦਾ ਕਿ ਵਿਸ਼ਵਾਸ ਦੇ ਬਿਨਾਂ ਪਰਮੇਸ਼ਰ ਨੂੰ ਖੁਸ਼ ਕਰਨਾ ਨਾ ਹੋਣਾ ਹੈ। ਉਹ ਪ੍ਰਭੂ ਤਾਂ ਹੀ ਤੂੰ ਹਰ ਵਾਰ ਜਿਸ ਨੂੰ ਵੀ ਚੰਗਾ ਕੀਤਾ ਜਾਂ ਜਿਸ ਨਾਲ ਵੀ ਤੂੰ ਡੀਲ ਕੀਤਾ ਤੂੰ ਇਹੀ ਪੁੱਛਿਆ ਕਿ ਤੂੰ ਵਿਸ਼ਵਾਸ ਕਰਦਾ ਹੈ, ਕਿਉਂਕਿ ਪ੍ਰਭੂ ਜਦ ਤੱਕ ਕੋਈ ਵਿਸ਼ਵਾਸ ਨਾ ਕਰੇ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ। ਇਸ ਲਈ ਅਸੀਂ ਅੱਜ ਤੇਰੇ ਵਚਨ ਤੇ ਵਿਸ਼ਵਾਸ ਕਰਦੇ, ਤੂੰ ਜੋ ਬੋਲੇ ਉਹ ਸੱਚ ਹੈ ਪ੍ਰਭੂ। ਚਾਹੇ ਉਹ ਕਿੰਨਾ ਅਜੀਬ ਲੱਗੇ, ਕਿੰਨਾ ਔਖਾ ਕਿਉਂ ਨਾ ਲੱਗੇ, ਪਰ ਜੇ ਤੂੰ ਇਹ ਬੋਲਿਆ ਹੈ ਤਾਂ ਫਿਰ ਇਹ ਸੰਪੂਰਨ ਸੱਚ ਹੈ। ਪ੍ਰਭੂ ਯਿਸੂ ਮਸੀਹ ਹੋ ਲੈਂਦੇ ਕਦੇ ਸਾਡੇ ਮਨ ਦੇ ਅੰਦਰ ਤੇਰੇ ਵਚਨ ਦੇ ਪ੍ਰਤੀ ਕੋਈ ਸ਼ੱਕ ਨਾ ਆਏ, ਕਦੇ ਤੇਰੇ ਵਚਨ ਦੇ ਪ੍ਰਤੀ ਢਿੱਲੇ ਨਾ ਹੋਈਏ। ਹਰ ਹਾਲਾਤ 'ਚ ਨਿਸ਼ਚੈ ਰੱਖੀਏ, ਵਿਸ਼ਵਾਸ ਰੱਖੀਏ। ਉਹ ਪ੍ਰਭੂ ਤੂੰ ਇਸ ਰਹਿਮ ਨੂੰ ਸਾਡੇ ਉੱਤੇ ਹੋ ਲੈਂਦੇ। ਮੇਰੇ ਭੈਣ ਭਰਾ ਜਿਹੜੇ ਵਚਨ ਨੂੰ ਸੁਣਨ ਦੀ ਆਸ ਨਾਲ ਇੱਥੇ ਇਕੱਠੇ ਹੋਏ, ਔਰ ਪਿਤਾ ਜਿਹੜੇ ਫੋਨਾਂ ਤੇ ਘਰਾਂ 'ਚ ਅਟੈਂਡ ਕਰ ਰਹੇ ਹਨ, ਹਰ ਇੱਕ ਨਾਲ ਤੇਰਾ ਦੂਤ ਡੀਲ ਕਰੇ ਪ੍ਰਭੂ, ਕਿਉਂਕਿ ਜੋ ਤੇਰੇ ਵਚਨ ਦਾ ਆਦਰ ਕਰਦਾ ਹੈ ਤੂੰ ਉਹਦਾ ਆਦਰ ਕਰਦਾ ਹੈ। ਸਭ ਸੁਣਨ ਵਾਲੇ ਆਸ਼ੀਸ਼ ਦੀ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਹੁਣ ਤਾਂ ਬਰਕਤ ਦੇ ਸਭ ਬੈਠ ਸਕਦੇ ਹੋ। ਆਵਾਜ਼ ਚੈੱਕ ਕਰਦੀ खुश हो सब? उनका बहुत बरकत है। थोड़ा अपने महल्ले च कोरोना ने कई साल करके चर्च मीटिंग नहीं रखी, तो चल थोड़े कुछ इकट्ठे होकर इतने घर च संगति करांगे। राणा साहब का ध्यान चाहना हाँ कि विषय सुनी लिया है कि अपना की प्रचार का विषय है कि तू विश्वास करता है। मैं ਤੁਹਾਡਾ ਸਭ ਦਾ ਧਿਆਨ ਚਾਹੁੰਦਾ, ਕੋਈ ਵੀ ਸੁਸਤੀ ਨਾ ਪਾਏ, ਕੋਈ ਲਾਣਾ ਕੋਈ ਤੇ ਲੱਗਣਾ ਚਾਹੀਦਾ ਹੈ ਕਿ ਤੁਸੀਂ ਰੀਝ ਨਾਲ ਸੁਣ ਰਹੇ ਹੋ। ਕਿ ਵਚਨ 'ਚ ਲਿਖਿਆ, ਜੇ ਤੂੰ ਚੰਗਾ ਹੋਣਾ ਚਾਹੁੰਦਾ ਹੈ, ਜੇ ਤੂੰ ਜੀਵਨ ਪਾਉਣਾ ਚਾਹੁੰਦਾ ਹੈ ਤਾਂ ਰੀਝ ਨਾਲ ਆਪਣੇ ਯੋਗ ਪਰਮੇਸ਼ਰ ਦੀ ਆਵਾਜ਼ ਨੂੰ ਸੁਣ। ਹਾਲੇਲੂਇਆ ਹਾਲੇਲੂਇਆ। ਸਾਡੇ ਯੋਗ ਦੇ ਨਬੀ ਨੇ ਬਹੁਤ ਸੋਹਣਾ ਕਲੀਅਰ ਕੀਤਾ ਕਿ ਕਈ ਲੋਕ ਜੀਵਨ ਔਰ ਚੰਗਿਆਈ ਪਾਉਣਾ ਚਾਹੁੰਦੇ ਹਨ ਪਰ ਉਹਦੀ ਆਵਾਜ਼ ਨੂੰ ਰੀਝ ਨਾਲ ਨਹੀਂ ਸੁਣਨਾ ਚਾਹੁੰਦੇ। ਪਰ ਜਦ ਤੱਕ ਤੁਸੀਂ ਆਵਾਜ਼ ਨੂੰ ਰੀਝ ਨਾਲ ਨਹੀਂ ਸੁਣੋਗੇ, ਪਰਮੇਸ਼ਰ ਆਪਣੇ ਵਚਨ ਦੇ ਬਿਨਾਂ ਤੁਹਾਡੇ ਜੀਵਨ 'ਚ ਕੰਮ ਨਹੀਂ ਕਰ ਸਕਦਾ। ਜਿਹਨੇ ਤੁਹਾਡੇ ਜੀਵਨ 'ਚ ਕੰਮ ਕਰਨਾ ਹੈ ਤਾਂ ਉਹਨੇ ਵਚਨ ਦੇ ਰਾਹੀਂ ਹੀ ਕਰਨਾ ਹੈ। ਹਾਲੇਲੂਇਆ ਹਾਲੇਲੂਇਆ। ਔਰ ਪਿਛਲੇ ਹਫ਼ਤੇ ਇਸੇ ਤੋਂ ਗੱਲ ਸ਼ੁਰੂ ਕੀਤੀ
ਕਿ ਵਿਸ਼ਵਾਸ ਸੁਣਨ ਨਾਲ ਆਉਂਦਾ ਹੈ ਔਰ ਸੁਣਨਾ ਪਰਮੇਸ਼ਰ ਦੇ ਵਚਨ ਤੋਂ ਹੁੰਦਾ ਹੈ। ਕਿੰਨੇ ਧਿਆਨ ਨਾਲ ਸੁਣਨਗੇ। ਆਮੇਨ। ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਵੇ। ਹਾਲੇਲੂਇਆ। 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 ਆਮੀਨ। ਆਮੇਨ। ਤੁਹਾਨੂੰ ਪਤਾ ਹੈ ਕਿ ਵਿਸ਼ਵਾਸ ਦੇ ਅੱਗੇ ਕੋਈ ਚੀਜ਼ ਖੜੀ ਨਹੀਂ ਰਹਿ ਸਕਦੀ। ਯਿਸੂ ਮਸੀਹ ਨੇ ਕਿਹਾ ਕਿ ਜੇ ਤੁਹਾਡੇ ਅੰਦਰ ਵਿਸ਼ਵਾਸ ਹੋਵੇ ਤਾਂ ਤੁਸੀਂ ਪਹਾੜ ਨੂੰ ਕਹੋ ਉਹ ਤੁਹਾਡੇ ਤੋਂ ਟਲ ਜਾਏਗਾ। ਆਮੇਨ। ਹਾਲੇਲੂਇਆ। ਹਾਲੇਲੂਇਆ। ਆਮੀਨ। ਆਮੀਨ। ਦੇਖਦੇ ਹੋ ਕਿਦਾਂ ਉਹਨੇ ਮਰਕੁਸ ਦੀ ਇੰਜੀਲ ਦੇ ਵਿੱਚ ਅੰਜੀਰ ਦੇ ਰੁੱਖ ਕੋਲ ਗਿਆ ਕਿਉਂਕਿ ਉਹਨੂੰ ਭੁੱਖ ਲੱਗੀ ਹੋਈ ਸੀ। ਤਾਂ ਉਹਨੇ ਜਦੋਂ ਜਾ ਕੇ ਦੇਖਿਆ ਕਿ ਉਸ ਰੁੱਖ ਨੂੰ ਕੋਈ ਫਲ ਨਹੀਂ ਲੱਗਾ ਔਰ ਉਹਨੇ ਫਿਰ ਕਿਹਾ ਕਿ ਜਾ ਅੱਜ ਤੋਂ ਬਾਅਦ ਤੇਰਾ ਫਲ ਕਦੇ ਕੋਈ ਨਾ ਖਾਵੇ। ਹਾਲੇਲੂਇਆ। ਹਾਲੇਲੂਇਆ। ਸਿਰਫ ਇੰਨਾ ਹੀ ਬੋਲਿਆ ਕਿ ਅੱਜ ਤੋਂ ਬਾਅਦ ਤੇਰਾ ਫਲ ਕਦੇ ਕੋਈ ਨਾ ਖਾਏ। ਅਬਰਾਹਮ ਨੇ ਕਿਹਾ, ਪਰਮੇਸ਼ਰ ਨੇ ਬਹੁਤ ਉੱਚੀ ਨਹੀਂ ਬੋਲਿਆ ਉਹਨੂੰ, ਉਸ ਰੁੱਖ ਨੂੰ ਉਹਨੇ ਨੋਰਮਲ ਹੀ ਬੋਲਿਆ। ਉਹ ਇਹ ਨਹੀਂ ਦੂਰ ਖਲੋ ਕੇ ਬੜੀ ਜ਼ੋਰ ਨਾਲ ਬੋਲਣ ਲੱਗਾ ਜਾ ਅੱਜ ਤੋਂ ਬਾਅਦ ਤੇਰਾ ਕਦੇ ਕੋਈ ਫਲ ਨਾ ਖਾਏ। ਪਤਾ ਨਹੀਂ ਬੋਲਿਆ। ਉਹਨੇ ਕਿਹਾ ਹੋ ਸਕਦਾ ਉਹ ਇੰਨਾ ਖੋਲ ਹੀ ਬੋਲਿਆ ਕਿ ਹੋ ਸਕਦਾ ਇੱਕੋ ਚੇਲੇ ਨੇ ਸੁਣਿਆ ਹੋਏ। ਇੰਨੀ ਨੋਰਮਲ ਉਹਨੇ ਬੋਲਿਆ ਕਿ ਅੱਜ ਤੋਂ ਬਾਅਦ ਤੇਰਾ ਫਲ ਕਦੇ ਕੋਈ ਨਾ ਖਾਵੇ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਦੇ ਨਾਮ ਮਹਿਮਾ ਮਿਲੇ। ਆਮੀਨ। ਤੁਸੀਂ ਜਾਣਦੇ ਹੋ ਕੀ ਹੋਇਆ ਸੀਗਾ? ਉਹ ਰੁੱਖ ਜੜੋਂ ਸੁੱਕ ਗਿਆ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਦੇ ਨਾਮ ਮਹਿਮਾ ਮਿਲੇ। ਉਹ ਰੁੱਖ ਜੜੋਂ ਸੁੱਕ ਗਿਆ ਕਿਉਂਕਿ ਇਹ ਬੋਲਿਆ ਗਿਆ ਸੀ ਵਿਸ਼ਵਾਸ ਦੇ ਨਾਲ। ਆਮੇਨ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਦੇ ਨਾਮ ਮਹਿਮਾ ਮਿਲੇ। ਆਮੇਨ। ਆਮੀਨ। ਕਿਉਂਕਿ ਵਿਸ਼ਵਾਸ ਦੇ ਬਿਨਾ ਪਰਮੇਸ਼ਰ ਦੇ ਅਜੀਬ ਤੇ ਅਨੋਖੇ ਕੰਮ ਨੂੰ ਦੇਖਿਆ ਨਹੀਂ ਜਾ ਸਕਦਾ। ਜੇ ਤੁਸੀਂ ਚਮਤਕਾਰ ਦੇਖਣਾ ਚਾਹੁੰਦੇ ਹੋ ਤਾਂ ਵਿਸ਼ਵਾਸ ਕਰੋ। ਜੇ ਤੁਸੀਂ ਪ੍ਰਭੂ ਨੂੰ ਦ੍ਰਿਸ਼ ਤੇ ਦੇਖਣਾ ਚਾਹੁੰਦੇ ਹੋ ਤਾਂ ਵਿਸ਼ਵਾਸ ਕਰੋ। ਸਾਡੇ ਵਿੱਚੋਂ ਹਰ ਇੱਕ ਨੂੰ ਵਿਸ਼ਵਾਸ ਕਰਨ ਦੀ ਲੋੜ ਪੈਂਦੀ ਹੈ। ਜਿੱਦਾਂ ਮੈਂ ਇੱਕ ਪ੍ਰਚਾਰਕ ਹੋਣ ਦੇ ਨਾਤੇ ਜਾਂ ਪ੍ਰਭੂ ਦੇ ਸੇਵਕ ਹੋਣ ਦੇ ਨਾਤੇ ਜਦੋਂ ਕਿਸੇ ਦੇ ਹੱਥ ਰੱਖ ਕੇ ਪ੍ਰਾਰਥਨਾ ਕਰਦੇ ਆ ਤਾਂ ਸਿਰਫ ਇਹ ਨਹੀਂ ਕਿ ਇਕੱਲੇ ਉਸ ਪ੍ਰਾਰਥਨਾ ਕਰਨ ਵਾਲੇ ਨੂੰ ਵਿਸ਼ਵਾਸ ਦੀ ਲੋੜ ਪੈਂਦੀ ਹੈ, ਕਰਨ ਵਾਲੇ ਦਾ ਵੀ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਉਹ ਜਿਹਨੇ ਕਿ ਪ੍ਰਾਰਥਨਾ ਕਰ ਰਿਹਾ ਉਹਨੂੰ ਕਿ ਉੱਤੇ ਵਿਸ਼ਵਾਸ ਹੈ ਕਿ ਹਾਂ ਮੇਰਾ ਪਰਮੇਸ਼ਰ ਮੇਰੀ ਆਵਾਜ਼ ਨੂੰ ਸੁਣੇਗਾ। ਆਮੇਨ। ਔਰ ਉਹ ਵੀ ਵਿਸ਼ਵਾਸ ਕਰਦਾ ਹੈ, ਉਦੋਂ ਪ੍ਰਾਰਥਨਾ ਕਰਾਉਣ ਵਾਲਾ ਵਿਸ਼ਵਾਸ ਕਰਦਾ ਹੈ ਔਰ ਇਹ ਫਿਰ ਇੱਕ ਪਾਵਰ ਬਣ ਜਾਂਦੀ ਹੈ ਜਿਹੜੀ ਪਰਮੇਸ਼ਰ ਦੇ ਜਵਾਬ ਨੂੰ ਖਿੱਚ ਕੇ ਲਿਆਂਦੀ ਹੈ। ਕਿਉਂਕਿ ਪਰਮੇਸ਼ਰ ਨਿਸ਼ਚੈ ਕਰਨ ਵਾਲਿਆਂ ਨੂੰ ਬਰਕਤ ਦਿੰਦਾ ਹੈ, ਪਸੰਦ ਕਰਦਾ ਹੈ। ਤੁਹਾਨੂੰ ਪਤਾ ਜਦੋਂ ਜ਼ਿੰਦਾ ਹੋ ਗਿਆ ਉਥੇ ਥੋਮਾ ਨਾਮਕ ਚੇਲੇ ਨੇ ਉਹਨੇ ਕਿਹਾ ਕਿ ਮੈਂ ਜਦ ਤੱਕ ਤੇਰੀ ਪਸਲੀ ਚ ਉਂਗਲਾ ਪਾ ਕੇ ਨਾ ਦੇਖ ਲਾਂ ਮੈਂ ਵਿਸ਼ਵਾਸ ਨਹੀਂ ਕਰਾਂਗਾ। ਯਿਸੂ ਮਸੀਹ ਨੇ ਕਿੱਦਾਂ ਉੱਥੇ ਕਿਹਾ? ਉਹਨੇ ਕਿਹਾ ਤੂੰ ਤੇ ਹੱਥ ਪਾ ਕੇ ਦੇਖਣਾ ਚਾਹੁੰਦਾ ਹੈ ਲੇਕਿਨ ਕੁਝ ਐਸੇ ਹੋਣਗੇ ਜਿਹੜੇ ਬਿਨਾਂ ਦੇਖੇ ਮੇਰੇ ਤੇ ਵਿਸ਼ਵਾਸ ਕਰਦੇ। ਉਹ ਅਸੀਂ ਇੱਕ ਭਾਈ ਉਹਨੂੰ ਉਦਾਂ ਵੇਖਿਆ ਨਹੀਂ, ਇੱਕ ਭਾਈ ਉਹਦੀ ਪਸਲੀ ਚ ਉਂਗਲਾਂ ਨਹੀਂ ਪਾਈਆਂ, ਇੱਕ ਸਲੀਬ ਤੇ ਲਟਕੇ ਹੋਏ ਨਹੀਂ ਦੇਖਿਆ, ਇੱਕ ਕਬਰ ਦੇ ਬਾਹਰ ਪੱਥਰ ਹਟਿਆ ਹੋਇਆ ਨਹੀਂ ਦੇਖਿਆ, ਪਰ ਫਿਰ ਵੀ ਇਹ ਵਿਸ਼ਵਾਸ ਕਰਦੇ ਹਾਂ ਉਸ ਵਚਨ ਚ ਲਿਖਿਆ ਗਿਆ ਇਹ ਸੰਪੂਰਨ ਸੱਚ ਹੈ। ਔਰ ਪਿਤਾ ਨੇ ਯਾਨੀ ਪ੍ਰਭੂ ਯਿਸੂ ਮਸੀਹ ਨੇ ਇਹੋ ਜਿਹੇ ਭਗਤਾਂ ਦੀ ਗੱਲ ਕੀਤੀ ਸੀ ਜਿਹੜੇ ਬਿਨਾਂ ਦੇਖੇ ਮੇਰੇ ਤੇ ਵਿਸ਼ਵਾਸ ਕਰਨਗੇ। ਹਾਲੇਲੂਇਆ। ਵਿਸ਼ਵਾਸ ਤੋਂ ਬਿਨਾਂ ਪਰਮੇਸ਼ਰ ਦਾ ਕੰਮ ਨਹੀਂ ਕੀਤਾ ਜਾ ਸਕਦਾ, ਨਹੀਂ ਦੇਖਿਆ ਜਾ ਸਕਦਾ। ਤੁਹਾਨੂੰ ਪਤਾ ਇੱਕ ਮਿਰਗੀ ਦਾ ਦੌਰਾ ਪੈਣ ਵਾਲੇ ਮੁੰਡੇ ਨੂੰ ਚੇਲਿਆਂ ਕੋਲ ਲੈ ਕੇ ਆਏ ਕਿਉਂਕਿ ਉਹਨੂੰ ਲੱਗਦਾ ਹੀ ਕਲੀਸਿਆ ਦੇ ਭਾਈ ਹੈ ਦੁਆ ਕਰਨਗੇ। ਇਹ ਕਲੀਸਿਆ ਹੈ ਔਰ ਉਹ ਕਲੀਸਿਆ ਕੋਲ ਲੈ ਕੇ ਆਏ ਤੇ ਪਤਰਸ ਉਹਨਾਂ ਨੇ ਬਹੁਤ ਜ਼ੋਰ ਲਾਇਆ ਪਰ ਉਹ ਨਹੀਂ ਨਿਕਲੀ। ਅਖੀਰ ਯਿਸੂ ਮਸੀਹ को लेके आया और ਜਦੋਂ ਯਿਸੂ ਮਸੀਹ को लेके आंदा गया ਯਿਸੂ ਮਸੀਹ ਨੇ ਇੱਕੋ ਵਾਰ ਬੋਲਿਆ ਤੇ ਦੁਸ਼ਟ ਆਤਮਾ ਨਿਕਲ ਗਿਆ, ਉਹਦਾ ਠੀਕ ਠਾਕ ਹੋ ਗਿਆ। ਚੇਲਿਆਂ ਨੇ ਪੁੱਛਿਆ ਭਾਈ ਜੀ ਇਹ ਕਿਉਂ ਨਹੀਂ ਕੱਢ ਸਕੇ? ਦੇਖਿਆ ਤੁਹਾਡੀ ਬੇਪ੍ਰਤੀਤੀ ਦੇ ਕਰਕੇ ਵੀ ਦੁਆ ਤੇ ਕਰਦੇ ਰਹੇ ਜ਼ੋਰ ਲਗਾਉਂਦੇ ਰਹੇ ਪਰ ਤੁਹਾਨੂੰ ਪ੍ਰਤੀਤ ਨਹੀਂ ਸੀ। ਔਰ ਵਿਸ਼ਵਾਸ ਦੇ ਬਿਨਾਂ ਪਰਮੇਸ਼ਰ ਨੂੰ ਖੁਸ਼ ਕਰਨਾ ਨਾ ਹੋਣਾ ਹੈ ਲੇਕਿਨ ਤੁਸੀਂ ਬੇਪ੍ਰਤੀਤੀ ਦੇ ਕਰਕੇ ਨਹੀਂ ਕੱਢ ਸਕੇ। ਹਾਲੇਲੂਇਆ। ਹਾਲੇਲੂਇਆ। ਸੁਣਦੇ ਤੁਸੀਂ? ਆਮੀਨ। ਇਸ ਤੋਂ 10 ਦਿਨ ਪਹਿਲੇ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਸਾਮਰਥ ਦਿੱਤੀ ਸੀ, ਉਹਨਾਂ ਨੂੰ ਸ਼ਕਤੀ ਦਿੱਤੀ ਕਿ ਤੁਸੀਂ ਜਾਓ ਬਿਮਾਰਾਂ ਨੂੰ ਚੰਗੇ ਕਰੋ, ਚਮਤਕਾਰ ਕਰੋ, ਅਜੀਬ ਅਨੋਖੇ ਕੰਮ ਕਰੋ। ਇਹ 10 ਦਿਨ ਪਹਿਲੇ ਉਹਨੇ ਉਹਨਾਂ ਨੂੰ ਸਾਮਰਥ ਦਿੱਤੀ ਤੇ 10 ਦਿਨਾਂ ਦੇ ਬਾਅਦ ਹੀ ਉਹ ਫੇਲ ਹੋ ਗਏ। ਤੁਸੀਂ ਜਾਣਦੇ ਨਬੀ ਨੇ ਕੀ ਕਿਹਾ? ਉਹਨੇ ਕਿਹਾ ਇਹ ਸ਼ਕਤੀ ਨਹੀਂ ਸੀ ਜਿਹੜੀ ਫੇਲ ਹੋਈ, ਇਹ ਸ਼ਕਤੀ ਫੇਲ ਨਹੀਂ ਹੋਈ ਸੀ ਪਰ ਉਹ ਚੇਲੇ ਵਿਸ਼ਵਾਸ ਕਰਨ ਵਿੱਚ ਫੇਲ ਹੋਏ ਸੀ। ਠੀਕ ਹੈ, ਸ਼ਕਤੀ ਤੇ ਅੱਜ ਵੀ ਆਪਣੇ ਵਾਅਦੇ ਦੇ ਅਨੁਸਾਰ ਉੱਥੇ ਕਾਇਮ ਸੀਗੀ, ਉਹ ਵਚਨ ਉੱਥੇ ਕਾਇਮ ਹੀ, ਪਰ ਉਹ ਕੰਮ ਇਸ ਲਈ ਨਹੀਂ ਕਰ ਸਕਿਆ ਕਿਉਂਕਿ ਉੱਥੇ ਪਿੱਛੇ ਵਿਸ਼ਵਾਸ ਨਹੀਂ ਸੀਗਾ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਅਬਰਾਹਮ ਨੇ ਕਿਹਾ ਕਲੀਸਿਆ ਕੋਲ ਅਜੇ ਵੀ ਸ਼ਕਤੀ ਹੈ। ਪਰਮੇਸ਼ਰ ਨੇ ਕਦੇ ਵੀ ਕਲੀਸਿਆ ਕੋਲੋਂ ਸ਼ਕਤੀ ਵਾਪਸ ਨਹੀਂ ਲਈ ਪਰ ਕਲੀਸਿਆ ਕੋਲ
ਇੰਨਾ ਵਿਸ਼ਵਾਸ ਨਹੀਂ ਹੈ ਕਿ ਇਹਦੇ ਉੱਤੇ ਕੰਮ ਕਰ ਸਕੇ। ਇਹੀ ਸਭ ਕੁਝ ਹੈ। ਅਰੇ ਕਿਆ ਸਾਮਰਥ ਸ਼ਕਤੀ ਅੱਜ ਵੀ ਕਲੀਸਿਆ ਦੇ ਕੋਲ ਹੈ। ਅੱਜ ਵੀ ਵਿਸ਼ਵਾਸੀਆਂ ਕੋਲ ਅਧਿਕਾਰ ਹੈ, ਸ਼ਕਤੀ ਹੈ, ਪਰ ਇਹ ਕੰਮ ਇਸ ਲਈ ਨਹੀਂ ਕਰਦਾ ਕਿਉਂਕਿ ਵਿਸ਼ਵਾਸ ਨਹੀਂ ਹੁੰਦਾ ਪਿੱਛੇ। ਕਿੰਨਾਂ ਨੂੰ ਵਿਸ਼ਵਾਸ ਹੈ ਕਿ ਵਚਨ ਦਾ ਪ੍ਰਚਾਰ ਹੋ ਰਿਹਾ, ਪ੍ਰਭੂ ਇੱਥੇ ਹੈ। ਇਹਨਾਂ ਨੂੰ ਵਿਸ਼ਵਾਸ ਹੈ ਕਿ ਸਾਡੇ ਯੁੱਗ 'ਚ ਜੋ ਨਬੀ ਭੇਜਿਆ ਗਿਆ ਪ੍ਰਮਾਣਿਤ ਕੀਤਾ ਨਬੀ ਸੀ, ਉਹ ਜਦ ਉਹਦੇ ਸੰਦੇਸ਼ ਤੋਂ ਲੈ ਕੇ ਬੋਲਦੇ ਆ ਤਾਂ ਫਿਰ ਇਹ ਪ੍ਰਭੂ ਹੈ ਜੋ ਆਪਣੇ ਬੰਦੇ ਰਾਹੀਂ ਜਿਹਨੇ ਗੱਲ ਕੀਤੀ ਹੈ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਆਮੀਨ, ਹਾਲੇਲੂਇਆ, ਹਾਲੇਲੂਇਆ। ਕਿਉਂਕਿ ਵਿਸ਼ਵਾਸ ਨਾਲ ਕੀਤਾ ਹੋਇਆ ਕੰਮ ਸਦਾ ਹੀ ਸਫਲ ਹੁੰਦਾ ਹੈ। ਨਬੀ ਨੇ ਕਿਹਾ ਹੋ ਸਕਦਾ ਜਦੋਂ ਨੇ ਉਸ ਰੁੱਖ ਨੂੰ ਕਿਹਾ ਕਿ ਅੱਜ ਤੋਂ ਬਾਅਦ ਤੇਰਾ ਫਲ ਕੋਈ ਨਾ ਖਾਏ, ਉਸੇ ਵੇਲੇ ਉਹਦੇ ਪੱਤੇ ਹਰੇ ਹੀ ਹੋਣ, ਉਹ ਪਤਾ ਖਿੜਿਆ ਲੱਗਦਾ ਹੋਏ ਰੁੱਖ, ਲੇਕਿਨ ਉਹਨੇ ਕਿਹਾ ਅੰਦਰੋਂ ਜੜ ਸੁੱਕਣੀ ਸ਼ੁਰੂ ਹੋ ਗਈ ਸੀ। ਤੁਹਾਨੂੰ ਪਤਾ ਅਗਲੇ ਦਿਨ ਜਦੋਂ ਸਵੇਰ ਨੂੰ ਆਏ ਪਤਰਸ ਨੇ ਯਿਸੂ ਮਸੀਹ ਨੇ ਕਿਹਾ ਪ੍ਰਭੂ ਦੇਖ ਰੁੱਖ ਜਿਹਨੂੰ ਤੂੰ ਕੱਲ ਸ਼ਰਾਪ ਦਿੱਤਾ ਸੀ ਉਹ ਜੜੋਂ ਸੁੱਕ ਗਿਆ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਆਮੀਨ, ਹਾਲੇਲੂਇਆ, ਹਾਲੇਲੂਇਆ। ਜੇ ਪ੍ਰਭੂ ਨੇ ਬੋਲ ਦਿੱਤਾ ਫਿਰ ਚਾਹੇ ਉਸ ਵੇਲੇ ਲੱਗ ਰਿਹਾ ਕਿ ਫਰਕ ਨਹੀਂ ਲੱਗਾ, ਪਰ ਇਹ ਬੋਲ ਦਿੱਤਾ ਗਿਆ ਹੈ ਇਸ ਲਈ ਹੋਏਗਾ। ਇਹ ਜ਼ਰੂਰ ਹੋਏਗਾ। ਘਬਰਾਣਾ ਨੇ ਕਿਹਾ ਇਸੇ ਤਰ੍ਹਾਂ ਹਰ ਇੱਕ ਬਿਮਾਰੀ ਦੇ ਲਈ, ਇਹ ਕੈਂਸਰ ਦੇ ਲਈ ਹੈ, ਹਰ ਤਰ੍ਹਾਂ ਦੇ ਰੋਗ ਦੇ ਲਈ ਹੈ। ਇੱਕ ਉਸ ਤਰ੍ਹਾਂ ਦੇ ਰੋਗ ਲਈ ਜਿਹਦੇ ਬਾਰੇ ਤੁਸੀਂ ਸੋਚ ਵੀ ਨਹੀਂ ਚਾਹੁੰਦੇ। ਹਾਲੇਲੂਇਆ, ਹਾਲੇਲੂਇਆ। ਆਮੀਨ। ਜਦੋਂ ਤੁਸੀਂ ਪਰਮੇਸ਼ਰ ਦੇ ਬਚਨ ਨੂੰ ਸਵੀਕਾਰ ਕਰ ਲੈਂਦੇ ਹੋ ਤਾਂ ਹੇਠਾਂ ਜੜ੍ਹਾਂ ਵਿੱਚ ਕੈਂਸਰ ਉੱਥੇ ਹੋ ਸਕਦਾ ਹੈ, ਤੁਹਾਡਾ ਹੱਥ ਓਨਾ ਹੀ ਕਠੋਰ ਹੋ ਸਕਦਾ ਹੈ। ਆਮੀਨ। ਹੋ ਸਕਦਾ ਜੇ ਤੁਸੀਂ ਦੁਆ ਕਰਾਓ, ਬਚਨ ਤੇ ਵਿਸ਼ਵਾਸ ਕਰੋ ਤੇ ਕੈਂਸਰ ਤਾਂ ਲੱਗੇ ਕਿ ਉੱਥੇ ਹੀ ਹੈ। ਜੇ ਤੁਹਾਡਾ ਹੱਥ ਠੀਕ ਨਹੀਂ ਹੋ ਸਕਦਾ ਤੁਹਾਨੂੰ ਲੱਗੇ ਕਿ ਜ਼ਖਮ ਵੀ ਉੱਥੇ ਹੀ ਆ, ਜਾਂ ਦਰਦ ਵੀ ਉੱਥੇ ਹੀ ਹੈ। ਹਾਲੇਲੂਇਆ, ਹਾਲੇਲੂਇਆ। ਜਿਹੜੀ ਪ੍ਰੋਬਲਮ ਹੈ ਉੱਥੇ ਹੀ ਹੈ। ਭਗਵਾਨ ਨੇ ਕਿਹਾ ਇਸ ਦਾ ਰੱਬੀ ਚੰਗਿਆਈ ਦੇ ਨਾਲ ਕੁਝ ਵੀ ਲੈਣਾ ਦੇਣਾ ਨਹੀਂ। ਜੇਕਰ ਤੁਸੀਂ ਵਿਸ਼ਵਾਸ ਉਹਨੇ ਕਿਹਾ ਕਰਦੇ ਹੋ ਤਾਂ ਹੇਠਾਂ ਜੜ੍ਹਾਂ 'ਚ ਕੰਮ ਸ਼ੁਰੂ ਹੋ ਚੁੱਕਾ ਹੈ। ਤੁਹਾਡੀ ਬਿਮਾਰੀ ਜੜੋਂ ਸੁੱਕਣੀ ਸ਼ੁਰੂ ਹੋ ਗਈ ਹੈ। ਜਿੱਦਾਂ ਪਰਮੇਸ਼ਰ ਨੇ ਉਸ ਰੁੱਖ ਨੂੰ ਜੜੋਂ ਸੁਕਾ ਦਿੱਤਾ, ਉਹ ਬਿਮਾਰੀਆਂ ਜੜੋਂ ਸੁਕਾਉਣ ਲਈ ਸਮਰਥ ਰੱਖਦਾ ਹੈ। ਹਾਲੇਲੂਇਆ, ਹਾਲੇਲੂਇਆ। ਨਬੀ ਨੇ ਇੱਕ ਸੰਦੇਸ਼ 'ਚ ਕਿਹਾ ਹੋ ਸਕਦਾ ਉਹਦੇ ਲਾਗੇ ਕੁਝ ਸ਼ੱਕ ਕਰਨ ਵਾਲੇ ਹੋਣ, ਉਹ ਸ਼ੱਕ ਕਰਨ ਵਾਲੇ ਇਹ ਦੇਖਦੇ ਹੋਣ ਕਿ ਦੇਖੋ ਇਹਨਾਂ ਦੇ ਪ੍ਰਭੂ ਨੇ ਬੋਲਿਆ ਰੁੱਖ ਸੁੱਕਿਆ ਤੇ ਹੈ ਨਹੀਂ ਅਜੇ, ਉਹਨੇ ਕਿਹਾ ਅੰਦਰੋਂ ਕੰਮ ਸ਼ੁਰੂ ਹੋ ਗਿਆ ਹੈ। ਆਮੀਨ। ਫਿਰ ਅਗਲੇ ਦਿਨ ਜਦੋਂ ਦੇਖਿਆ ਸੱਚਮੁੱਚ ਰੁੱਖ ਸੁੱਕ ਗਿਆ ਹੈ। ਸਮਝਦੇ ਤੁਸੀਂ ਸੁਣਦੇ? ਆਮੀਨ, ਹਾਲੇਲੂਇਆ, ਹਾਲੇਲੂਇਆ। ਤੁਸੀਂ ਪ੍ਰਾਰਥਨਾ ਕਰਦੇ ਹੋ ਬਿਮਾਰੀ ਲਈ ਜਾਂ ਪਰੇਸ਼ਾਨੀ ਲਈ, ਹੋ ਸਕਦਾ ਲੱਗੇ ਕਿ ਇਹ ਫਰਕ ਤੇ ਪਿਆ ਨਹੀਂ ਰਿਹਾ, ਪਰ ਅਗਰ ਤੁਸੀਂ ਵਿਸ਼ਵਾਸ ਤੇ ਖੜੇ ਰਹੋ ਤਾਂ ਕੰਮ ਜੜੋਂ ਤੋਂ ਸ਼ੁਰੂ ਹੋ ਚੁੱਕਾ ਹੈ। ਆਮੀਨ। ਤੇ ਉਦੋਂ ਦ੍ਰਿਸ਼ ਤੇ ਦੇਖੋਗੇ ਜਦੋਂ ਪ੍ਰਭੂ ਸਮਾਂ ਲਿਆਵੇਗਾ। ਲੇਕਿਨ ਕਦੇ ਵੀ ਜਦ ਤੁਹਾਡੀ ਪ੍ਰਾਰਥਨਾ ਹੁੰਦੀ ਹੈ ਕਿ ਉੱਤੇ ਸ਼ੱਕ ਨਾ ਕਰੋ। ਇਹ ਨਾ ਸੋਚੋ ਕਿ ਮੈਨੂੰ ਫੇਰ ਤੋਂ ਕਰਾਉਣ ਦੀ ਲੋੜ ਤੇ ਨਹੀਂ, ਜਾਂ ਚਰਚ ਬਦਲਣ ਦੀ ਲੋੜ ਤੇ ਨਹੀਂ, ਜਾਂ ਪਾਸਟਰ ਦੂਜਾ ਚੈੱਕ ਕਰਨ ਦੀ ਲੋੜ ਤੇ ਨਹੀਂ। ਹਾਲੇਲੂਇਆ, ਹਾਲੇਲੂਇਆ। ਕਿੰਨੇ ਜਾਣਦੇ ਆ ਕਿ ਕੋਈ ਪਾਸਟਰ ਨੇ ਚੰਗਾ ਕਰ ਸਕਦਾ, ਕੋਈ ਬੰਦਾ ਨਹੀਂ ਚੰਗਾ ਕਰ ਸਕਦਾ। ਚੰਗਾ ਪਰਮੇਸ਼ਰ ਦੇ ਵਾਅਦੇ ਨੇ ਕਰਨਾ ਹੈ ਜੋ ਉਹਨੇ ਬੋਲਿਆ ਹੈ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਆਮੀਨ, ਆਮੀਨ, ਆਮੀਨ। ਇਸੇ ਤਰ੍ਹਾਂ ਉਹਨੇ ਕਿਹਾ ਕਿ ਅਸੀਂ ਪਹਾੜ ਨੂੰ ਵੀ ਕਹੋ ਜੋ ਆਪਣੇ ਸਥਾਨ ਤੋਂ ਟਲ ਜਾਏਗਾ। ਹਾਲੇਲੂਇਆ, ਹਾਲੇਲੂਇਆ। ਆਮੀਨ। ਜਦੋਂ ਨੇ ਕਿਹਾ ਸਾਡਾ ਉਦੇਸ਼ ਤੇ ਮਨੋਰਥ ਠੀਕ ਹੁੰਦੇ ਆ, ਪਰਮੇਸ਼ਰ ਜ਼ਰੂਰ ਕੰਮ ਕਰਦਾ ਹੈ। ਉਹਨੇ ਜਦੋਂ ਕਿਹਾ ਕਿ ਤੁਸੀਂ ਪਹਾੜ ਨੂੰ ਕਹੋ ਆਪਣੀ ਜਗ੍ਹਾ ਤੋਂ ਟਲ ਜਾਏਗਾ, ਨਬੀ ਨੇ ਕਿਹਾ ਮੈਂ ਹੁਣ ਬਾਹਰ ਨਿਕਲਾਂ ਤੇ ਜਾ ਕੇ ਪਹਾੜ ਨੂੰ ਕਹਾਂ ਉੱਤੇ ਪੁੱਲ ਤੇ ਖਲੋ ਕੇ ਹਟ ਜਾ, ਇੱਥੋਂ ਹਟ ਜਾ। ਉਹਨੇ ਕਿਹਾ ਨਹੀਂ ਹਟਣਾ, ਕਿਉਂਕਿ ਮਤਲਬ ਹੀ ਨਹੀਂ ਕੀ ਲੋੜ ਹੈ ਉਹਨੂੰ ਜਾ ਕੇ ਹਟਾਉਣ ਦੀ। ਪਿੱਛੇ ਕੋਈ ਮਕਸਦ, ਮਨੋਰਥ ਔਰ ਉਦੇਸ਼ ਹੋਣਾ ਚਾਹੀਦਾ ਹੈ। ਮੈਂ ਹਵਾਲਾ ਪੜ੍ਹ ਕੇ ਬੋਲ ਰਿਹਾ। ਹਾਲੇਲੂਇਆ, ਹਾਲੇਲੂਇਆ। ਉਹਨੇ ਕਿਹਾ ਕੀ ਹੋਏ ਜੇ ਮੈਂ ਤੁਹਾਨੂੰ ਕਹਾਂ ਸਾਰਿਆਂ ਨੂੰ ਕਿ ਆਓ ਤੁਹਾਨੂੰ ਪਹਾੜ ਹਿਲਾ ਕੇ ਦਿਖਾਵਾਂ, ਤੇ ਨਹੀਂ ਹਿੱਲੇਗਾ ਕਿਉਂਕਿ ਇਹ ਮਕਸਦ ਪਿੱਛੇ ਠੀਕ ਨਹੀਂ ਹੈ। ਆਮੀਨ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਉਹਨੇ ਕਿਹਾ ਪਹਿਲਾਂ ਤੁਹਾਨੂੰ ਪਰਮੇਸ਼ਰ ਦੀ ਇੱਛਾ ਨੂੰ ਭਾਲਣਾ ਜ਼ਰੂਰੀ ਹੁੰਦਾ ਹੈ। ਆਮੀਨ। ਇਸੇ ਤਰ੍ਹਾਂ ਬਹੁਤ ਸਾਰੇ ਲੋਕ ਚੰਗਾਈ ਚਾਹੁੰਦੇ ਹੁੰਦੇ ਆ, ਉਹ ਚੰਗੇ ਹੋਣਾ ਚਾਹੁੰਦੇ ਹੁੰਦੇ, ਲੇਕਿਨ ਉਹਦਾ ਪਿੱਛੇ ਮਕਸਦ ਕੀ ਹੁੰਦਾ? ਜਾਂ ਪ੍ਰਭੂ ਦੇ ਪਿੱਛੇ ਆਏ ਇਹਦਾ ਮਕਸਦ ਕੀ ਹੈ? ਜਦੋਂ ਮਕਸਦ ਇਹ ਹੈ ਕਿ ਤੁਸੀਂ ਉਹਦੇ ਗਵਾਹ ਬਣ ਕੇ ਰਹੋਗੇ, ਤੁਸੀਂ ਸਾਰੀ ਜ਼ਿੰਦਗੀ ਉਹਦੇ ਲਈ ਸਮਰਪਿਤ ਕਰੋਗੇ ਔਰ ਉਹਦੇ ਵਚਨ ਦੇ ਖੜੇ ਰਹੋਗੇ, ਤਾਂ ਫਿਰ ਪਰਮੇਸ਼ਰ ਆਪਣੇ ਵਾਅਦਿਆਂ ਦਾ ਪੱਕਾ ਹੈ। ਆਮੀਨ। ਕਈਆਂ ਦਾ ਉਦੇਸ਼ ਠੀਕ ਨਹੀਂ ਹੁੰਦਾ, ਇਸ ਲਈ ਉਹ ਕੁਝ ਪ੍ਰਾਪਤ ਨਹੀਂ ਕਰ ਪਾਉਂਦੇ, ਲੇਕਿਨ ਜਿਨ੍ਹਾਂ ਦਾ ਉਦੇਸ਼ ਠੀਕ ਹੁੰਦਾ ਹੈ ਉਹ ਜ਼ਰੂਰ ਪ੍ਰਾਪਤ ਕਰਦੇ ਆ। ਆਮੀਨ।
ਕਿੰਨੇ ਆਮੀਨ ਕਹਿ ਸਕਦੇ ਆ? ਆਮੇਨ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਦਾ ਨਾਮ ਨੂੰ ਮਹਿਮਾ ਮਿਲੇ, ਆਦਰ ਮਿਲੇ। ਆਮੇਨ। ਧੰਨਵਾਦ। ਇੰਨੇ ਹੀ ਸ਼ਾਇਦ ਪਿਛਲੇ ਕੁਝ ਦਿਨਾਂ ਦੇ ਵਿੱਚ ਮੈਂ ਪ੍ਰਚਾਰ ਕਰ ਰਹੀ ਇੱਕ ਜਗ੍ਹਾ ਤੇ ਕਿ ਉੱਥੇ ਜਿੱਥੇ ਬਿਮਾਰ ਪਏ ਸਨ ਬਰਾਂਡੇ 'ਚ, ਬਹੁਤ ਸਾਰੇ ਬਿਮਾਰ ਹੀ, ਕਈ ਗਿਣਤੀ 'ਚ ਉੱਥੇ ਬਿਮਾਰ ਸਨ, ਲੇਕਿਨ ਪ੍ਰਭੂ ਯਿਸੂ ਮਸੀਹ ਨੇ ਸਾਰਿਆਂ ਨੂੰ ਛੱਡ ਕੇ ਇੱਕੋ ਨੂੰ ਠੀਕ ਕੀਤਾ। ਬਾਕੀ ਸਾਰਿਆਂ ਨੂੰ ਕਿਉਂ ਨਹੀਂ ਠੀਕ ਕੀਤਾ? ਕਿ ਉਹਨਾਂ ਨੂੰ ਚੰਗਾਈ ਦੀ ਲੋੜ ਨਹੀਂ, ਕਿ ਉਹਨਾਂ ਤੇ ਉਹਨੂੰ ਤਰਸ ਨਹੀਂ ਆਇਆ। ਲੇਕਿਨ ਮੈਂ ਕਿਹਾ ਜਦੋਂ ਤੁਸੀਂ ਉਸ ਬੰਦੇ ਨੇ ਬਾਅਦ ਚੋਂ ਕੀ ਕੀਤਾ, ਚੰਗੇ ਹੋਣ ਤੋਂ ਬਾਅਦ, ਉਸ ਕੁਆਲਿਟੀ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਉਹੀ ਕਿਉਂ ਚੰਗਾ ਹੋਇਆ। ਕਿਉਂਕਿ ਉਹਨੂੰ ਚੰਗਾ ਕੀਤਾ ਗਿਆ, ਉਹਨੇ ਮੰਜੀ ਚੁੱਕੀ। ਉਹਨੂੰ ਧਾਰਮਿਕ ਲੋਕਾਂ ਨੇ ਆ ਕੇ ਕਿਹਾ ਤੂੰ ਮੰਜੀ ਕਿਉਂ ਚੁੱਕੀ, ਅੱਜ ਤੇ ਸਬਤ ਦਾ ਦਿਨ ਆ, ਕਿੰਨੇ ਦਿਨ ਚੁੱਕਿਆ ਮੰਜੀ ਚੁੱਕ? ਉਹਨੇ ਕਿਹਾ ਉਹਨੇ ਜਿਹਨੇ ਮੈਨੂੰ ਚੰਗਾ ਕੀਤਾ, ਉਹਨੇ ਕਿਹਾ ਆਪਣੀ ਮੰਜੀ ਚੁੱਕ ਕੇ ਆਪਣੇ ਘਰ ਚਲ ਜਾ। ਔਰ ਮੈਂ ਉਹਦੀ ਗੱਲ ਮੰਨੀ। ਉਹਨਾਂ ਨੇ ਪੁੱਛਿਆ ਉਹ ਕੌਣ ਹੈ? ਉਹਨੇ ਕਿਹਾ ਮੈਂ ਨਹੀਂ ਜਾਣਦਾ, ਕਿਉਂਕਿ ਉੱਥੇ ਭੀੜ ਬਹੁਤ ਸੀ। ਬਾਈਬਲ 'ਚ ਲਿਖਿਆ ਕੁਝ ਚਿਰ ਬਾਅਦ ਯਿਸੂ ਮਸੀਹ ਨੂੰ ਹੈਕਲ 'ਚ ਮਿਲਿਆ। ਹੈਕਲ 'ਚ ਜਦੋਂ ਮਿਲਿਆ, ਯਿਸੂ ਮਸੀਹ ਖੁਦ ਉਹਨੂੰ ਮਿਲਿਆ ਜਾ ਕੇ, ਉਹਨੂੰ ਇਹ ਕਿਹਾ ਜਾਂਦੇ ਹੀ, ਦੇਖ ਹੁਣ ਤੂੰ ਚੰਗਾ ਹੋ ਗਿਆ ਹੈ, ਫਿਰ ਪਾਪ ਨਾ ਕਰੀ। ਆਮੇਨ। ਔਰ ਜਦੋਂ ਉਹਨੇ ਇਹ ਗੱਲ ਸੁਣੀ, ਜਿਹੜੀ ਪ੍ਰਭੂ ਨਾਲ ਦੀ ਮੁਲਾਕਾਤ ਦੁਬਾਰਾ ਹੋਈ, ਤੇ ਉਹ ਬੰਦਾ ਫਿਰ ਉਹਨਾਂ ਨੂੰ ਦੱਸਣ ਗਿਆ ਜਿਨ੍ਹਾਂ ਨੂੰ ਉਹਨੇ ਪੁੱਛਿਆ ਸੀ ਕਿ ਉਹ ਕੌਣ ਹੈ ਜਿਹਨੇ ਤੈਨੂੰ ਚੰਗਾ ਕੀਤਾ। ਉਹਨਾਂ ਨੂੰ ਮੁੜ ਕੇ ਜਾ ਕੇ ਦੱਸਣ ਗਿਆ ਕਿ ਉਹ ਕੌਣ ਹੈ ਜਿਹਨੇ ਮੈਨੂੰ ਚੰਗਾ ਕੀਤਾ, ਕਿਉਂਕਿ ਉਹ ਮੈਨੂੰ ਮਿਲ ਗਿਆ। ਆਮੇਨ। ਉਹ ਲਾਪਰਵਾਹ ਨਹੀਂ, ਚੰਗਾ ਹੋਣ ਤੋਂ ਬਾਅਦ ਲਾਪਰਵਾਹ ਨਹੀਂ। ਚਲੋ ਪੁੱਛਿਆ ਕੋਈ ਗੱਲ ਨਹੀਂ, ਠੀਕ ਆ, ਮਿਲੇਗਾ, ਠੀਕ ਆ, ਨਹੀਂ ਤਾਂ ਨਹੀਂ ਵੀ ਸਹੀ, ਕੋਈ ਗੱਲ ਨਹੀਂ। ਲੇਕਿਨ ਉਹ ਗਵਾਹ ਬਣ ਗਿਆ। ਉਹਨੇ ਜਾਤਰਾਂ ਨੂੰ ਦੱਸਿਆ, ਤੁਹਾਨੂੰ ਦੱਸਾਂ ਤੇਰੇ ਬਾਰੇ ਦੀ ਮੈਨੂੰ ਪੁੱਛ ਰਹੀ, ਕਿੰਨੇ ਮੈਨੂੰ ਕਿਹਾ ਮੰਜੀ ਚੁੱਕ, ਔਰ ਕਿੰਨੇ ਮੈਨੂੰ ਕਿਹਾ ਠੀਕ ਹੋਇਆ। ਉਹ ਯਿਸੂ ਨਾਸਰੀ ਹੈ, ਉਹ ਯਿਸੂ ਮਸੀਹ ਹੈ, ਜਿਹੜਾ ਮਰੀਮ ਦੀ ਕੁਆਰੀ ਕੁੱਖ ਤੋਂ ਪੈਦਾ ਹੋਇਆ। ਉਹ ਪ੍ਰਭੂ ਯਿਸੂ ਮਸੀਹ ਹੈ। ਹਾਲੇਲੂਇਆ। ਹਾਲੇਲੂਇਆ। ਇਸ ਤੋਂ ਪਤਾ ਲੱਗਦਾ ਕਿ ਉਹੀ ਬੰਦਾ ਠੀਕ ਕਿਉਂ ਹੋਇਆ ਹੈ, ਕਿਉਂਕਿ ਉਹਨੂੰ ਕੱਲਾ ਚੰਗਾਈ ਤੱਕ ਦਾ ਮਾਇਨੇ ਨਹੀਂ, ਉਹ ਯਿਸੂ ਮਸੀਹ ਦਾ ਗਵਾਹ ਬਣਿਆ ਸੀਗਾ। ਅੱਜ ਵੀ ਪਰਮੇਸ਼ਰ ਗਵਾਹ ਚਾਹੁੰਦਾ ਹੈ, ਮਰੀਜ਼ ਨਹੀਂ। ਆਮੇਨ। ਮਰੀਜ਼ ਆਉਣ, ਪਰ ਉਹ ਆਉਣ ਜਿਹੜੇ ਗਵਾਹ ਬਣਨਗੇ। ਕਹਿ ਸਕਦੇ ਉਹਦਾ ਮਕਸਦ ਉਹ ਸਿਰਫ ਡਾਕਟਰ ਹੀ ਨਹੀਂ ਹੈ। ਧਿਆਨ ਨਾਲ ਸੁਣੋ, ਸਭ ਦਾ ਧਿਆਨ ਨਹੀਂ ਹੈ, ਹੁਣ ਇੱਧਰ ਉੱਧਰ ਧਿਆਨ ਨਾਲ ਦਿਓ। ਉਹ ਸਿਰਫ ਡਾਕਟਰ ਹੀ ਨਹੀਂ ਹੈ, ਪੇਸ਼ੈਂਟ ਚੈੱਕ ਕਰਨ ਵਾਲਾ। ਤੁਹਾਨੂੰ ਪਤਾ ਉਹ ਜੱਜ ਵੀ ਹੈ। ਆਮੇਨ। ਉਹ ਬਚਾਉਣ ਵਾਲਾ ਵੀ ਹੈ। ਆਮੇਨ। ਉਹ ਮੁਕਤੀ ਦੇਣ ਵਾਲਾ ਵੀ ਹੈ। ਉਹ ਪਾਪਾਂ ਤੋਂ ਮਾਫੀ ਦੇਣ ਵਾਲਾ ਹੀ ਹੈ। ਹੀ ਇਜ਼ ਨਾਟ ਜਸਟ ਡਾਕਟਰ। ਆਮੇਨ। ਉਹ ਸਿਰਫ ਡਾਕਟਰ ਹੀ ਨਹੀਂ ਹੈ, ਉਹ ਮੁਕਤੀ ਦੇਣ ਵਾਲਾ ਹੈ। ਕਿਹਨੂੰ ਚਾਹੀਦੀ ਹੈ? ਆਮੇਨ। मैं आप देखना चाहता हूँ, वो ताड़ना देने वाला भी एक चाहिए, वो कोड़े फिरने वाला एक चाहिए, वो कटने वाला भी एक चाहिए, वो छानने वाला भी है। कल्ला डॉक्टर नहीं हो, एक कोई गुण नहीं होते, सारे गुण लेंगे। वो पवित्र आत्मा भी है, अपनी किसी नाल एक होना चाहता है। आमीन कह सकते हैं। वो सिर्फ डॉक्टर नहीं है, प्रभु का नाम महिमा मिले। आमीन। इस ਲਈ ਤੁਹਾਡਾ ਪਰਮੇਸ਼ਰ ਦਾ ਕੰਮ ਕਰਨ ਦਾ, ਚੰਗਿਆਈ ਪਾਉਣ ਦਾ, ਪ੍ਰਭੂ ਦੇ ਨਾਲ ਚੱਲਣ ਦਾ ਕੋਈ ਮਕਸਦ ਹੋਣਾ ਚਾਹੀਦਾ ਹੈ। ਕਿੰਨੇ ਮਕਸਦ ਨਾਲ ਚੱਲੇ ਆ। ਮੈਂ ਪ੍ਰਚਾਰ ਐਵੇਂ ਕਰਨਾ ਸ਼ੁਰੂ ਨਹੀਂ ਕੀਤਾ, ਮੇਰੇ ਜੀਵਨ 'ਚ ਇਹ ਮਕਸਦ ਹੈ ਕਿ ਪ੍ਰਭੂ ਮੈਂ ਤੇਰਾ ਕੰਮ ਕਰਾਂ, ਔਰ ਜੇ ਤੂੰ ਮੈਨੂੰ ਬਖਸ਼ਿਆ ਹੈ ਤੇ ਹੋਲਾਂ ਦੇ ਮੈਂ ਤੇਰੀ ਸੇਵਕਾਈ ਕਰਾਂ ਕਿ ਕੁਝ ਲੋਕ, ਕੁਝ ਪ੍ਰਾਣ ਤਿਆਰ ਕਰ ਸਕਾਂ ਜਿਹੜੇ ਰੱਬ 'ਚ ਜਾ ਸਕਣ। ਆਮੀਨ। मेरा मकसद दाम दसवंद इकट्ठे करना नहीं है, और प्रभु कदे भी इधर मन च लालच आन भी ना देवे। मकसद ये होवे कि प्राणों को तेरे नाल जोड़िया जाए। हालेलुया। हालेलुया। प्रभु दे नाम महिमा मिले। तो ਤੁਹਾਡਾ ਵੀ ਕਲੀਸਿਆ ਚਾਹਣ ਦਾ ਕੋਈ ਮਕਸਦ ਹੋਣਾ ਚਾਹੀਦਾ ਹੈ। ਤੁਹਾਡਾ ਵੀ ਪ੍ਰਚਾਰ ਸੁਣਨ ਦਾ ਕੋਈ ਮਕਸਦ ਹੋਣਾ ਚਾਹੀਦਾ ਹੈ। ਤੁਹਾਡਾ ਵੀ ਤੋਬਾ ਕਰਕੇ ਬਪਤਿਸਮਾ ਲੈਣ ਦਾ ਕੋਈ ਮਕਸਦ ਹੋਣਾ ਚਾਹੀਦਾ ਹੈ। ਆਮੀਨ। ਔਰ ਮਕਸਦ ਇਹ ਹੋਣਾ ਚਾਹੀਦਾ ਹੈ ਕਿ ਪ੍ਰਭੂ ਮੈਂ ਤੈਨੂੰ ਪਿਆਰ ਕਰਦਾ ਹਾਂ, ਮੈਂ ਆਪਣਾ ਜੀਵਨ ਤੇਰੇ ਲਈ ਇਸਤੇਮਾਲ ਕਰਨਾ ਚਾਹੁੰਦਾ ਹਾਂ। ਕਿੰਨੇ ਆਮੀਨ ਕਹਿ ਸਕਦੇ ਆ? ਜਦ ਤੱਕ ਤੁਹਾਡਾ ਪਿੱਛੇ ਉਦੇਸ਼ ਠੀਕ ਨਹੀਂ, ਕੰਮ ਨਹੀਂ ਹੋਣਾ। ਔਰ ਨਬੀ ਨੇ ਇੱਥੋਂ ਤੱਕ ਕਿਹਾ ਕਿ ਜੇ ਤੁਸੀਂ ਪ੍ਰਭੂ ਤੋਂ ਕੁਝ ਚਾਹੁੰਦੇ ਹੋ ਤਾਂ ਦੇਖੋ ਹਰ ਇੱਕ ਚੀਜ਼ ਦੇ ਵਿੱਚ ਸੰਬੰਧ ਪ੍ਰਭੂ ਨਾਲ ਠੀਕ ਕਰ ਲਓ। ਕੋਈ ਐਸੀ ਗੱਲ ਨਾ ਹੋਵੇ ਜਿਹੜੀ ਤੁਸੀਂ ਮੰਨੀ ਨਾ ਹੋਏ, ਕੋਈ ਪਾਪ ਨਾ ਐਸਾ ਹੋਏ, ਕੋਈ ਲੁਕਿਆ ਹੋਇਆ ਪਾਪ ਨਾ ਹੋਏ, ਕੋਈ ਛੁਪਾਈ ਹੋਈ ਗਲਤੀ ਨਾ ਹੋਵੇ। ਇਹਨੂੰ ਜ਼ਰੂਰ ਮੰਨ ਲਓ। ਨੇ ਕਿਹਾ ਜੇ ਤੁਸੀਂ ਪ੍ਰਭੂ ਨਾਲ ठीक कुछ लेना चाहते या तो कुछ प्राप्त करना चाहते हो, क्योंकि आमीन कह सकते हो। हालेलुया। हालेलुया। आमीन। आमीन। प्रभु का नाम महिमा मिले। आमीन।
ਉਹਨੇ ਕਿਹਾ ਕੋਈ ਐਸੀ ਗੱਲ ਨਹੀਂ ਵਿਚਕਾਰ ਹੋਣੀ ਚਾਹੀਦੀ ਜਿਹੜੀ ਤੁਹਾਨੂੰ ਰੋਕੇ। ਸੱਚ ਹੈ। ਉਹਨੇ ਕਿਹਾ ਅੱਜ ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਰ ਆਪਣੀ ਕਲੀਸਿਆ ਨੂੰ ਸ਼ਕਤੀ ਦੇਣ ਤੋਂ ਪਹਿਲਾਂ ਉਹ ਆਪਣੀ ਕਲੀਸਿਆ ਨੂੰ ਇਹ ਵੇਖਣ ਲਈ ਪਰਖਦਾ ਹੈ ਕਿ ਉਹ ਉਸ ਨਾਲ ਕੀ ਕਰੇਗੀ। ਯੈਸ। ਧਿਆਨ ਦੇ ਰਹੇ ਸਭ। ਆਮੀਨ। ਉਹੀ ਐਤਾਂ ਪੜ੍ਹਦੇ ਦੁਆਰਾ ਜੋ ਅਸੀਂ ਪੜ੍ਹੀਆਂ ਹਨ ਯੂਹੰਨਾ ਦੀ ਇੰਜੀਲ 11 ਅਧਿਆਇ ਤੋਂ ਫਿਰ ਤੁਹਾਨੂੰ ਲੈਂਦੇ ਆ ਇਸ ਛੋਟੀ ਕਹਾਣੀ ਨੂੰ ਜਿਹਦੇ ਬਾਰੇ ਦੀ ਬਹੁਤ ਚਿਰ ਤੋਂ ਜਿਹੜੇ ਮਸੀਹ ਹਨ ਬਚਪਨ ਦੇ ਮਾਰੇ ਪ੍ਰਚਾਰ ਸੁਣਦੇ ਆਏ ਕਿ ਲਾਜ਼ਰ ਜਿੰਦਾ ਹੋਇਆ। ਆਓ ਇਸ ਕਹਾਣੀ ਤੇ ਫਿਰ ਧਿਆਨ ਦਿੰਦੇ ਹਾਂ ਤੇ 11 ਅਧਿਆਇ ਨੂੰ ਕੱਢ ਕੇ ਜੋ ਪੰਜਾਬੀ ਬਾਈਬਲ तो ਤੁਹਾਨੂੰ ਬਰਕਤ ਦੇ ਸਭ ਨੂੰ ਸੁਣਨੇ ਤੇ ਸਭ ਆਮੇਨ। ਹਾਲੇਲੂਇਆ। ਇਹਦਾ 11 ਅਧਿਆਇ 23 ਆਇਤ ਤੋਂ ਪੜ੍ਹਨ ਲੱਗਾ ਮੈਂ ਫਿਰ। ਯਿਸੂ ਨੇ ਉਸ ਨੂੰ ਆਖਿਆ ਤੇਰਾ ਭਰਾ ਜੀ ਉੱਠੇਗਾ। ਮਾਰਥਾ ਨੇ ਉਸ ਨੂੰ ਆਖਿਆ ਮੈਂ ਜਾਣਦੀ ਹਾਂ ਜੋ ਕਿਆਮਤ ਨੂੰ ਅੰਤ ਦੇ ਦਿਨ ਨੂੰ ਫਿਰ ਜੀ ਉੱਠੇਗਾ, ਯਾਨੀ ਜੀ ਉੱਠਣ ਵਾਲੇ ਦਿਨ ਨੂੰ ਫਿਰ ਤੋਂ ਜੀ ਉੱਠੇਗਾ। ਯਿਸੂ ਨੇ ਉਸ ਨੂੰ ਕਿਹਾ ਕਿਆਮਤ ਅਤੇ ਜੀਵਨ ਮੈਂ ਹਾਂ। ਆਮੇਨ। ਆਮੀਨ ਆਮੀਨ ਸੱਚ। ਯਿਸੂ ਨੇ ਉਸ ਨੂੰ ਕਿਹਾ ਕਿਆਮਤ ਅਤੇ ਜੀਵਨ ਮੈਂ ਹਾਂ। ਜੋ ਮੇਰੇ ਉੱਤੇ ਨਿਸ਼ਚਾ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਜੀਵੇਗਾ। ਆਮੇਨ। ਅਤੇ ਹਰ ਕੋਈ ਜਿਹੜਾ ਜਿਉਂਦਾ ਹੈ ਅਤੇ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਸੋ ਸੁਦੀਪਕ ਕਾਲ ਤੱਕ ਕਦੇ ਨਹੀਂ ਮਰੇਗਾ। ਆਮੀਨ। ਤੂੰ ਇਸ ਗੱਲ ਦਾ ਪ੍ਰਤੀਤ ਕਰਦੀ ਹੈ। ਮੈਂ ਤੁਹਾਨੂੰ ਪੁੱਛਣਾ ਹੈ ਕਿ ਤੁਸੀਂ ਇਸ ਗੱਲ ਦਾ ਵਿਸ਼ਵਾਸ ਕਰਦੇ ਹੋ? ਆਮੀਨ। ਯਿਸੂ ਮਸੀਹ ਨੇ ਇੱਥੇ ਮਾਰਥਾ ਨਾਲ ਗੱਲਾਂ ਕੀਤੀਆਂ। ਆਮੀਨ। ਤੁਸੀਂ ਇਹਨਾਂ ਗੱਲਾਂ ਦਾ ਵਿਸ਼ਵਾਸ ਕਰਦੇ ਹੋ? ਆਮੀਨ। ਜੇ ਤੁਸੀਂ ਮਾਰਥਾ ਦੀ ਜਗ੍ਹਾ ਹੁੰਦੇ ਤਾਂ ਤੁਸੀਂ ਕੀ ਕਹਿੰਦੇ? ਕਿ ਤੁਸੀਂ ਕਹਿੰਦੇ ਪ੍ਰਭੂ ਮੈਂ ਵਿਸ਼ਵਾਸ ਕਰਦਾ ਹਾਂ। ਆਮੀਨ। ਮੈਂ ਕਹਿੰਦਾ ਪ੍ਰਭੂ ਮੈਂ ਵਿਸ਼ਵਾਸ ਕਰਦਾ ਹਾਂ। ਆਮੀਨ ਆਮੀਨ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਆਮੀਨ। 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 ਤੁਹਾਨੂੰ ਪਤਾ ਕਿ ਯਿਸੂ ਮਸੀਹ ਇਸ ਪਰਿਵਾਰ ਦੇ ਨਾਲ ਉਹਦਾ ਕਿੰਨਾ ਵਧੀਆ ਸੰਬੰਧ ਸੀ। ਮਰੀਮ ਮਾਰਥਾ ਉਹਨਾਂ ਦੇ ਪਰਿਵਾਰ ਨਾਲ ਤਿੰਨੇ ਭੈਣ ਭਰਾ ਸੀਗੇ, 2 ਭੈਣਾਂ ਔਰ 1 ਭਰਾ। ਮੰਮੀ ਡੈਡੀ ਨਹੀਂ ਸੀ। ਇਹਦਾ ਕੋਈ ਵੀ ਜ਼ਿਕਰ ਨਹੀਂ ਹੈ ਬਾਈਬਲ 'ਚ। ਹਾਲੇਲੂਇਆ। ਹਾਲੇਲੂਇਆ। ਔਰ ਇਹਨਾਂ ਦੇ ਘਰ ਦੇ ਬਾਰੇ ਤੁਸੀਂ ਸੁਣਿਆ ਹੋਵੇਗਾ ਕਿਵੇਂ ਪ੍ਰਭੂ ਯਿਸੂ ਮਸੀਹ ਇੱਕ ਵਾਰੀ ਆਪਣੇ ਚੇਲਿਆਂ ਨਾਲ ਉਹਨਾਂ ਦੇ ਘਰ ਗਿਆ। ਹਾਲੇਲੂਇਆ। ਹਾਲੇਲੂਇਆ। ਔਰ ਕਿੱਦਾਂ ਮਰੀਮ ਵਚਨ ਸੁਣ ਰਹੀ ਸੀ, ਮਾਰਥਾ ਖਾਣਾ ਬਣਾ ਰਹੀ ਸੀਗੀ। ਔਰ ਕਿੱਦਾਂ ਮਾਰਥਾ ਆ ਕੇ ਕਹਿੰਦੀ ਹੈ ਕਿ ਪ੍ਰਭੂ ਇਹਨੂੰ ਕਹਿ ਬਿਨਾਂ ਹੈਲਪ ਕਰਾਏ। ਔਰ ਕਿਵੇਂ ਪ੍ਰਭੂ ਨੇ ਕਿਹਾ ਕਿ ਮਰੀਮ ਨੇ ਤੂੰ ਤੇ ਐਵੇਂ ਵਿਅਰਥ ਗੱਲਾਂ ਦੀ ਚਿੰਤਾ ਕਰਦੀ ਆ, ਪਰ ਮਰੀਮ ਨੇ ਜੋ ਹਿੱਸਾ ਚੁਣਿਆ ਉਹ ਸਭ ਤੋਂ ਉੱਤਮ ਹਿੱਸਾ ਹੈ ਆਮੇਨ। ਕਿਉਂਕਿ ਉਹ ਵਚਨ ਨੂੰ ਸੁਣ ਰਹੀ ਹੈ। ਆਮੀਨ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਆਮੀਨ। ਆਮੀਨ। ਇਹਦਾ ਮਤਲਬ ਕਿ ਪ੍ਰਭੂ ਯਿਸੂ ਮਸੀਹ ਇਸ ਪਰਿਵਾਰ 'ਚ ਕਿੰਨਾ ਖੁੱਲਾ ਹੈ, ਕਿਦਾਂ ਆਜ਼ਾਦੀ ਨਾਲ ਉੱਥੇ ਜਾ ਸਕਦਾ ਹੈ। ਆਮੇਨ। ਤੁਹਾਨੂੰ ਪਤਾ ਹੀ ਹਰ ਘਰ 'ਚ ਆਜ਼ਾਦੀ ਨਾਲ ਨਹੀਂ ਜਾ ਸਕਦੇ। ਕੁਝ ਆਪਣੇ ਘਰ ਹੁੰਦੇ ਆ। ਆਮੀਨ। ਜਿੱਥੇ ਹੀ ਸੋਫੇ ਤੇ ਚੌਕੜੀਆਂ ਮਾਰ ਕੇ ਹੀ ਬਹਿ ਸਕਦੇ ਆ। ਆਮੇਨ। ਹਾਲੇਲੂਇਆ। ਹਾਲੇਲੂਇਆ। ਤੇ ਕਿੱਦਾਂ ਵੀ ਬਹਿ ਸਕਦੇ ਆ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਆਮੇਨ। ਆਮੀਨ। ਔਰ ਯਿਸੂ ਮਸੀਹ ਦਾ ਵੀ ਇਸ ਘਰ 'ਚ ਜਾਣਾ ਸੌਖਾ ਹੀ ਕਿਉਂਕਿ ਉਹ ਆਦਰ ਕਰਦੇ ਸੀਗੇ। ਬੜੀ ਆਮੀਨ ਆਦਰ ਆਮੀਨ ਲਾਜ਼ਰ ਹੁਣੀ ਉਹਦਾ ਆਦਰ ਕਰਦੇ। ਨਵੀਂ ਨਿੱਕਾ ਉਹਨੇ ਆਪਣਾ ਚਰਚ ਛੱਡਿਆ ਜੀ, ਉਹਨੇ ਆਪਣੀ ਸੰਸਥਾ ਛੱਡੀ। ਤੁਹਾਨੂੰ ਪਤਾ ਉਸ ਸਮੇਂ ਯਿਸੂ ਮਸੀਹ ਦੇ ਪਿੱਛੇ ਚੱਲਣ ਦਾ ਮਤਲਬ ਇਹ ਸਮਾਜ ਚੋਂ ਛਿੱਕਿਆ ਜਾਣਾ, ਆਮੇਨ। ਦੁਨੀਆ ਨੂੰ ਦੁਸ਼ਮਣ ਬਣਾ ਲੈਣਾ, ਆਮੀਨ। ਆਂਢ ਗੁਆਂਢ ਨੂੰ ਦੁਸ਼ਮਣ ਬਣਾ ਲੈਣਾ, ਸਮਾਜ ਨੂੰ ਦੁਸ਼ਮਣ ਬਣਾ ਲੈਣਾ। ਉਸ ਸਮੇਂ ਯਿਸੂ ਮਸੀਹ ਦੇ ਪਿੱਛੇ ਚੱਲਣ ਦਾ ਇਹ ਮਤਲਬ ਹੀ ਇਹਦਾ ਮਤਲਬ ਕਿ ਮਰੀਮ ਮਾਰਥਾ ਔਰ ਲਾਜ਼ਰ ਨੇ ਇਹ ਸਟੈਂਡ ਲਿਆ ਸੀਗਾ ਕਿ ਇਸ ਸਮਾਜ ਨੂੰ ਦੁਸ਼ਮਣ ਬਣਾ ਲਵਾਂਗੇ ਲੇਕਿਨ ਇਹ ਯਿਸੂ ਮਸੀਹ ਦਾ ਇਨਕਾਰ ਨਹੀਂ ਕਰਾਂਗੇ। ਕਿੰਨੇ ਆਮੀਨ ਕਹਿ ਸਕਦੇ ਆ? ਇਹ ਸੱਚ ਹੈ। ਬਾਈਬਲ ਇਸ ਗੱਲ ਦਾ ਸਬੂਤ ਦਿੰਦੀ ਹੈ ਕਿਉਂਕਿ ਉਸ ਜਵਾਨ ਨੂੰ ਅੰਦਰ ਨੂੰ ਜਦੋਂ ਪ੍ਰਭੂ ਯਿਸੂ ਮਸੀਹ ਨੇ ਚੰਗਾ ਕੀਤਾ ਉਹਦੇ ਮਾਂ-ਬਾਪ ਨੇ ਇਸੇ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਅਸੀਂ ਕਿਤੇ ਸਮਾਜ ਚੋਂ ਛਿੱਕੇ ਨਾ ਜਾਈਏ। ਸੱਚ ਆਮੀਨ। ਕਿ ਉਹੀ ਸਮਾਜ ਮਰੀਮ ਮਾਰਥਾ ਉਹਨਾਂ ਲਈ ਵੀ ਉਦਾਂ ਦਾ ਹੀ ਨਹੀਂ। ਆਮੇਨ। ਕਿ ਬਾਕੀ ਚੇਲੇ ਲਈ ਵੀ ਉਹੀ ਸਮਾਜ ਉਦਾਂ ਦਾ ਨਹੀਂ। ਆਮੇਨ। ਉਹਨਾਂ ਲਈ ਵੀ ਉਦਾਂ ਦਾ ਹੀ ਸੀਗਾ, ਪਰ ਕੁਛ ਉਸ ਸਮਾਜ ਤੋਂ ਡਰ ਗਏ, ਕੁਛ ਉਹਦੇ ਵਿਰੁੱਧ ਖੜੇ ਹੋਏ ਬੱਚੇ ਅੱਜ ਵੀ ਇਸੇ ਤਰ੍ਹਾਂ ਹੀ ਹੈ। ਕਿੰਨੇ ਆਮੀਨ ਕਹਿ ਸਕਦੇ ਆ? ਹਾਲੇਲੂਇਆ। ਆਮੀਨ। ਪ੍ਰਭੂ ਯਿਸੂ ਮਸੀਹ ਦੀ ਇਸ ਘਰ ਦੇ ਨਾਲ ਵਧੀਆ ਸੰਗਤੀ ਸੀਗੀ। ਲਾਜ਼ਰ ਉਹਦਾ ਦੋਸਤ ਸੀ। ਕਿੰਨਾ ਪਿਆਰ ਹੋਏਗਾ ਪ੍ਰਭੂ ਯਿਸੂ ਮਸੀਹ ਦਾ ਉਸ ਪਰਿਵਾਰ ਦੇ ਨਾਲ। ਲਾਜ਼ਰ ਨੇ ਕਦੇ ਲਾਮਾ ਨਹੀਂ ਦਿੱਤਾ ਹੋਇਆ ਹੋਵੇਗਾ ਮੇਰੀਆਂ ਜਵਾਨ ਭੈਣਾਂ ਆ ਤੂੰ ਚੇਲੇ ਲੈ ਕੇ ਆਉਣਾ, ਪਰ ਕਿੰਨਾ ਵਧੀਆ ਉੱਥੇ ਸੰਬੰਧ ਹੋਏਗਾ। ਕਦੇ ਵੀ ਮਰੀਮ ਮਾਰਥਾ ਨੇ ਯਿਸੂ ਮਸੀਹ ਦੇ ਚੇਲਿਆਂ ਦੇ ਬਾਰੇ 'ਚ ਲਾਜ਼ਰ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਹੋਏਗੀ ਵੀ ਉਹਦੇ ਚੇਲੇ ਆਉਂਦੇ ਉਹ ਠੀਕ ਰਵੱਈਆ ਨਹੀਂ ਸਾਡੇ ਨਾਲ ਕਰਦੇ। ਬਦਨਿਆਮੀ
ਹੋਰ ਦੇ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਆਮੇਨ। ਇਹਦਾ ਮਤਲਬ ਯਿਸੂ ਮਸੀਹ ਦੇ ਨਾਲ ਜਿਹੜੇ ਚੇਲੇ ਜਾਂਦੇ ਸੀ ਉਹਨਾਂ ਨੇ ਉਸ ਵਿਸ਼ਵਾਸੀ ਪਰਿਵਾਰ ਦੀਆਂ ਭੈਣਾਂ ਦੇ ਉੱਤੇ ਕਦੇ ਕੋਈ ਗਲਤ ਨਜ਼ਰ ਨਹੀਂ ਰੱਖੀ ਜਾਂ ਕਦੇ ਕੋਈ ਗਲਤ ਰਵੱਈਆ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਤਾਂ ਹੀ ਤੇ ਯਿਸੂ ਮਸੀਹ ਦਾ ਰੈਪੂਟੇਸ਼ਨ ਉਸ ਘਰ 'ਚ ਸੀਗਾ। ਕੀ ਹੁੰਦਾ ਜੇ ਚੇਲਿਆਂ 'ਚੋਂ ਵੀ ਉਹਦੀ ਭੈਣਾਂ ਦੇ ਨਾਲ ਗਲਤ ਹਰਕਤ ਕਰ ਦਿੰਦਾ ਤੇ ਮੈਨੂੰ ਨਹੀਂ ਪਤਾ ਮੈਂ ਇਹ ਗੱਲ ਕਿਉਂ ਬੋਲ ਰਿਹਾ। ਆਮੇਨ। ਹਾਲੇਲੂਇਆ। ਹਾਲੇਲੂਇਆ। ਸੁਣਦੇ ਜੀ? ਆਮੇਨ। ਜੇ ਕੋਈ ਗਲਤ ਹਰਕਤ ਕਰ ਦਿੰਦੇ ਕੀ ਉਹ ਆਪਣੇ ਭਰਾ ਨੂੰ ਦੱਸਦੀ ਆ ਨਾ ਕਿ ਉੱਥੇ ਕਲੀਸਿਆ 'ਚ ਰਫੜਨਾ ਪੈਂਦਾ ਕਿ ਯਿਸੂ ਮਸੀਹ ਦਾ ਉਸ ਘਰ ਨਾਲ ਸੰਬੰਧ ਹੀ ਟੁੱਟ ਜਾਂਦਾ। ਇਹਦਾ ਮਤਲਬ ਮਰੀਮ ਮਾਰਥਾ ਹੋਣੀ ਔਰ ਉਹ ਚੇਲੇ ਸਭ ਆਪਸੀ ਭੈਣ ਭਰਾ ਵਾਲੇ ਪਵਿੱਤਰ ਰਿਸ਼ਤੇ ਸੀ। ਉੱਥੇ ਸਿਰਫ ਬਚਨ ਦਾ ਕੰਮ ਸੀਗਾ, ਦੁਨਿਆਵੀ ਹੋਰ ਕੋਈ ਵੀ ਕੰਮ ਨਹੀਂ। ਇਸ ਲਈ ਯਿਸੂ ਮਸੀਹ ਆਪਣੇ ਚੇਲਿਆਂ ਨਾਲ ਆਜ਼ਾਦੀ ਨਾਲ ਉੱਥੇ ਜਾ ਸਕਦਾ ਹੈ। ਉਹਨਾਂ ਲਈ ਖਾਣਾ ਬਣਾ ਸਕਦੀਆਂ ਸੀ। ਕਿੰਨੇ ਆਮੀਨ ਕਹਿ ਸਕਦੇ ਆ? ਪ੍ਰਭੂ ਦਾ ਧੰਨਵਾਦ ਹੋਏ। ਹਾਲੇਲੂਇਆ। ਆਮੀਨ। ਅੱਜ ਇਸ ਸਵੇਰੇ ਮੈਂ ਸੰਦੇਸ਼ ਆਡੀਓ ਸੁਣਿਆ ਹੈ YouTube ਦੇ ਉੱਤੇ। ਇਹ ਸੰਦੇਸ਼ ਹੈ ਜਿਹੜਾ ਮੈਂ ਬੋਲ ਰਿਹਾ ਕਿ ਤੇਰਾ ਵਿਸ਼ਵਾਸ ਕਰਦੇ ਹਿੰਦੀ ਚ ਟ੍ਰਾਂਸਲੇਟ ਹੋਇਆ ਵਿਚਾਰ ਹੈ 2 ਘੰਟੇ 28 ਮਿੰਟ ਦਾ ਪੂਰਾ ਸੁਣਿਆ। ਮੈਂ ਬਹੁਤ ਆਨੰਦ ਵਾਲਾ ਮੈਸੇਜ ਹੈ। ਇੱਕ ਟਾਈਮ ਤੁਹਾਨੂੰ ਲੱਗੇ ਇੱਕ ਦੀ ਵਿਹਲੇ ਹੋ ਜਾਓ ਕੰਮਾਂ ਤੋਂ ਯੂਰੇ ਨੂੰ ਸੁਣੋ। ਉਹ ਲਾਸਟ ਇੰਨਾ ਮਸਾ ਉਤਰਦਾ ਹੈ, ਬਹੁਤ ਮਸਾ। ਔਰ ਕਲੀਸਿਆ ਅਬਰਾਹਮ ਨੇ ਇਸ ਚਾਲ ਦੇ ਪ੍ਰਚਾਰ ਚ ਕਿਹਾ, ਉਹਨੇ ਕਿਹਾ ਮੈਂ ਐਂਡ ਤੇ ਤੁਹਾਨੂੰ ਪੈਂਟੀਕੋਸਟ ਦਿਖਾਵਾਂਗਾ। ਔਰ ਵਾਕਈ ਦੀ ਇਹ ਮੈਸੇਜ ਆਡੀਓ ਸੁਣਨ ਵਾਲਾ ਜਿਹੜਾ ਹੈ ਉਹ ਚ ਕਿਦਾਂ ਮਸਾ ਉਤਰਦਾ, ਕੋਈ ਤਰ੍ਹਾਂ ਆਤਮਾ ਉਤਰਦਾ, ਲੋਕ ਜੈ ਜੈਕਾਰ ਕਰਦੇ, ਅਗਾਮ ਕਰਦੇ, ਮਹਿਮਾ ਕਰਦੇ। ਬਹੁਤ ਵਧੀਆ ਹੈ। ਇਸ ਸੰਦੇਸ਼ ਨੂੰ ਮੈਂ ਸਖਤੀ ਤੋਂ ਬਾਅਦ ਗਰੁੱਪ ਚ ਸੈਂਡ ਕਰਾਂਗਾ ਜੇ ਹੋ ਸਕਦਾ ਤੁਸੀਂ ਸੁਣਿਓ ਜੀ। ਆਮੇਨ। ਕਿ ਤੂੰ ਇਸ ਦਾ ਵਿਸ਼ਵਾਸ ਕਰਦੀ ਹੈ। ਇਹ ਸੰਦੇਸ਼ ਹੈ। ਹਾਲੇਲੂਇਆ। ਹਾਲੇਲੂਇਆ। ਆਮੀਨ। ਆਮੇਨ। ਆਪਣੀ ਮੈਸੇਜ ਲੰਬਾ ਹੋ ਰਿਹਾ ਕਿ ਤੁਸੀਂ ਸੁਣ ਸਕਦੇ ਹੋ ਨਾ। ਆਮੇਨ। ਪ੍ਰਭੂ ਯਿਸੂ ਮਸੀਹ ਦੇ ਇਸ ਘਰ ਦੇ ਨਾਲ ਬਹੁਤ ਵਧੀਆ ਸੰਬੰਧ ਸੀ। ਹਾਲੇਲੂਇਆ। ਹਾਲੇਲੂਇਆ। ਔਰ ਇਹ ਦੇਖਦੇ ਆ ਕਿ ਕਿੱਦਾਂ ਅਚਾਨਕ ਲਾਜ਼ਰ ਬਿਮਾਰ ਹੋਇਆ। ਜੁਦੀ ਹੈ ਜੀ ਯਿਸੂ ਮਸੀਹ ਦੇ ਨਾਲ ਸੰਬੰਧ ਵਧੇ ਤੇ ਉਹਨੂੰ ਸੁਨੇਹਾ ਮਿਲਿਆ। ਮੈਨੂੰ ਦੱਸਦੀ ਸੁਨੇਹਾ ਮਿਲਿਆ ਉਹਨੂੰ ਕਿ ਤੇਰਾ ਦੋਸਤ ਤੇਰਾ ਭਰਾ ਲਾਜ਼ਰ ਠੀਕ ਨਹੀਂ ਹੈ, ਆ ਕੇ ਚੱਲ ਪ੍ਰਾਰਥਨਾ ਕਰਦੇ ਉਹਨੂੰ ਠੀਕ ਕਰ ਦੇ। ਹਾਲੇਲੂਇਆ। ਹਾਲੇਲੂਇਆ। ਲੇਕਿਨ ਯੋਹੰਨਾ 5:19 ਚ ਯਿਸੂ ਮਸੀਹ ਨੇ ਕਿਹਾ ਪੁੱਤਰ ਆਪਣੇ ਆਪ ਤੋਂ ਕੁਝ ਨਹੀਂ ਕਰ ਸਕਦਾ, ਪਰ ਉਹੀ ਜੋ ਪਿਤਾ ਨੂੰ ਕਰਦਿਆਂ ਦੇਖਦਾ ਹੈ। ਪੁੱਤਰ ਆਪਣੇ ਆਪ ਤੋਂ ਕੁਝ ਨਹੀਂ ਕਰਦਾ, ਉਹੀ ਕਰਦਾ ਜੋ ਪਿਤਾ ਨੂੰ ਕਰਦਿਆਂ ਦੇਖਦਾ ਹੈ। ਔਰ ਜੋ ਪਿਤਾ ਨੂੰ ਕਰਦੇ ਦੇਖਦਾ ਹੈ ਪੁੱਤਰ ਉਹੀ ਕਰਦਾ ਹੈ। ਇਹੀ ਅਸਲੀ ਪੁੱਤਰ ਹੈ ਜਿਹੜਾ ਉਹੀ ਕਰੇ ਜਿਹੜਾ ਪਿਤਾ ਨੂੰ ਕਰਦੇ ਦੇਖਦਾ ਹੈ। ਜੇ ਤੁਸੀਂ ਸਾਰੀ ਗਲਤ ਕੰਮ ਕਰਦੇ ਕੀ ਤੁਸੀਂ ਪਿਤਾ ਨੂੰ ਕਰਦੇ ਤਾਂ ਦੇਖੇ ਯਿਸੂ ਮਸੀਹ ਸਾਡਾ ਪਿਤਾ ਹੈ ਕਿ ਜਦੋਂ ਇਦਾਂ ਕੰਮ ਕਰਦੇ ਦੇਖੇ ਜਿਹੜੇ ਗਲਤ ਕੰਮ ਕਰਦੇ ਜਰਾ ਸੋਚੋ ਕਿ ਕੀ ਪਿਤਾ ਨੇ ਤਾਂ ਕੀਤਾ ਹੀ ਫਿਰ ਉਹ ਕੰਮ ਕਰੋ ਜੇ ਤੁਹਾਨੂੰ ਲੱਗੇ ਵੀ ਹਾਂ ਬੱਚੇ ਚ ਵਿਸ਼ਵਾਸੀਆਂ ਨੇ ਤਾਂ ਕੀਤਾ ਹੋਏਗਾ। ਸਮਝ ਗਏ? ਆਮੇਨ। ਹਾਲੇਲੂਇਆ। ਹਾਲੇਲੂਇਆ। ਯਿਸੂ ਮਸੀਹ ਨੇ ਕਿਹਾ ਕਿ ਪੁੱਤਰ ਆਪ ਤੋਂ ਕੋਈ ਨਹੀਂ ਕਰਦਾ, ਉਹੀ ਕਰਦਾ ਜਿਹੜਾ ਪਿਤਾ ਨੂੰ ਕਰਦਿਆਂ ਦੇਖੇ। ਹਾਲੇਲੂਇਆ। ਹਾਲੇਲੂਇਆ। ਆਮੀਨ। ਅਬਰਾਹਮ ਨੇ ਕਿਹਾ ਜ਼ਰੂਰ ਹੈ ਪਿਤਾ ਪਰਮੇਸ਼ਰ ਨੇ ਆਪਣੇ ਪੁੱਤਰ ਯਿਸੂ ਨੂੰ ਕਿਹਾ ਹੋਏਗਾ ਤੇਰਾ ਮਿੱਤਰ ਲਾਜ਼ਰ ਮਰਨ ਵਾਲਾ ਹੈ, ਪਰ ਇਹ ਭਲੇ ਦੇ ਲਈ ਹੋਣ ਵਾਲਾ ਹੈ, ਇਸ ਲਈ ਤੂੰ ਘਰ ਨੂੰ ਛੱਡ ਦੇ ਤੇ ਦੂਰ ਚਲ ਜਾ। ਆਮੀਨ। ਆਮੇਨ। ਆਮੇਨ। ਪਿਤਾ ਨੇ ਯਿਸੂ ਮਸੀਹ ਨੂੰ ਕੀ ਕਿਹਾ? ਵਿਸ਼ਵਾਸੀ ਮਰਨ ਵਾਲਾ ਹੈ। ਉਹ ਵਿਸ਼ਵਾਸੀ ਜਿਹੜੇ ਘਰ 'ਚ ਤੇਰਾ ਆਣ ਜਾਣ ਬਹੁਤ ਹੈ ਹਨਾ, ਉਹ ਕਿੰਨਾ ਚਿਰ ਆਦਰ ਕਰਦੇ, ਉਹ ਬਿਮਾਰ ਆ ਜੋ ਮਰਨ ਵਾਲਾ, ਇਸ ਲਈ ਤੂੰ ਚਲ ਜਾ। ਕਿ ਏਦਾਂ ਨਾ ਹੋਏ ਕਿ ਜਿੱਥੇ ਰਵੇ ਤੇ ਉਹ ਤੈਨੂੰ ਬੁਲਾਣਾ, ਚੇਲਿਆਂ ਨੇ ਤੈਨੂੰ ਕਹੀ ਜਾਣਾ ਪ੍ਰਭੂ ਨੂੰ ਠੀਕ ਕਰ, ਪ੍ਰਭੂ ਨੂੰ ਠੀਕ ਕਰ। ਅੱਜ ਵੀ ਚੇਲੇ ਏਦਾਂ ਹੀ ਕਰਦੇ ਆ। ਆਮੇਨ। ਸੱਚੇ ਚੇਲੇ ਇਹੀ ਕਰਦੇ, ਪ੍ਰਭੂ ਨੂੰ ਫਰਮਾਇਸ਼ ਪਾਈ ਰੱਖਦੇ ਕੋਈ ਨਾ ਕੋਈ। ਪ੍ਰਭੂ ਮੇਰੀ ਭੈਣ ਨੂੰ ਠੀਕ ਕਰ, ਪ੍ਰਭੂ ਮੇਰੇ ਭਾਈ ਨੂੰ ਠੀਕ ਕਰ, ਪ੍ਰਭੂ ਏਦਾਂ ਕਰਦੇ, ਪ੍ਰਭੂ ਏਦਾਂ ਕਰਦੇ। ਉਹਨਾਂ ਨੂੰ ਨਾਲ ਹੀ ਲੈ ਕੇ ਚਲ ਗਿਆ ਵੀ ਇਹਨਾਂ ਨੇ ਫਰਮਾਇਸ਼ ਕਰਨੋਂ ਹਟਣਾ ਨਹੀਂ। ਹਾਲੇਲੂਇਆ। ਪਿਤਾ ਨੇ ਉਹਨੂੰ ਕਿਹਾ ਕਿ ਲਾਜ਼ਰ ਮਰਨ ਵਾਲਾ ਹੈ ਪਰ ਇਹ ਭਲੇ ਦੇ ਲਈ ਹੋਵੇਗਾ, ਇਸ ਲਈ ਤੂੰ ਘਰ ਨੂੰ ਛੱਡ ਦੇ, ਦੂਰ ਚਲੇ ਜਾ, ਕਿਉਂਕਿ ਤੈਨੂੰ ਉਸ ਦੇ ਲਈ ਪ੍ਰਾਰਥਨਾ ਕਰਨ ਦੇ ਲਈ ਜਾਂ ਉਸ ਨੂੰ ਚੰਗਾ ਕਰਨ ਦੇ ਲਈ ਕਿਹਾ ਜਾਵੇਗਾ ਅਤੇ ਮੈਂ ਨਹੀਂ ਚਾਹੁੰਦਾ ਕਿ ਤੂੰ ਇਹ ਕਰੇ। ਹਵਾਲਾ ਪੜ੍ਹ ਰਿਹਾ ਮੈਂ, ਦੇਖਿਆ ਕਿੰਨਾ ਅਜੀਬ ਲੱਗਦਾ ਹੈ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਆਮੀਨ। ਆਮੇਨ। ਹਾਲੇਲੂਇਆ। ਹਾਲੇਲੂਇਆ। ਸਭ ਚੀਜ਼ਾਂ ਉਹਨਾਂ ਲਈ ਜਿਹੜੇ ਪ੍ਰਭੂ ਨੂੰ ਪਿਆਰ ਕਰਦੇ ਰਲ ਕੇ ਭਲਾਈ ਕਰਦੀਆਂ। ਆਮੀਨ। ਇੱਕ ਭਾਈ ਦੀ ਮੈਂ ਗੱਲ ਸੁਣੀ, ਉਹ ਕਹਿੰਦਾ ਬਾਬੇ ਕੋਲ ਵੀ ਚੱਲ ਜਾਣਾ ਚਾਹੀਦਾ।
ਕਿ ਇਹਨਾਂ ਨੂੰ ਮਨਾ ਕੀਤਾ ਵੀ ਨਹੀਂ, ਕਹਿੰਦਾ ਨਹੀਂ ਸਭ ਚੀਜ਼ਾਂ ਰਲ ਕੇ ਭਲਾਈ ਕਰਦੀਆਂ, ਬਾਈਬਲ ਚ ਲਿਖਿਆ। ਮੈਂ ਬੱਲੇ ਇਹ ਵੀ ਭਲਾਈ ਆ, ਦੱਸ ਬਾਬੇ ਕੋ ਚਲ ਜਾ। ਦੇਖਿਆ ਵਚਨ ਦਾ ਕਿੰਨਾ ਗਲਤ ਨੂੰ ਆ ਰਿਹਾ ਆਮੇਨ ਵੀ ਬਾਬੇ ਕੋ ਵੀ ਚਲ ਜਾ, ਉਹ ਵੀ ਭਲਾਈ ਹੈ, ਬਾਈਬਲ ਚ ਲਿਖਿਆ। ਦੱਸ ਬਹੁਤ ਦੂਰ ਹੈ ਕੰਮ। ਇਹ ਹੈ ਕਿ ਜੀ ਵਚਨ ਨੂੰ ਪੂਰਾ ਕਰੋ, ਕੁਛ ਵੀ ਹੁੰਦਾ ਹੈ ਬੋਲਿਆ ਦੋ, ਇਹ ਆਖਿਰ ਤੇ ਤੁਹਾਡਾ ਭਲਾਈ ਕਰੇਗਾ। ਆਮੇਨ ਹਾਲੇਲੂਇਆ ਹਾਲੇਲੂਇਆ ਆਮੀਨ। ਸੁਣਦੇ ਤੇ ਕਿੰਨਾ ਮਜ਼ਾ ਆ ਰਿਹਾ ਇਸ ਕਹਾਣੀ ਵਿੱਚ। ਆਮੇਨ ਪ੍ਰਭੂ ਤੁਹਾਨੂੰ ਬਰਕਤ ਦੇਵੇ। ਹਾਲੇਲੂਇਆ 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 ਪਿਤਾ ਨੇ ਉਹਨੂੰ ਕਿਹਾ ਤੂੰ ਇੱਥੋਂ ਨਿਕਲ। ਹਾਲੇਲੂਇਆ ਹਾਲੇਲੂਇਆ। ਯਿਸੂ ਮਸੀਹ ਉਹਨੇ ਕਿਹਾ ਬਿਨਾਂ ਕਿਸੇ ਚੇਤਾਵਨੀ ਉਹਨਾਂ ਨੂੰ ਦਿੱਤੇ, ਬਿਨਾਂ ਜਾਂ ਦੱਸੇ ਉਥੋਂ ਘਰ ਤੋਂ ਦੂਰ ਚਲਾ ਗਿਆ, ਦੂਸਰੇ ਸ਼ਹਿਰ 'ਚ ਚਲਾ ਗਿਆ, ਉਥੋਂ ਘਰ ਨੂੰ ਛੱਡ ਕੇ, ਉਸ ਜਗ੍ਹਾ ਨੂੰ ਛੱਡ ਕੇ। ਨਬੀ ਨੇ ਕਿਹਾ ਦੇਖੋ ਜਿੱਦਾਂ ਯਿਸੂ ਮਸੀਹ ਨੇ ਘਰ ਨੂੰ ਛੱਡਿਆ ਹੈ, ਬਹੁਤ ਸੋਹਣਾ ਪੁਆਇੰਟ ਹੈ, ਬੜਾ ਸਾਦਾ ਪਰ ਬਹੁਤ ਜ਼ਰੂਰੀ। ਉਹਨੇ ਕਿਹਾ ਜਿੱਦਾਂ ਹੀ ਯਿਸੂ ਮਸੀਹ ਨੇ ਉਸ ਘਰ ਨੂੰ ਛੱਡਿਆ, ਉੱਥੇ ਮੁਸੀਬਤ ਆ ਗਈ। ਸੁਣਦੇ ਤੇ ਆਮੇਨ ਉਹਨੇ ਕਿਹਾ ਅਤੇ ਜਦੋਂ ਯਿਸੂ ਤੁਹਾਡੇ ਘਰ ਨੂੰ ਛੱਡਦਾ ਹੈ ਤਾਂ ਮੁਸੀਬਤ ਆਉਣ ਵਾਲੀ ਹੁੰਦੀ ਹੈ। ਆਮੇਨ ਬਸ ਚੇਤੇ ਰੱਖਣਾ, ਜਦੋਂ ਤੁਹਾਡੇ ਘਰ ਨੂੰ ਛੱਡਦਾ ਹੈ ਤਾਂ ਮੁਸੀਬਤ ਆਉਣ ਵਾਲੀ ਹੁੰਦੀ ਹੈ। ਸੁਣਦੇ ਭਾਈ, ਆਮੇਨ ਜਿੱਦਾਂ ਹੀ ਯਿਸੂ ਮਸੀਹ ਨੇ ਉਹਨਾਂ ਦੇ ਘਰ ਨੂੰ ਛੱਡਿਆ ਤੇ ਮੁਸੀਬਤ ਆ ਗਈ। ਹਾਲੇਲੂਇਆ ਹਾਲੇਲੂਇਆ ਆਮੀਨ। ਆਮੇਨ ਪ੍ਰਭੂ ਦਾ ਨਾਮ ਮਹਿਮਾ ਮਿਲੇ। ਆਮੇਨ। ਉਹ ਹੋ ਸਕਦਾ ਤੁਹਾਡੀ ਸੰਸਥਾ ਹੋਵੇ ਜਾਂ ਤੁਹਾਡਾ ਘਰ ਹੋਵੇ ਜਾਂ ਤੁਹਾਡਾ ਜੀਵਨ ਹੋਵੇ, ਕੋਈ ਵੀ ਚੀਜ਼ ਕਿਉਂ ਨਾ ਹੋਵੇ, ਜੇ ਯਿਸੂ ਮਸੀਹ ਉੱਥੋਂ ਨਿਕਲ ਗਿਆ ਇਹਦਾ ਮਤਲਬ ਇਹ ਮੁਸੀਬਤ ਆਉਣ ਵਾਲੀ ਹੈ। ਇਹਦਾ ਮਤਲਬ ਕੰਮ ਖਰਾਬ ਹੋਏਗਾ। ਇਸ ਲਈ ਕਦੇ ਏਦਾਂ ਨਾ ਹੋ ਲੈਣ ਦਿਓ ਵਿਸ਼ਵਾਸੀਓ ਕਿ ਯਿਸੂ ਮਸੀਹ ਤੁਹਾਡੇ ਘਰ ਨੂੰ ਛੱਡ ਕੇ ਚਲ ਜਾਏ। ਕਦੇ ਘਰ 'ਚ ਏਦਾਂ ਦਾ ਮਾਹੌਲ ਨਾ ਬਣਾਓ, ਕਦੇ ਘਰ ਨੂੰ ਏਦਾਂ ਦੀ ਹਾਲਤ 'ਚ ਨਾ ਡਿੱਗਣ ਦਿਓ ਕਿ ਇੱਥੇ ਯਿਸੂ ਮਸੀਹ ਛੱਡ ਕੇ ਚਲਾ ਜਾਏ। ਕਿਉਂਕਿ ਜੇ ਉਹ ਛੱਡ ਕੇ ਚਲਾ ਗਿਆ ਤੁਹਾਨੂੰ ਪਤਾ ਫਿਰ ਮੌਤ ਅੰਦਰ ਆ ਜਾਏਗੀ। ਇਬਰਾਹਿਮ ਨੇ ਕਿਹਾ ਇੱਕ ਸੰਦੇਸ਼, ਉਹਨੇ ਕਿਹਾ ਜੇ ਉਹ ਘਰ ਨੂੰ ਛੱਡ ਕੇ ਚਲਾ ਗਿਆ ਤਾਂ ਮੌਤ ਅੰਦਰ ਆ ਜਾਏਗੀ। ਤਾਈ ਜੀ ਉਹਨੇ ਕਿਹਾ ਲੇਲੇ ਦਾ ਲਹੂ ਲਗਾ ਕੇ ਰੱਖਿਓ, ਮੌਤ ਅੰਦਰ ਨਹੀਂ ਆਏਗੀ। ਆਮੇਨ ਲੇਲੇ ਦਾ ਲਹੂ ਯਿਸੂ ਮਸੀਹ ਦਾ ਵਚਨ ਹੈ। ਜੇ ਯਹੋਵਾ ਹੀ ਘਰ ਨਾ ਬਣਾਵੇ ਤੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ। ਜੇ ਤਾਂ ਯਹੋਵਾ ਹੀ ਸ਼ਹਿਰ ਦੀ ਰਾਖੀ ਨਾ ਕਰੇ ਤਾਂ ਰਾਖੇ ਦਾ ਜਾਗਣਾ ਵਿਅਰਥ ਹੈ। ਜੇ ਯਹੋਵਾ ਹੀ ਜੀਵਨਾਂ ਦੀ ਰਾਖੀ ਨਾ ਕਰੇ ਤੇ ਕੇਅਰ ਕਰਨ ਵਾਲਿਆਂ ਦਾ ਕੰਮ ਵਿਅਰਥ ਹੈ। ਯਿਸੂ ਮਸੀਹ ਘਰ ਛੱਡ ਕੇ ਗਿਆ, ਉੱਥੇ ਮੌਤ ਆ ਗਈ। ਕੋਈ ਸਾਡੇ ਚੋਂ ਨਾ ਹੋਏ ਜਿਹਦੇ ਘਰ ਨੂੰ ਯਿਸੂ ਮਸੀਹ ਛੱਡ ਕੇ ਚਲ ਜਾਏ। ਕਿੰਨੇ ਚਾਹੁੰਦੇ ਕਿ ਯਿਸੂ ਮਸੀਹ ਸਦਾ ਹੀ ਸਾਡੇ ਘਰ 'ਚ ਰਵੇ? ਤਾਂ ਫਿਰ ਉਹ ਵਚਨ ਹੈ, ਤਾਂ ਉਹਨੂੰ ਆਦਰ ਦੇਣਾ ਪੈਣਾ, ਉਹ ਕਾਇਮ ਰੱਖਣਾ ਪੈਣਾ, ਉਹਨੂੰ ਸਥਾਨ ਦੇਣਾ ਪੈਣਾ ਆਪਣੇ ਘਰ 'ਚ। ਕਿੰਨਾ ਖੁਸ਼ ਹੈ ਇਹਦੇ ਅੰਦਰ। ਹਾਲੇਲੂਇਆ ਪ੍ਰਭੂ ਦਾ ਨਾਮ ਮਹਿਮਾ ਮਿਲੇ। ਆਮੇਨ। ਗੁਰੂ ਨੇ ਕਿਹਾ ਅੱਜ ਬਹੁਤ ਸਾਰੇ ਚਰਚ ਕਲੀਸਿਆਵਾਂ ਦੁਵਿਧਾ 'ਚ ਮੁਸੀਬਤਾਂ 'ਚ ਪਏ ਹੋਏ ਆ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਮਸੀਹ ਉਹਨਾਂ ਦੇ ਚਰਚ 'ਚ ਹੀ ਹੈ, ਪਰ ਉਹਨੇ ਕਿਹਾ ਉਹ ਛੱਡ ਕੇ ਜਾ ਚੁੱਕਾ ਹੈ। ਕਈ ਘਰ ਪਰੇਸ਼ਾਨੀਆਂ 'ਚ ਹੈ, ਆਮੇਨ ਕਈ ਘਰ ਮੌਤ ਦੇ ਸ਼ੈਤਾਨ ਦੇ ਅਧੀਨ ਆ ਚੁੱਕੇ ਹਨ ਜੋ ਕਿ ਯਿਸੂ ਮਸੀਹ ਉਹਨਾਂ ਘਰਾਂ ਨੂੰ ਛੱਡ ਕੇ ਜਾ ਚੁੱਕਾ ਹੈ। ਆਮੇਨ ਪਰ ਕਈ ਸੰਸਥਾਵਾਂ ਮਿਸ਼ਨਾਂ ਚਰਚ ਕਿਉਂ ਮਸੀਹ ਟਰਬਲ ਹੋਏ ਆ, ਆਮੇਨ ਕਿਉਂ ਪਰੇਸ਼ਾਨੀਆਂ 'ਚ ਹਨ, ਕਿਉਂ ਉਥਲ ਪੁਥਲ 'ਚ ਘੁੰਮ ਰਹੇ ਆ, ਕਿਉਂ ਵਚਨ ਦੀ ਸੇਧਤਾ 'ਚ ਨਹੀਂ ਹੈ, ਕਿਉਂ ਉਤਰਾਅ ਚੜਾਅ ਔਰ ਸਭ ਕੁਝ ਜਿੱਦਾਂ ਕਿਉਂ? ਕਿਉਂਕਿ ਯਿਸੂ ਮਸੀਹ ਛੱਡ ਕੇ ਜਾ ਚੁੱਕਾ। ਹੁਣ ਮੁਸੀਬਤਾਂ ਅੰਦਰ ਆ ਚੁੱਕੀਆਂ ਹੋਈਆਂ ਹੈ ਕਿ ਇਸ ਯੁੱਗ ਦੇ ਦੁਨੀਆ ਦੇ ਹਾਲਾਤਾਂ ਨੇ ਯਿਸੂ ਮਸੀਹ ਨੂੰ ਦਰਵਾਜ਼ੇ 'ਚੋਂ ਬਾਹਰ ਨਹੀਂ ਕੱਢਿਆ। ਲੋਦੀਕਿਆ ਦੇ ਯੁੱਗ 'ਚੋਂ ਬਾਹਰ ਖੜਾ ਕਰਵਾਉਂਦਾ ਹੈ ਤੇ ਜਦੋਂ ਉਹ ਬਾਹਰ ਹੈ ਤਾਂ ਫਿਰ ਚਾਹੇ ਕਲੀਸਿਆ ਹੋਏ, ਦੇਸ਼ ਹੋਣ, ਸ਼ਹਿਰ ਹੋਣ ਜਾਂ ਵਿਸ਼ਵਾਸੀਆਂ ਦੇ ਜੀਵਨ ਹੋਣ, ਜਿਸ ਜੀਵਨ 'ਚ ਮਸੀਹ ਨਹੀਂ ਹੈ ਜਾਂ ਜਿਸ ਚਰਚ 'ਚ ਮਸੀਹ ਨਹੀਂ ਜਾਂ ਜਿਸ ਦੇਸ਼ 'ਚ ਮਸੀਹ ਨਹੀਂ ਹੈ, ਉਹ ਜੀਵਨ ਔਰ ਚਰਚ ਉਹ ਦੇਸ਼ ਔਰ ਸ਼ਹਿਰ ਕਦੇ ਸਥਿਰ ਖੜਾ ਨਹੀਂ ਰਹਿ ਸਕਦਾ, ਕਦੇ ਖੜਾ ਨਹੀਂ ਰਹਿ ਸਕਦਾ। ਇਸ ਲਈ ਦੁਨੀਆ, ਇਹ ਸੰਸਾਰ ਦੀਆਂ ਤਾਕਤਾਂ ਇਸ ਦੇਸ਼ ਨੂੰ, ਇਹਨਾਂ ਦੁਨੀਆ ਨੂੰ ਆਫਤਾਂ ਦੇ ਆਉਣ ਤੋਂ ਕਿੰਨਿਆਂ ਵੀ ਰੱਜ ਕੇ ਕੋਸ਼ਿਸ਼ ਕਰ ਲੈਣ, ਉਹ ਨਹੀਂ ਕੰਟਰੋਲ ਕਰ ਪਾਣਗੀਆਂ ਕਿਉਂਕਿ ਉਹਨਾਂ ਨੇ ਮਸੀਹ ਨੂੰ ਬਾਹਰ ਕੱਢਿਆ ਹੈ ਜਿਹੜਾ ਹਰ ਹਾਲਾਤ ਨੂੰ ਕੰਟਰੋਲ ਕਰਨ ਵਾਲਾ ਹੈ। ਕਿਹਨੇ ਸਮਝਦੇ, ਕਿਹਨੇ ਵਿਸ਼ਵਾਸ ਕਰ ਰਹੇ, ਕਿਹਨੇ ਸੁਣ ਰਹੇ ਧਿਆਨ ਦੇ ਨਾਲ। ਹਾਲੇਲੂਇਆ। ਕਿਸੇ ਵੀ ਹਾਲਾਤ ਦੇ ਨਾਲ ਹਾਲਾਤ ਕੰਟਰੋਲ 'ਚ ਨਹੀਂ ਹੋ ਸਕਦੇ ਮਸੀਹ ਨੂੰ ਬਾਹਰ ਕੱਢ ਕੇ। ਜੇ ਹਾਲਾਤ ਕੰਟਰੋਲ 'ਚ ਲੈਣਾ ਚਾਹੁੰਦੇ ਹੋ ਤਾਂ ਫਿਰ ਮਸੀਹ ਦੇ ਲਈ ਪੂਰਾ ਦਰਵਾਜ਼ਾ ਖੋਲ ਦਿਓ।
ਉਹ ਜਦ ਅੰਦਰ ਆਏਗਾ ਤਾਂ ਹਾਲਾਤ ਬਦਲ ਸਕਦੇ ਆ। ਆਮੇਨ 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 ਕਿੰਨੇ ਆਮੀਨ ਕਹਿ ਸਕਦੇ ਆ? ਇਸ ਦੁਨੀਆ ਦੀ ਸਾਰੀ ਵਿਵਸਥਾ ਡਗਮਗਾ ਕਿਉਂ ਗਈ? ਯਿਸੂ ਕਿੱਥੇ ਆ? ਕਿਉਂ ਨਹੀਂ? ਇੱਕੋ ਹੀ ਚੀਜ਼ ਖੜੀ ਆ, ਉਹ ਲਾੜੀ ਸਹੀ ਖੜੀ ਹੈ, ਕਿਉਂਕਿ ਲਾੜੀ ਨੇ ਆਪਣੇ ਅੰਦਰ ਉਹ ਵਚਨ ਨੂੰ ਜਗ੍ਹਾ ਦਿੱਤੀ ਹੋਈ ਹੈ। ਆਮੀਨ। ਸਾਰੀ ਦੁਨੀਆ ਡਗਮਗਾ ਜਾਏਗੀ, ਵਚਨ ਚ ਲਿਖਿਆ ਇੱਕ ਵੀ ਕੰਧ ਖੜੀ ਨਹੀਂ ਰਹੇਗੀ, ਪਰ ਇੱਕ ਵੀ ਵਿਸ਼ਵਾਸੀ ਡਿੱਗੇਗਾ ਨਹੀਂ। ਆਮੀਨ। ਆਮੇਨ 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 ਇੱਕ ਕੰਧ ਖੜੀ ਨਹੀਂ ਰਹੇਗੀ और एक भी विश्वासी डिगेगा नहीं, वो जिन्हें मसीह ਨੂੰ ਅੰਦਰ ਆਣਾ ਦਿੱਤਾ ਹੈ। हालेलुया। हर एक बड़ी बड़ी बिल्डिंग ढह जाएगी, बड़े बड़े हथियार जहाज सब चीज़ां गिर जाएंगियां, वो जिन्होंने मसीह ਨੂੰ बाहर ਕੱਢਿਆ ਹੈ। हालेलुया हालेलुया। प्रभु ਦੇ ਨਾਮ ਮਹਿਮਾ ਮਿਲੇ। ਜਰਾ ਸੋਚੋ, ਇਸ ਉੱਤੇ ਧਿਆਨ ਦਿਓ। ਜੇ ਤੁਸੀਂ ਚਾਹੁੰਦੇ ਹੋ ਕਿ ਥਰਥਰਾਣਾ ਹਟ ਜਾਏ, ਪਰੇਸ਼ਾਨੀਆਂ ਹਟ ਜਾਣ, ਤਾਂ ਫਿਰ ਦੇਖੋ ਮਸੀਹ ਕਿੱਥੇ ਹੈ। क्यों ये सब दुविधा चहान? अब्राहम ने क्या है? क्योंकि वो परमेश्वर की हजूरी ਨੂੰ ਖੁੰਝ ਚੁੱਕੇ ਆ। ਉਹਦੇ ਤੋਂ ਉਹ ਸੋਚਦੇ ਆ ਕਿ ਯਿਸੂ ਮਸੀਹ ਨਾਲ ਹੀ ਆ ਉਹਨਾਂ ਦੇ, ਉਹ ਸਾਰੇ ਭੁਲੇਖੇ 'ਚ ਹੀ ਰਹਿੰਦੇ ਆ। ਬਹੁਤਿਆਂ ਨੂੰ ਭੁਲੇਖਾ ਹੀ ਹੈ ਕਿ ਯਿਸੂ ਨਾਲ ਹੀ ਹੈ। ਹਾਲੇਲੂਇਆ ਹਾਲੇਲੂਇਆ। ਕਿ ਉਹ ਉਹਨਾਂ ਦੇ ਨਾਲ ਨਹੀਂ ਹੈ। ਬਹੁਤਿਆਂ ਨੂੰ ਭੁਲੇਖਾ ਹੀ ਹੈ ਕਿ ਹੈਗਾ, ਪਰ ਉਹ ਨਹੀਂ ਹੈ। ਉਹਨੇ ਕਿਹਾ ਕੀ ਤੁਹਾਨੂੰ ਯਾਦ ਹੈ ਜਦੋਂ 12 ਸਾਲ ਦਾ ਸੀ ਤੇ ਯੂਸਫ ਤੇ ਮਰੀਮ ਉਹਨੂੰ ਉੱਥੇ ਤਿਉਹਾਰ ਤੇ ਲੈ ਕੇ ਗਏ? ਕਹਿੰਦੇ ਕੁਛ ਤੇ ਤਿਉਹਾਰ ਉੱਤੇ ਔਰ ਬਹੁਤ ਜ਼ਿਆਦਾ ਭੀੜ ਹੋ ਗਈ, ਰਸ਼ ਹੋ ਗਿਆ। ਉੱਥੋਂ ਵਾਪਸ ਜਦੋਂ ਆਏ 3 ਦਿਨ ਸਫ਼ਰ ਕਰ ਲਿਆ ਤੇ ਮੁੰਡਾ ਨਾਲ ਹੈ ਹੀ ਨਹੀਂ। ਪਤਾ ਉਹਨਾਂ ਨੇ ਕੀ ਸੋਚਿਆ, ਸ਼ਾਇਦ ਰਿਸ਼ਤੇਦਾਰਾਂ ਦੇ ਨਾਲ ਹੋਏਗਾ ਜਿਹੜੇ ਪਿੱਛੇ ਤੁਰੇ ਆ ਰਹੇ ਆ। 3 ਦਿਨ ਏਦਾਂ ਹੀ ਤੁਰੇ ਰਹੇ, ਇਸੇ ਭੁਲੇਖੇ ਨਾਲ ਕਿ ਉਹ ਨਾਲ ਹੀ ਹੈ। ਕਿੰਨੇ ਸਮਝ ਲੱਗੀ? ਹਾਲੇਲੂਇਆ ਆਮੀਨ। ਧਿਆਨ ਨਾਲ ਸੁਣਿਓ। ਅਤੇ ਉਹਨਾਂ ਨੇ ਸੋਚਿਆ ਕਿ ਹੋ ਸਕਦਾ ਹੈ, ਬਸ ਇਹ ਮੰਨ ਕੇ ਚੱਲਦੇ ਰਹੇ ਕਿ ਯਿਸੂ ਜ਼ਰੂਰ ਉਹਨਾਂ ਦੇ ਸਾਕ ਸੰਬੰਧੀਆਂ ਨਾਲ ਹੋਵੇਗਾ। ਹਾਲੇਲੂਇਆ। ਅਸੀਂ ਇਹ ਨਹੀਂ ਕਰ ਸਕਦੇ। ਜਦੋਂ ਆਪਣੇ ਸਾਕ ਸੰਬੰਧੀਆਂ ਵਿੱਚ ਉਸ ਨੂੰ ਲੱਭਣ ਲਈ ਆਏ ਤਾਂ ਉਹ ਉੱਥੇ ਨਹੀਂ ਸੀ। ਉਹ ਧਿਆਨ ਨਾਲ ਸੁਣਿਓ। ਇਹ ਕਿੰਨੀ ਵੀ ਦੁविधा ਦੀ ਵਾਲੀ ਗੱਲ ਨਹੀਂ, ਇਹ ਕਿੰਨੇ ਕਨਫਿਊਜ਼ ਉਹ ਆ, ਕਿੰਨਾ ਵੱਡਾ ਭੁਲੇਖਾ ਆ ਕਿ ਮੰਨ ਕੇ ਇਹ ਚੱਲਦੇ ਯਿਸੂ ਨਾਲ ਹੀ ਹੈ, ਪਰ ਉਹ ਨਹੀਂ ਸੀ। ਮੰਨ ਕੇ ਇਹ ਚੱਲਦੇ ਕਿ ਯਿਸੂ ਨਾਲ ਹੀ ਆ, ਪਰ ਉਹ ਨਾਲ ਨਹੀਂ ਸੀਗਾ। ਹਾਲੇਲੂਇਆ ਹਾਲੇਲੂਇਆ। ਮੇਰੇ ਭਰਾਵੋ, ਯਿਸੂ ਮਸੀਹ ਨਾਲ ਹੈ ਜਾਂ ਨਹੀਂ, ਸਾਨੂੰ ਜ਼ਰੂਰ ਇਹਦੇ ਪ੍ਰਤੀ ਕਨਫਰਮ ਹੋਣਾ ਚਾਹੀਦਾ ਹੈ। ਸੋਚਣਾ ਤੁਹਾਡੀ ਜ਼ਿੰਮੇਵਾਰੀ ਹੈ। ਇਹਨੂੰ ਲੈਣਾ ਕਿੱਦਾਂ, ਇਸ ਗੱਲ ਨੂੰ ਤੁਹਾਡੀ ਜ਼ਿੰਮੇਵਾਰੀ। ਮੈਂ ਵਚਨ ਪ੍ਰਚਾਰ ਕਰਨਾ ਜ਼ਿੰਮੇਵਾਰ ਹਾਂ, ਔਰ ਮੈਂ ਜਾਣਦਾ ਕਿ ਨਬੀ ਕੀ ਕਹਿਣਾ ਚਾਹੁੰਦਾ ਹੈ। ਹਰ ਇੱਕ ਨੂੰ ਸੋਚਣ ਦੀ ਲੋੜ ਹੈ, ਕਨਫਰਮ ਹੋਵੋ। ਕਿਉਂਕਿ ਯਿਸੂ ਮਸੀਹ ਨਾਲ ਹੁੰਦਾ, ਉਹਦੀ ਹਜ਼ੂਰੀ ਨਾਲ ਹੁੰਦੀ ਹੈ। ਉਹ ਤੁਹਾਨੂੰ ਨਵੀਂ ਰਚਨਾ ਬਣਾ ਕੇ ਰੱਖਦਾ, ਤੁਹਾਨੂੰ ਸੰਭਾਲੇ ਰੱਖਦਾ। ਉਹ ਤੁਹਾਨੂੰ ਸੰਸਾਰ ਦੇ ਵਿੱਚ ਡਿੱਗਣ ਨਹੀਂ ਦੇਵੇਗਾ। ਜੇ ਉਹ ਨਾਲ ਹੈ ਤਾਂ ਉਹਦਾ ਸਬੂਤ ਹੁੰਦਾ ਹੈ। ਕਨਫਰਮ ਹੋਣਾ ਚਾਹੀਦਾ ਕਿ ਮਸੀਹ ਨਾਲ ਹੈ ਜਾਂ ਨਹੀਂ। ਜੇ ਨਹੀਂ ਹੈ ਤੇ ਵਾਪਸ ਲੱਭ ਲਓ ਉਹਨੂੰ ਜਾ ਕੇ, ਲੇਕਿਨ ਏਦਾਂ ਤੁਰੇ ਨਾ ਰਹੋ, ਪਤਾ ਲੱਗੇ ਲਾਸਟ ਤੇ ਉਹ ਤੇ ਹੈ ਹੀ ਨਹੀਂ। ਜੇ ਇਹਨਾਂ ਨੂੰ ਪਤਾ ਲੱਗਿਆ ਕਿ ਉਹ ਤੇ ਨਾਲ ਹੈ ਹੀ ਨਹੀਂ ਸੀਗਾ। ਹਾਲੇਲੂਇਆ ਹਾਲੇਲੂਇਆ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਆਮੀਨ ਆਮੀਨ। ਉਹ ਨਾਲ ਨਹੀਂ ਸੀ, ਉਹਦੀ ਹਜ਼ੂਰੀ ਹੁੰਦੀ ਆ ਕੋਈ, ਉਹਦੇ ਨਾਲ ਹੋਣ ਦਾ ਕੋਈ ਸਬੂਤ ਹੁੰਦਾ ਹੈ। ਉਹ ਕੋਈ ਫੋਟੋ ਨਹੀਂ ਹੈ ਪਰਸ ਚ ਪਾਈ ਤੇ ਹੈ ਹੀ ਨਾਲ। ਯਿਸੂ ਮਸੀਹ ਦੇ ਨਾਲ ਹੋਣ ਦਾ ਸਬੂਤ ਹੁੰਦਾ, ਉਹਦੀ ਕੋਈ ਮੌਜੂਦਗੀ ਹੁੰਦੀ, ਉਹਦਾ ਕੋਈ ਵਾਤਾਵਰਣ ਹੁੰਦਾ, ਉਹਦਾ ਕੋਈ ਮਸਾ ਹੁੰਦਾ। ਉਹ ਇੱਕ ਤਬਦੀਲ ਕਰ ਦੇਣ ਵਾਲੀ ਸ਼ਕਤੀ ਹੈ। ਜਦੋਂ ਉਹ ਆਉਂਦਾ ਆ ਤੁਹਾਡੇ ਨਾਲ ਚੱਲੇ, ਉਹ ਤੁਹਾਡੇ ਬੰਦੇ ਦੇ ਨਾਲ ਚੱਲੇ, ਇੱਕ ਵਿਸ਼ਵਾਸਨ ਭੈਣ ਦੇ ਨਾਲ ਚੱਲੇ, ਵਿਸ਼ਵਾਸੀ ਭਾਈ ਦੇ ਨਾਲ ਚੱਲੇ। ਔਰ ਏਦਾਂ ਹੋ ਨਹੀਂ ਸਕਦਾ, ਏਦਾਂ ਹੋ ਨਹੀਂ ਸਕਦਾ ਕਿ ਉਹ ਬੰਦਾ ਇੱਕ ਅਲੱਗ ਦੁਨੀਆ ਤੋਂ ਅਲੱਗ ਤਜਰਬੇ ਨਾਲ ਭਰਿਆ ਹੋਇਆ ਨਾ ਹੋਵੇ। ਨਹੀਂ ਤੇ ਚਰਚ 'ਚ ਬਹੁਤ ਸਾਰੇ ਵਿਸ਼ਵਾਸੀ ਇਸੇ ਭੁਲੇਖੇ 'ਚ ਰਹਿੰਦੇ ਆ, ਖਰੇ ਉਹ ਨਾਲ ਹੀ ਹੈ। ਜਿਹਨੂੰ ਮਰਜੀ ਪੁੱਛੋ ਕਿ ਕੋਈ ਕਹੇਗਾ ਮੇਰੇ ਨਾਲ ਨਹੀਂ ਹੈ? ਹਰ ਕੋਈ ਕਹੇਗਾ। ਅਨੀਲ ਕਾਂਤਵੀ ਨੇ ਵੀ ਇਹ ਗੀਤ ਗਾਇਆ, ਯਿਸੂ ਮੇਰੇ ਨਾਲ ਹੈ, ਯਿਸੂ ਮੇਰੇ ਅੰਦਰ ਹੈ,
सुनिया थी? यीशु को मैं पहने हूँ, मुझ में वो जिंदा है। लेकिन जो ਉਹਦੇ ਅੱਗੇ ਬਚਨ ਲਿਆਓ, ਫਿਰ ਤੁਸੀਂ ਉਹਦਾ ਬਪਤਿਸਮਾ ਚੈੱਕ ਕਰੋ, ਉਹਨਾਂ ਦੇ ਕੱਪੜੇ ਚੈੱਕ ਕਰੋ, ਉਹਦੀ ਕੁੜੀ ਦੀ ਸ਼ਾਦੀ ਹੋਈ ਤੇ ਉਹਦਾ ਡਰੈਸ ਚੈੱਕ ਕਰੋ, ਕਿਉਂਕਿ ਉਹਨੇ ਖੁਸ਼ੀ ਨਾਲ ਗੀਤ ਗਾਇਆ, ਯਿਸੂ ਮੇਰੇ ਸਾਥ ਹੈ। ਕੀ ਲੱਗਦਾ ਨਹੀਂ ਬਿਲਕੁਲ ਉਸੇ ਹੀ ਤਰ੍ਹਾਂ ਜਿੱਦਾਂ ਇਹ ਮਰੀਮ ਤੇ ਯੂਸੁਫ ਨੂੰ ਭੁਲੇਖਾ ਆਈ, ਉਹ ਵੀ ਗਾਉਂਦੇ ਗਾਉਂਦੇ ਜਾਂਦੇ ਯਿਸੂ ਮੇਰੇ ਸਾਥ ਹੈ। ਤੇ ਦੇਖਿਆ ਤੇ ਹੈ ਨਹੀਂ, ਪਿਛਲੇ 3 ਦਿਨਾਂ ਤੋਂ ਛੱਡ ਕੇ ਆਇਆ ਨਹੀਂ। ਸਮਝੇ? ਅੱਜ ਵੀ ਹਜ਼ਾਰਾਂ ਹੀ ਚਰਚ ਹੈ, ਪਰ ਉਹ ਲੱਗਦਾ ਯਿਸੂ ਮੇਰੇ ਸਾਥ ਹੈ। ਪਰ ਯਿਸੂ ਮਸੀਹ ਵਚਨ ਹੈ। ਲੇਕਿਨ ਕੋਈ ਸਾਡੇ ਚਰਚ ਦਾ, ਖਾਸ ਕਰ ਇਸ ਚਰਚ ਦਾ, ਵਰਲਡ ਰਾਈਟ ਟੈਬਰਨੈਕਲ ਚਰਚ ਦਾ ਕੋਈ ਵਿਸ਼ਵਾਸੀ ਇਸ ਭੁਲੇਖੇ ਚ ਨਾ ਰਹੇ ਯਿਸੂ ਮੇਰੇ ਸਾਥ ਹੈ। ਯਿਸੂ ਜੇ ਸਾਥ ਹੈ, ਫਿਰ ਉਹਦੀ ਮੌਜੂਦਗੀ ਦਾ, ਉਹਦੀ ਹਜ਼ੂਰੀ ਦਾ ਤਜਰਬਾ ਤੁਹਾਡੇ ਜੀਵਨ ਚ ਕਿਉਂ ਨਹੀਂ ਹੈ? ਔਰ ਇਹ ਹੋਣ ਦਾ ਸਬੂਤ ਕਿੱਥੇ ਹੈ? ਦਿਖਾਓ। ਇਹ ਤੇ ਫਿਰ ਜਿੰਨੇ ਮਰਜ਼ੀ ਗੀਤ ਗਾਈ ਜਾਓ, ਨੀਲ ਕਾਂਤ ਯਿਸੂ ਮੇਰੇ ਸਾਥ ਹੈ। हालेलुया, हालेलुया। प्रभु का नाम महिमा मिले। आमीन। पता जी दे उस साथ ही मूसा ने उन्हें कहा यहोवा इंज फरमांदा है, इस तरह हो जाए और उस तरह ही हुंदा, ऐदा हो जाए ऐदा ही हुंदा, जो कुछ बोल देवे। यीशु मेरे साथ है, पतरस कह सकता है। यीशु मेरे साथ है, पौलुस कह सकता है। आमीन कह सकते हैं। आमीन। हालेलुया, हालेलुया। दोबारा क्या विश्वासी जेड़ा कन्फर्म हो के कवे यीशु मेरे साथ है। आमीन, हालेलुया। ये जिन्हां ਨੂੰ ਇਹ ਉਹ ਰਿਸ਼ਤੇਦਾਰਾਂ ਨਾਲ ਹੋਣਾ ਆ, ਰਿਸ਼ਤੇਦਾਰ ਤੇ ਨਾ ਟਿਕੋ, ਨਹੀਂ ਸੱਚ ਹੋ ਸਕਦਾ ਬਾਅਦ ਚ ਪਤਾ ਲੱਗੇ ਰਿਸ਼ਤੇਦਾਰ ਕੋ ਵੀ ਨਹੀਂ ਸੱਚ। ਤੇ ਆਮੀਨ ਕਹਿ ਸਕਦੇ ਆ। ਇਸ ਲਈ ਕਲੀਸਿਆ ਦੇ ਦੂਜੇ ਤੇ ਨਾ ਟਿਕੋ। ਇਹ ਵੀ ਨਾ ਸੋਚੋ ਕਿ ਸਾਡੇ ਪਾਸਟਰ ਨਾਲ ਹੈਗਾ ਬਸ ਬਹੁਤ ਹੈ। ਸਾਡੇ ਨਾਲ ਵੀ ਨਹੀਂ। आओ एक थोड़ा गहरा चलिए और एक कभी कि वो मेरे नाल है। आमीन। साडे च ज्यादा आ जांदे आ। आमीन। सच क्यों मेरे नाल है? क्योंकि वो निजी चलदा है। किने आमीन कह सकते हैं। अलग-अलग पहलू इन्हां दे नाल है ही नहीं ते मन के चलदे भी वो है ते कईयां दे नाल वो तुर रिहा ही ते उन्हां नूं पता ही नहीं कि वही है। आमीन। मोस दे राह ते ये सबसे ਉਹਦੇ ਨਾਲ ਚੱਲ ਰਿਹਾ ਹੈ ਤੇ ਉਹਨੂੰ ਪਤਾ ਹੀ ਨਹੀਂ ਹੋਇਆ। ਹਾਲੇਲੂਇਆ, ਹਾਲੇਲੂਇਆ, ਆਮੀਨ। ਇਸ ਲਈ ਤੁਹਾਨੂੰ ਪਤਾ ਉਹਦੇ ਪ੍ਰਤੀ ਕਨਫਰਮ ਹੋਣਾ ਕਿੰਨੀ ਜ਼ਰੂਰੀ ਹੈ। ਆਮੀਨ। ਕਿੰਨਾ ਜ਼ਰੂਰੀ ਹੈ ਕਿ ਕਨਫਰਮ ਹੋਏ ਉਹ ਹੈਗਾ ਨਾਲ ਕਿ ਨਹੀਂ, ਜੋ ਹੈ ਆ ਤੇ ਉਹਦਾ ਕੀ ਸਬੂਤ ਹੈ ਕਿ ਜੇ ਉਹਨੂੰ ਪਛਾਣਦੇ। ਇੱਥੇ ਇਹ ਆ ਜਿਹਨਾਂ ਨਾਲ ਹੈ ਹੀ ਨਹੀਂ ਤੇ ਇਹ ਮੰਨ ਕੇ ਚੱਲੇ ਕਿ ਨਾਲ ਹੈਗਾ ਆ, ਤੇ ਦੂਸਰੇ ਪਾਸੇ ਮੌਸ ਦੇ ਰਾਹ ਤੇ ਉਹ ਚੇਲੇ ਆ ਉਹਨਾਂ ਦੇ ਨਾਲ ਹੀ, ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹੀ ਹੈ। ਇਸ ਲਈ ਯਿਸੂ ਮਸੀਹ ਦਾ ਨਾਲ ਹੋਣਾ ਇਹ ਕਿੰਨਾ ਕਨਫਰਮੇਸ਼ਨ ਮੰਗਦਾ ਆ। ਜਾਓ ਭੈਣੋ ਭਰਾਵੋ ਆਪਣੇ ਆਪ ਨੂੰ ਬਚਨ ਦੇ ਸ਼ੀਸ਼ੇ ਚੈੱਕ ਕਰੋ ਔਰ ਦੇਖੋ ਭਲਾ ਕਿ ਉਹ ਮੇਰੇ ਨਾਲ ਹੈ ਜਾਂ ਨਹੀਂ। ਕਿਉਂਕਿ ਪਰਮੇਸ਼ਰ ਭੁਲੇਖਿਆ ਚ ਨਹੀਂ, ਉਹ ਕਨਫਰਮੇਸ਼ਨ ਚ ਵਾਸ ਕਰਦਾ ਹੈ। ਕੀ ਹੁੰਦਾ ਜੇ ਉੱਥੇ ਸਾਰਿਆਂ ਨੂੰ ਭੁਲੇਖਾ ਹੀ ਰਹਿੰਦਾ, ਡੈਡੀ ਨੇ ਲਾ ਲਿਆ ਹੋਣਾ ਲਹੂ ਤੇ ਡੈਡੀ ਸੋਚੇ ਮੁੰਡੇ ਨੇ ਲਾ ਲਿਆ ਹੋਣਾ, ਉਹ ਸੋਚੇ ਮੰਮੀ ਨੇ ਲਾ ਲਿਆ ਹੋਣਾ, ਫਿਰ ਮੁੜ ਕੇ ਪਤਾ ਲੱਗੇ ਦੂਤ ਆਇਆ ਉੱਥੇ ਮੌਤ ਹੋ ਗਈ। ਕਨਫਰਮ ਹੋਣਾ ਚਾਹੀਦਾ ਕਿ ਲਹੂ ਲੱਗਿਆ ਜਾਂ ਨਹੀਂ। ਕਿੰਨੇ ਆਮੀਨ ਕਹਿ ਸਕਦੇ ਆ? ਆਮੀਨ। ਬਿਲਾ ਦਾ ਵੀ ਸਭ ਸੁਣਨੇ ਹੋ ਧਿਆਨ ਦੇ। ਹਾਲੇਲੂਇਆ। ਤੁਹਾਨੂੰ ਬਹੁਤ ਬਰਕਤ ਹੋਈ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਆਲਮ ਨੇ ਪਤਾ ਕੀ ਕਿਹਾ? ਉਹਨੇ ਕਿਹਾ ਸਾਨੂੰ ਹਰ ਇੱਕ ਦਿਨ ਹਰ ਇੱਕ ਮਿੰਟ ਉਹਦੇ ਨਾਲ ਸੰਪਰਕ ਰੱਖਣਾ ਚਾਹੀਦਾ ਹੈ। ਹਾਲੇਲੂਇਆ। ਉਹਦੇ ਨਾਲ ਸੰਪਰਕ ਚ ਰਹੋ ਤਾਂ ਕਿ ਪਤਾ ਲੱਗੇ ਉਹ ਨਾਲ ਹੀ ਹੈ, ਉਹ ਹੈਗਾ ਹੈ। ਇਹ ਸੰਪਰਕ ਹੁੰਦਾ ਹੈ। ਉਹ ਰਹਿਮ ਕਰੇ। ਆਮੀਨ। ਸਿਰਫ ਸੰਗਤੀ ਵਾਲੇ ਦਿਨ ਹੀ ਉਹਦੇ ਨਾਲ ਹੋਣ ਦਾ ਸਬੂਤ ਨਾ ਦੇਖੀਏ। ਹਰ ਇੱਕ ਮਿੰਟ ਉਹਨੇ ਕਿਹਾ ਹਰ ਇੱਕ ਪਲ ਤੁਹਾਡੇ ਸੰਪਰਕ ਚ ਹੋਣਾ ਚਾਹੀਦਾ ਹੈ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਆਮੀਨ, ਆਮੀਨ। ਬਹੁਤ ਸਾਰੇ ਨੇ ਕੈਸੇ ਭੁਲੇਖੇ ਚ ਹਨ ਕਿ ਸ਼ਾਇਦ ਉਹ ਨਾਲ ਹੈ। ਉਹਨੇ ਕਿਹਾ ਅੱਜ ਸੰਸਥਾਵਾਂ ਦੇ ਨਾਲ ਕੀ ਧੋਖਾ ਆ। ਉਹ ਪੁਰਾਣੇ ਜੋ ਉਹਨਾਂ ਨੇ ਬਜ਼ੁਰਗਾਂ ਨੇ ਕੰਮ ਕਰ ਦਿੱਤਾ ਉਸੇ ਤੇ ਟਿਕੇ ਹੋਏ ਆ। ਉਹ ਫਲਾਣੇ ਨੇ ਕੀਤਾ ਜੀ
ਅਸੀਂ ਉਹਦੇ ਤੇ ਉਸੇ ਨਸਲ ਚੋਂ ਆ। ਉਹਨੇ ਇਹ ਕੀਤਾ, ਉਹਨੇ ਇਹ ਕੀਤਾ, ਉਹਨੇ ਇਹ ਕੀਤਾ। ਹਾਲੇਲੂਇਆ, ਪ੍ਰਭੂ ਦਾ ਨਾਮ ਮਹਿਮਾ ਮਿਲੇ। ਪਰ ਤੁਸੀਂ ਜਾਣਦੇ ਹੋ ਕਿ ਸਾਨੂੰ ਵਰਤਮਾਨ ਸਮੇਂ ਦੀ ਅੱਗ ਚਾਹੀਦੀ ਹੁੰਦੀ ਆ। ਆਮੇਨ। ਤੁਹਾਡੇ ਪਿੱਛੇ ਪਾਸਟਰ ਨੇ ਕੀ ਕੀਤਾ, ਜਾਂ ਤੁਹਾਡੇ ਤੋਂ ਪਹਿਲੇ ਜਿਹੜੇ ਮੈਸੇਜ ਸਨ ਉਹਨਾਂ ਨੇ ਕੀ ਕੀਤਾ, ਇਹਦਾ ਕੋਈ ਮਤਲਬ ਨਹੀਂ। ਕੱਲ ਦੀ ਅੱਗ ਤੁਹਾਨੂੰ ਅੱਜ ਸੇਕ ਨਹੀਂ ਦੇ ਸਕਦੀ। ਕੱਲ ਦਾ ਸੂਰਜ ਤੁਹਾਨੂੰ ਅੱਜ ਸੇਕ ਨਹੀਂ ਦੇ ਸਕਦਾ। ਕੱਲ ਬਾਰਿਸ਼ ਹੋਈ ਅੱਜ ਤੁਹਾਨੂੰ ਅੱਜ ਗਿੱਲਾ ਨਹੀਂ ਕਰੇਗੀ। ਤੁਹਾਨੂੰ ਅੱਜ ਬਾਰਿਸ਼ ਦਾ ਆਨੰਦ ਲੈਣ ਲਈ ਅੱਜ ਦੀ ਬਾਰਿਸ਼ ਨੂੰ ਲੈਣਾ ਪਏਗਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇਹ ਸੱਚ ਨਹੀਂ? ਕੱਲ ਦਾ ਸੂਰਜ ਤੁਹਾਨੂੰ ਗਰਮੀ ਨਹੀਂ ਦੇ ਸਕਦਾ। ਕੱਲ ਦੀ ਬਾਰਿਸ਼ ਤੁਹਾਨੂੰ ਗਿੱਲਾ ਨਹੀਂ ਕਰ ਸਕਦੀ। ਤੁਹਾਨੂੰ ਅੱਜ ਦੀ ਬਾਰਿਸ਼ ਚਾਹੀਦੀ ਹੈ। ਹਾਲੇਲੂਇਆ। ਸਾਨੂੰ ਵਰਤਮਾਨ ਸਮੇਂ ਦਾ ਪਵਿੱਤਰ ਆਤਮਾ ਦਾ ਤਜਰਬਾ ਚਾਹੀਦਾ ਹੈ। ਤਾਂ ਹੀ ਨਬੀ ਨੇ ਕਿਹਾ ਕਲੀਸਿਆ ਨੂੰ ਚਾਹੀਦਾ ਹੈ ਕਿ ਬਿਮਾਰਾਂ ਨੂੰ ਚੰਗਿਆ ਕਰੇ, ਮੁਰਦਿਆਂ ਨੂੰ ਜਿਵਾਏ, ਭੂਤਾਂ ਨੂੰ ਕੱਢੇ, ਚਿੰਨ ਚਮਤਕਾਰ ਕਰੇ, ताकि पूरा जगत ये जाने कि यीशु मसीह जिंदा है। यही है जो सानू करन दी लोड़ है। हालेलुया, हालेलुया। यीशु मसीह नाल है ते फिर यीशु मसीह कलीसिया च ये काम करदा हुंदा है। किने आमीन कह सकदे हैं? लेकिन आज सानू इसे दी लोड़ है। आमीन। किसे दी लोड़ नहीं? आमीन। हालेलुया, हालेलुया। प्रभु दे नाम में मिले। आमीन, आमीन। फिर भरावो जो 3 दिन का सफर करके वापस जो उन्होंने नहीं लभ्या, फिर पता किथे लभ्या? पता किथे लभ्या? उन्होंने उत्थे ही लभ्या जिथे वो ओनू छड्ड के आए सी। उथों किते नहीं गया ही। अब्राहम ने कहा आज भी वो सानू उत्थे ही लभेगा जिथे असीं उन्हें छड्डिया है। उन्हें कहा प्रेसबाइटेरियन, बैप्टिस्ट, मैथोडिस्ट, IPC, CNI, रोमन कैथोलिक, मुक्ति फौज और जिन्नियां भी संस्थावां हैं ये तुहानू लभेगा, लेकिन उत्थे लभेगा जिथे तुसीं उहनूं छड्डिया। और उहने कहा तुसीं इहनूं पेंतीकोस्त वाले दिन ते छड्डिया सी। पेंतीकोस्त ते छड्डे जिथे पवित्र आत्मा उतरिया सीगा कलीसिया ते, तुसीं उहनूं उत्थों मिस कीता। ते अज जे तुसीं उहनूं पाउणा चाहुंदे हो ते तुहानू बिल्कुल उत्थे ही मिलेगा जिथे तुसीं उहनूं छड्डिया सीगा। समझ रहे? मसीह नूं वापस पाना किथे पाना पैना? उत्थे ही जिथे पतरस उन्होंने उहनूं पाया ही, उत्थे जिथे मरियम ने पाया, उत्थे जिथे याकूब यूहन्ना ने पाया, उत्थे जिथे 120 ने पाया। आज भी कलीसिया नूं मसीह वापस उत्थे मिलेगा, उत्थे मिलेगा। कि तुहानू यरूशलेम च जाना पेगा नहीं। वो पवित्र आत्मा जिन्हें उत्थे उन्होंने मिलिया, वही पवित्र आत्मा आज कलीसिया नूं लोड़ है उसदी। प्रभु दे नाम में महिमा मिलेगी। आमीन, हालेलुया, हालेलुया। आमीन, आमीन कह सकते हैं? आमीन, हालेलुया, हालेलुया। प्रभु दा धन्यवाद होए। आमीन। प्रभु ने कहा ਉਹਨਾਂ ਉਸ ਨੂੰ ਪੈਂਤੇਕੋਸਤ ਦੇ ਤਿਉਹਾਰ ਤੇ ਛੱਡ ਦਿੱਤਾ ਅਤੇ ਇਹ ਸਿਰਫ ਉਹੀ ਜਗ੍ਹਾ ਹੈ ਜਿੱਥੇ ਮੈਥੋਡਿਸਟ, ਬੈਪਟਿਸਟ, ਪ੍ਰੈਸਬਾਈਟੇਰੀਅਨ ਤੇ ਪੈਂਟੀਕੋਸਟ ਉਸ ਨੂੰ ਪਾਉਣਗੇ। ਮੁੜ ਉੱਥੇ ਜਾਣਾ ਹੈ ਜਿੱਥੇ ਤੁਸੀਂ ਉਸ ਨੂੰ ਛੱਡਿਆ ਹੈ। ਪ੍ਰਭੂ ਦਾ ਆਨੰਦ ਕਿੱਥੇ ਹੈ? ਪ੍ਰਭੂ ਦੀ ਸਾਮਰਥ ਕਿੱਥੇ ਹੈ? ਅੱਜ ਕਲੀਸਿਆ ਪੁੱਛਦੀ ਹੈ ਕਿ ਇਤਿਹਾਸ ਤੇ ਪਰਮੇਸ਼ਰ ਨੂੰ ਕੀ ਹੋ ਗਿਆ ਹੈ? आज लोग ठंडे पे है, सुस्त पे है। वो उस परमेश्वर ਨੂੰ ਮੰਨਣ ਵਾਲੇ ਜਿਹੜਾ ਸਮੁੰਦਰਾਂ ਨੂੰ ਚੀਰ ਦੇਣ ਵਾਲਾ, ਜਿਹੜਾ 100 ਸਾਲ ਦੇ ਬਜ਼ੁਰਗ ਨੂੰ ਬਾਪ ਬਣਾ ਦੇਣ ਵਾਲਾ, 90 ਸਾਲ ਦੀ ਔਰਤ ਦੀ ਕੁੱਖ ਨੂੰ ਹਰਾ ਭਰਾ ਕਰਨ ਵਾਲਾ, ਕੈਂਸਰ ਵਰਗਿਆਂ ਨੂੰ ਚੰਗੇ ਕਰਨ ਵਾਲਾ, ਮੁਰਦੇ ਜਮਾਉਣ ਵਾਲਾ ਪਰਮੇਸ਼ਰ ਅੱਜ ਕਲੀਸਿਆ ਉਸ ਤਜਰਬਿਆਂ ਤੋਂ ਵਾਂਝੇ ਹੈ। ਕਿੱਥੇ ਉਹ ਵਿਸ਼ਵਾਸੀਆਂ ਦੇ ਜੀਵਨ ਚ ਉਹ ਤਜਰਬੇ ਜਿਹੜੇ ਪਰਮੇਸ਼ਰ ਕਰਦਾ ਰਿਹਾ ਕਿ ਵੇ ਲੱਗਦਾ ਨਹੀਂ ਕਿ ਉਹ ਕਿਤੇ ਨੂੰ ਛੱਡਦੇ ਨਹੀਂ ਆਏ। वो आज भी पेंतीकोस्त का खुदा है। आमीन, आमीन। अब्राहम ने क्या वो इतिहास का परमेश्वर वर्तमान च अपने लोगों की उड़ीक कर रहा है। आमीन, आमीन, आमीन। मैं इत्थे कहना है इत्थे भावें ही पास्टर, लेकिन ती एक कलीसिया के कमजोर या विश्वासी तां लगे और ज्यादा बहुत ज्यादा पढ़ा लिखा ना होए, रेपुटेशन ना होए, चर्च ज्यादा उन्होंने लोग हो सकता उन्होंने ज्यादा मिलते जुलते ना हो, पर अगर वो बंदा समय के वर्तमान पवित्र आत्मा नाल भरिया होया होवे ते ओदे राही परमेश्वर वो काम कर सकदा जेड़ा पूरी कलीसिया दे नाल ना होया होवे। ਉਹਨਾਂ ਉਹ ਕੰਮ ਕਰ ਸਕਦਾ ਜਿਹੜੇ ਪਾਸਟਰਾਂ ਨਾਲ ਵੱਡੇ ਵੱਡੇ ਦੇ ਨਾਲ ਨਹੀਂ ਹੋਏ ਹੋਣਗੇ, ਕਿਉਂਕਿ ਪਰਮੇਸ਼ਰ ਨੂੰ ਸਦਾ ਹੀ ਸਮਰਪਿਤ ਹਿਰਦੇ ਹੋਏ ਲੋਕ ਚਾਹੀਦੇ ਹਨ। ਤੇ ਇਹ ਨਾ ਇਸੇ ਜੀ ਖੁਸ਼ ਨਾ ਰਹੀਏ, ਮੇਰਾ ਚਰਚ ਖਾਸ ਕਰਕੇ ऐसे जी खुश ना रहिए। कई मैसेज दे कई प्रचार सुनते हैं, मेरा संदेश सुनते हैं। परमेश्वर हर एक नूं बालदी हुई अग च भखदा होया देखना चाहता है। कि कम नालियां नहीं बहनों कि कम इन्हें दिल च यतन करना चाहिए है। तारे आदमी को पवित्र आत्मा होएगा ना तानू की, तारे पास्टर को पवित्र आत्मा होएगा ना तानू
ਕੀ ਜੇ ਬਾਕੀਆਂ ਕੋ ਪਵਿੱਤਰ ਆਤਮਾ ਹੋਏਗਾ ਨਾ ਤੁਹਾਨੂੰ ਕੀ ਹਰ ਇੱਕ ਭਾਈ ਨੂੰ ਹਰ ਇੱਕ ਭੈਣ ਨੂੰ ਨਿੱਜੀ ਤਜਰਬਾ ਚਾਹੀਦਾ ਹੈ ਪਵਿੱਤਰ ਆਤਮਾ ਦਾ ਮੈਨੂੰ ਆਪਣਾ ਲੇਖਾ ਦੇਣਾ ਪੈਣਾ ਹੈ ਮੈਨੂੰ ਆਪਣੇ ਆਪ ਨਹੀਂ ਖੜਾ ਹੋਣਾ ਪੈਣਾ ਹੈ ਮੈਨੂੰ ਨਿੱਜੀ ਤੌਰ ਤੇ ਉਹਨੂੰ ਨਵਾਂ ਜਨਮ ਪ੍ਰਾਪਤ ਕਰਨਾ ਪੈਣਾ ਜਨਮ ਕੱਲੇ ਕੱਲੇ ਦਾ ਹੁੰਦਾ ਹੈ ਹਾਲੇਲੂਇਆ ਹਾਲੇਲੂਇਆ पति पत्नी दोवें आपस एक दूसरे का हिस्सा होंगे लेकिन पत्नी वक कुख तो पैदा हुई और पति वक कुख तो पैदा होया हर एक का जन्म निजी है इसलिए मसीह दे विच भी हर एक का जन्म निजी है आज ने कहा कलीसिया नु की चाहिए दिखाओ उधर दी भैणां जिधर दी बाइबल ची दिखाओ उधर दे भाई जिधर दे बाइबल च सीगे आज किथे हो ਆਮੇਨ ਕਲੀਸਿਆ 'ਚ ਨਵੇਂ ਨੇਮ ਦੀ ਪੈਨਸੂਲਾ ਦੀ ਕਿਤਾਬ ਦੀ ਕਲੀਸਿਆ 'ਚ ਇੱਕ ਭੈਣ ਸੀ ਉਹ ਇੰਨੀ ਜ਼ਿਆਦਾ ਸੇਵਾ ਕਰਦੀ ਹੁੰਦੀ ਪ੍ਰਭੂ ਦੇ ਲੋਕਾਂ ਦੀ ਕਿ ਇੱਕ ਦਿਨ ਉਹ ਮਰ ਗਈ ਸ਼ਾਇਦ ਪਤਰਸ ਨੇ ਜਾ ਕੇ ਉਹਦੀ ਪ੍ਰਾਰਥਨਾ ਕੀਤੀ ਜਾਂ ਪੌਲੁਸ ਨੇ ਦੋਵਾਂ 'ਚ ਇੱਕ ਨੇ ਉਹ ਭੈਣ ਜ਼ਿੰਦਾ ਹੋ ਗਈ ਸੀ ਆਮੀਨ 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 ਪੂਰੇ ਭਲੇ ਕੰਮ ਕੀਤਾ ਹੋਇਆ ਨੂੰ ਯਾਦ ਕੀਤਾ ਗਿਆ ਆਮੀਨ ਇੰਨੀ ਸਮਰਪਿਤ ਉਹ ਭੈਣ ਸੀਗੀ परमेश्वर ने वैश्यावां ਨੂੰ इस्तेमाल कर लिया आमीन वो ਜਿਹੜੀਆਂ ਸਮਾਜ 'ਚ ਕੰਜਰੀਆਂ ਸਦਾਈਆਂ ਗਈਆਂ ਉਹ ਜਿਹੜੇ ਪੰਜ ਪਤੀ ਕੀਤੇ ਹੀ ਲੇਕਿਨ ਜਦੋਂ ਸਮੇਂ ਦਾ ਵਚਨ ਉਹਨਾਂ ਸਾਹਮਣੇ ਪ੍ਰਗਟ ਹੋਇਆ ਉਹ ਆਪਣਾ ਕੜਾ ਸੁੱਟ ਗਈ ਔਰ ਦੁਨੀਆ 'ਚ ਜਾ ਕੇ ਗਵਾਹੀ ਦਿੱਤੀ ਕਿਉਂਕਿ ਉਹਨੇ ਦਿਨ 'ਚ ਕੁਛ ਉਛਲਿਆ ਸੀਗਾ ਹਾਲੇਲੂਇਆ ਅੱਜ ਔਰਤਾਂ ਕਿਉਂ ਇੰਨੇ ਚਿਰ ਦੇ ਸੰਦੇਸ਼ ਸੁਣਦੀਆਂ ਔਰ ਹਜੇ ਤੱਕ ਕੋਈ ਤਜਰਬਾ ਕਿਉਂ ਨਹੀਂ ਮਿਲਿਆ ਕਿ ਉਹਨਾਂ ਨੇ ਕਿਉਂ ਨਹੀਂ ਹੱਥਾਂ 'ਚ ਕੜੇ ਡਿੱਗੇ ਜਿੱਦਾਂ ਸੋਮਰੀ ਔਰਤ ਆਮੀਨ आमीन कह सकते हैं हालेलुया आज भाई गवाही क्यों नहीं देन जांदे ओथे स्टीफान वर्गे फिलिपुस वर्गे डीकन जेड़े शहीद हो गए वचन ਨੂੰ ਪ੍ਰਚਾਰ ਕਰਦੇ ਇੱਥੇ ਕਿਉਂ ਨਹੀਂ ਕਿਸੇ ਕੋ ਟਾਈਮ ਹੈਗਾ ਇੱਥੇ ਇੱਕ ਸੰਦੇਸ਼ ਸੁਣਨ ਲਈ ਕਹਿੰਦੇ ਆ ਪ੍ਰਚਾਰ ਕਰ ਕਿੰਨੇ ਜਾ ਕੇ ਇਹਦੇ ਆਇਆ ਪੜਿਓ ਕੋਈ ਬੰਦਾ ਨਹੀਂ ਜੇ ਇੱਕ ਬੰਦਗੀ ਨਹੀਂ ਸੁਣੀ ਗਈ ਕੀ ਤੁਹਾਡੇ ਅੰਦਰ ਹੋਇਆ ਨਹੀਂ ਕੁਝ ਕਿਉਂ ਬੰਦਗੀ ਨਹੀਂ ਸੁਣੀ ਮੈਂ ਸੁਣਾ ਉਹਨੂੰ ਉਹ ਕਿੱਦਾਂ ਮਿਸ ਹੋ ਗਈ ਜੇ ਹੋ ਗਈ ਤੇ ਕੀ ਪਰਮੇਸ਼ਰ ਉਹਦਾ ਲੇਖਾ ਨਹੀਂ ਲਵੇਗਾ ਸਾਡੇ ਪਹੁੰਚ ਚੁੱਕੇਗਾ ਤਾਂ ਇਹ ਜਿਹੜਾ ਤੂੰ ਕਰਦਿਆ ਕੀ ਤੈਨੂੰ ਇਹ ਚੋਂ ਮੈਸੇਜ ਨਹੀਂ ਲੱਗਾ ਜਿਹੜੇ ਤੇਰੇ ਭਾਈ ਨੇ ਪਿਛਲੇ ਹਫਤੇ ਪ੍ਰਚਾਰ ਕੀਤਾ ਆਮੇਨ ਆਮੇਨ ਫਿਰ ਇਹ ਕਿੱਥੇ ਆ ਕਹਿ ਰਹੇ ਨੈਪਚਰ ਦੇ ਦਿਨਾਂ 'ਚ ਬੱਚਨ ਲਈ ਭੁੱਖ ਕਿੱਥੇ ਆ ਪਰਮੇਸ਼ਰ ਭੁੱਖਿਆਂ ਨੂੰ ਰਜਾਉਂਦਾ ਹੈ ਆਮੇਨ ਹਾਲੇਲੂਇਆ ਇੱਥੇ ਲੰਗੀ ਮੀਟਿੰਗ ਹੋ ਤੇ ਲੰਗੀ ਮੇਰੇ ਕੋ ਦੇਖ ਹੀ ਨਹੀਂ ਹੋਈ ਮੇਰੇ ਕੋ ਸੋਣੀ ਨਹੀਂ ਹੋਈ ਫਿਰ ਅਗਲੀ ਦੇਖਾਂਗੇ ਹੋ ਸਕਦਾ ਪਿਛਲੀ ਚ ਹੀ ਕੁਛ ਸੀ ਪਿਤਾ ਸੱਚਾ याद रखो ये ठंडे तते पवित्र आत्मा इथे मौजूद है मैं विश्वास करता हूं आमीन हालेलुया इथे मौजूद है आमेन तेरा कोई मतलब नहीं चर्च च नहीं है चर्च जो है जिथे वचन खुले आमीन जो उन्हें पढ़ने वाले लोग हों आमीन यही शक्ति यही चर्च है आमेन किने आमीन कह सकते हैं आमीन प्रभु के नाम में महिमा मिले हालेलुया 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 आमीन भगवान ने क्या ਅਸੀਂ ਇਸ ਨੂੰ ਫਿਰਕਾ ਪ੍ਰਸਤੀ ਦੁਆਰਾ ਨਹੀਂ ਕਰ ਸਕਦੇ ਅਸੀਂ ਇਸ ਨੂੰ ਮਨੋਵਿਗਿਆਨ ਦੁਆਰਾ ਹੇਠਾਂ ਨਹੀਂ ਕਰ ਸਕਦੇ ਅਸੀਂ ਅਣਗਿਣਤ ਹੇਠ ਇਸ ਨੂੰ ਨਹੀਂ ਕਰ ਸਕਦੇ ਜਾਂ ਇਸ ਨੂੰ ਸਿੱਖਿਆ ਦੇ ਰਾਹੀਂ ਨਹੀਂ ਕਰ ਸਕਦੇ ਆਓ ਅਸੀਂ ਅੱਗੇ ਵਧੀਏ ਆਓ ਅਸੀਂ ਉੱਤੇ ਚੱਲੀਏ ਜਿੱਥੇ ਅਸੀਂ ਉਸ ਨੂੰ ਛੱਡਿਆ ਸੀ ਪੈਂਤੇਕੋਸਤੇ ਤਿਉਹਾਰ ਉੱਤੇ ਆਮੇਨ ਉੱਥੇ ਜਦੋਂ ਕਲੀਸਿਆ ਪਵਿੱਤਰ ਆਤਮਾ ਨਾਲ ਭਰੀ ਆਮੇਨ ਕਿੰਨਾ ਮਹਾਨ ਤਜਰਬਾ ਹੀ ਉਹਨਾਂ 'ਚ ਉਹ ਸਾਰੇ ਇਦਾਂ ਹੀ ਜਿੱਦਾਂ ਮੈਂ ਪੀਤੀ ਆ ਭੈਣਾਂ ਵੀ ਭਾਈ ਵੀ ਆਮੇਨ 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 ਸੱਚਾ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਉਹੀ ਕੰਮ ਫੇਰ ਤੋਂ ਚੱਲਦਾ ਹੈ ਯੈਸ ਆਮੇਨ ਕਿ ਉਹਨੇ ਨਹੀਂ ਕਿਹਾ ਉਹਨਾਂ ਦੀ ਇੰਜੀਲ 15 ਦੇ ਵਿੱਚ ਮੈਂ ਅੰਗੂਰ ਦੀ ਵੇਲ ਆਪਣੀ ਟਾਹਣੀਆਂ ਹੋ ਆਮੇਨ ਹਾਲੇਲੂਇਆ ਹਾਲੇਲੂਇਆ ਉਹਦੇ ਨਾਲ ਮਹਿਮਾ ਮਿਲੇ ਉਹਨੇ ਕਿਹਾ ਮੈਂ ਅੰਗੂਰ ਦੀ ਵੇਲ ਆਪਣੀ ਟਾਹਣੀਆਂ ਹੋ ਟਾਹਣੀ ਕਿੱਥੋਂ ਨਿਕਲੇਗੀ ਵੇਲ ਚੋਂ ਤੇ ਜੇ ਵੇਲ ਚੋਂ ਨਿਕਲੇਗੀ ਉਹ ਜੀਵਨ ਜਿਹੜਾ ਜੜ 'ਚ ਆ ਵੇਲ ਦੀ ਜੜ 'ਚ ਉਹੀ ਉਹਨੇ ਕਿਹਾ ਟਾਹਣੀ ਚਾਹੇਗਾ ਉਹ ਜੋ ਟਾਹਣੀ ਚਾਹੇਗਾ ਉਹੀ ਕੰਮ ਹੋਣਗੇ ਹਾਲੇਲੂਇਆ ਉਹਨੇ ਕਿਹਾ ਰੀ ਪਹਿਲੀ ਜਿਹੜੀ ਟਾਹਣੀ ਨਿਕਲੀ ਉਹ ਰਸੂਲਾਂ ਦੇ ਕਿਤਾਬ ਦੀ ਕਿਤਾਬ ਉਹਨਾਂ ਨੇ ਲਿਖੀ ਆਮੇਨ ਜਿਹੜੀ ਉਹਦੀ ਪਹਿਲੀ ਟਾਹਣੀ ਨਿਕਲੀ ਉਹਨੇ ਰਸੂਲਾਂ ਦੇ ਕਿਤਾਬ ਦੀ ਕਿਤਾਬ ਲਿਖੀ ਆਮੇਨ ਉਹਨੇ ਕਿਹਾ ਇਹ ਰਸੂਲਾਂ ਦੇ ਕਿਤਾਬ ਦੀ ਕਿਤਾਬ ਨਹੀਂ ਇਹ ਪਵਿੱਤਰ ਆਤਮਾ ਦੇ ਕਿਤਾਬ ਦੀ ਕਿਤਾਬ ਹੈ ਇਹ ਰਸੂਲਾਂ ਦੇ ਕੰਮ ਨਹੀਂ ਪਵਿੱਤਰ ਆਤਮਾ ਦੇ ਕੰਮ ਹੈ ਉਹ ਜਿਸ ਨੇ ਪਹਿਲੀ ਟਾਹਣੀ ਨਿਕਲੀ ਉਹ ਹਾਲੇਲੂਇਆ ਉਹਨੇ ਰਸੂਲਾਂ ਦੇ ਕਿਤਾਬ ਦੀ ਕਿਤਾਬ ਲਿਖੀ ਪ੍ਰਭੂ ਨੇ ਕਿਹਾ ਜੇ ਦੁਬਾਰਾ ਫਿਰ ਉਸੇ ਜੜ ਚੋਂ ਫਿਰ ਤੋਂ ਕੋਈ ਟਾਹਣੀ ਨਿਕਲੇ ਜੋ ਦੂਸਰੀ ਰਸੂਲਾਂ ਦੇ ਕਿਤਾਬ ਦੀ ਕਿਤਾਬ ਲਿਖੇਗੀ ਜਿੱਚ ਫਿਰ ਤੋਂ ਪਤਰਸ ਹੋਣਗੇ ਜਿੱਚ ਫਿਰ ਤੋਂ ਸਟੀਫਨ ਵਰਗੇ ਹੋਣਗੇ
जितना फिर तो पौलुस होएगा, फिर तो यूहन्ना होएगा, ओ हालेलुया, फिर तो याकूब होएगा। प्रभु दा नाम महिमा मिले। वो जो ने क्या जिटानियां निकलियां मेथोडिस्ट प्रेस्बिटेरियन सीएनआई आईपीसी सब चीजें आज जो फल क्यों नहीं है क्योंकि उस नगर चों नहीं निकले जो ने क्या उसे नगर चों से ही टाणी उसे जड़ चों तने जो फिर तो कोई टाणी निकले फिर कोई नगर निकले जो फिर तो रसूलों की किताब लिखेगी। इस युग में परमेश्वर ने नबी खड़ा किया ब्रदर विलियम मैरियम ब्रानम और वही नगर सी जेडी पेंटिकोस्ट और ने वही काम कीते जेडे रसूलों ने कीते तो मेरा जीवन में उससे जड़ चो आया सीगा। आमीन। क्या जे उसे संदेश दे विश्वासी है फिर साडा भी जीवन उससे जड़ चो आएगा जिस जड़ चो पत्र सुनादा है रसूलों का। हालेलुया हालेलुया। किन्ने आमीन कह सकते हैं और किन्ने इथे आनंद नु महसूस कर रहे हैं महसूस कर रहे प्रभु दा आत्मा बोल रहा है। हालेलुया हालेलुया। प्रभु वो टाणी जो उस टाणी जो एक टाणी निकले और एक दिन रसूलों वाले फल आन ते दूजी टाणी दावा करे कि मैं भी उत्थे ही निकली है ते फल उदा दे नहीं होण। अब्राहम ने कहा फिर तुसीं सुनियो प्योंद भी लग जाती है नकली भी जोड़ दिते जाते हैं नाल उन्होंने कहा जो नकली जुड़ेगी मान लो संतरे ना नींबू जोड़ते हालेलुया जे पर उन्होंने कहा असली जे निकले तो फिर वही निकलेगा जो जड़ थी। आमीन सच्चा हालेलुया हालेलुया। किन्ने आमीन कह सकते हो। आमीन कितना मेरा की टाणियां वो यस मेरा पिता बागवान है आमीन जेडी टाणी फल नहीं दिंदी ਉਹਨੂੰ ਕੱਟ ਦਿੰਦਾ ਹੈ आमीन ਉਹ ਜਿਹੜੀ ਫਲ ਦਿੰਦੀ ਉਹਨੂੰ ਛਾਂਗਦਾ यस ਹੋਰ ਛਾਂਗਦਾ ਤਾਂ ਕਿ ਹੋਰ ਵੀ ਫਲ ਦੇਵੇ ਇੰਨਾ ਕੀ ਫਲ ਨਹੀਂ ਹੋਰ ਵੀ ਫਲ ਦੇਵੇ ਹੋਰ ਵੀ ਫਲ ਦੇਵੇ ਭਾਈ ਇੰਨਾ ਕੁ ਬਹੁਤ ਹੈ ਨਹੀਂ ਹੋਰ ਵੀ ਫਲ ਦੇਵੇ आमीन ਨਹੀਂ ਹੋਰ ਮੰਗਦੇ ਰਹਿੰਦੇ ਆ ਨਾ ਪ੍ਰਭੂ ਹੁਣ ਘਰ ਦਾ ਇੰਤਜ਼ਾਮ ਕਰਦੇ ਹੁਣ ਇਹ ਇੰਤਜ਼ਾਮ ਕਰਦੇ ਹੁਣ ਇਹ ਰਹਿ ਗਏ ਉਹ ਕਿਸ਼ਤ ਰਹਿ ਗਈ ਉਹ ਕਮੇਟੀ ਰਹਿ ਗਈ ਉਹ ਫਲਾਣਾ ਬਿਮਾਰ ਰਹਿ ਗਿਆ ਐਂ ਵੀ ਹੋਰ ਸਾਡੀ ਲਿਸਟ ਚੋਂ ਵੀ ਕਦੀ ਉਹ ਲਾਸਟ ਵਾਲਾ ਬਿੰਦੂ ਨਹੀਂ ਲੱਗਦਾ ਸਾਡੀ ਵੀ ਜਿਹੜੀ ਡਿਮਾਂਡ ਵਾਲੀ ਲਿਸਟ ਚ ਉਹੀ ਲੱਗਦੇ ਕੋਮੇ ਹੀ ਲੱਗਦੇ ਅਜੇ ਹੋਰ ਹੈਗਾ ਇਹ ਮਸਲਾ ਤੇ ਹੱਲ ਹੋ ਗਿਆ ਹੁਣ ਅੱਗੇ ਹੋਰ ਹੈਗਾ ਪ੍ਰਭੂ ਗਾਈਂ ਤੇ ਠੀਕ ਹੋ ਗਈ ਹੁਣ ਘੋੜਾ ਰਹਿ ਗਿਆ ਸੁਣਨੇ में ਤੁਹਾਨੂੰ ਹਿਸਾਬ ਲਿਖਿਆ हालेलुया प्रभु दा नाम महिमा मिले आमीन। देखिए कुछ ना कोई चलता रहता है साडा भी ते प्रभु भी हो तो होर मेरा चलता है आमीन आमीन। भाई जी मैं आईब्रो छाड़ देते बस बहुत है नहीं भाई जी हुण आजकल मैं पजामी नहीं पांदी पक्का छाड़ देती उदों दी जरूरत ही क्या है ये जो बहुत कोई छड्डण वाला देखियो कि पहले ही छाड़ दियो फिर उधर से पता ना लगे कि वो चल गए वाकई आमीन जेडे कहंदे हुंदे सी कि अक्षर होवेगा आमीन हालेलुया हालेलुया आमीन प्रभु दा नाम महिमा मिले हालेलुया ਉਹੀ ਫਲ ਚਾਹੀਦੇ ਆ आमीन ਤੁਸੀਂ ਆਮੀਨ ਕਹਿ ਸਕਦੇ ਹੋ आमीन ਹਾਲੇਲੂਇਆ ਹਾਲੇਲੂਇਆ ਆਮੀਨ आमीन ਪ੍ਰਭੂ ਦਾ ਨਾਮ महिमा ਮਿਲੇ आमीन ਉਹੀ ਸੇਮ ਜਿੱਦਾਂ ਉਹ ਸੁਸਮਾਚਾਰ ਨੂੰ ਲੈ ਕੇ ਖਤਰਿਆਂ ਚ ਲੱਗੇ ਉਹਨਾਂ ਦੁੱਖ ਭੋਗ ਗਿਆ आमीन ਉਹਨਾਂ ਨੂੰ ਕੁੱਟਿਆ ਗਿਆ आमीन ਉਹਨਾਂ ਨੂੰ ਸਜ਼ਾ ਦਿੱਤੀ ਗਈ ਕਿ ਜ਼ਰੂਰੀ ਹੈ ਕਿ ਸਾਨੂੰ ਸਵਰਗੀ ਘਰ ਵਿੱਚ ਫੁੱਲਾਂ ਦੇ ਆਸਾਨ ਬਿਸਤਰੇ ਉੱਤੇ ਲਿਜਾਇਆ ਜਾਏ ਜਦ ਕਿ ਦੂਸਰੇ ਇਸ ਇਨਾਮ ਨੂੰ ਜਿੱਤਣ ਲਈ ਲੜੇ ਅਤੇ ਖੂਨੀ ਸਮੁੰਦਰਾਂ ਵਿੱਚੋਂ ਦੀ ਹੋ ਕੇ ਗਏ यस ਨੇ ਕਿਹਾ ਉਹ ਨਗਰ ਜਿਹੜੀ ਨਿਕਲੀ ਉਹ ਤੇ ਲਹੂ ਲੁਹਾਨ ਹੋ ਕੇ ਖੂਨ ਬਹਾ ਕੇ ਉੱਥੇ ਗਈ ਤੇ ਤੁਸੀਂ ਕੀ ਚਾਹੁੰਦੇ ਤੁਹਾਨੂੰ ਫੁੱਲਾਂ ਵਾਲੇ ਬੈੱਡ ਤੇ ਲਿਟਾ ਕੇ ਉੱਥੇ ਲੈ ਕੇ ਆਇਆ ਜਾਏ नहीं नहीं वो प्रभु तेरा काम ਜੇ ਲਗਰ ਉਹੀ ਹੈ ਫਿਰ ਉਦਾਂ ਹੀ ਹੋਏਗਾ ਜਿੱਦਾਂ ਆਮੀਨ, ਉਹਨਾਂ ਨੇ ਆਮੀਨ, ਹਾਲੇਲੂਇਆ ਹਾਲੇਲੂਇਆ। ਉਹ ਸਹਿਣਾ ਪਏਗਾ ਜਿੱਦਾਂ ਉਹਨਾਂ ਨੇ ਸਿਆ आमीन 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 ਇਬਰਾਹਿਮ ਕਹਿ ਰਿਹਾ ਪ੍ਰਭੂ ਮੇਰਾ ਹੌਸਲਾ ਵਧਾ ਉਹ ਵੀ ਉਦਾਂ ਕਰ ਸਕੇ ਜਿੱਦਾਂ ਉਹਨਾਂ ਨੇ ਕੀਤਾ ਹਾਲੇਲੂਇਆ ਇਬਰਾਹਿਮ ਨੇ ਕੀ ਕਿਹਾ ਦੇਖਿਆ ਸਾਨੂੰ ਇੱਕ ਨਵੀਂ ਸੰਸਥਾ ਦੀ ਲੋੜ ਨਹੀਂ ਸਾਨੂੰ ਇੱਕ ਨਵੀਂ ਗਿਰਜੇ ਦੀ ਇਮਾਰਤ ਦੀ ਲੋੜ ਨਹੀਂ ਅੱਜ ਸਾਨੂੰ ਜਿਸ ਦੀ ਲੋੜ ਹੈ ਉਹ ਹੈ ਪੁਰਾਣੇ ਸਮੇਂ ਦੀ ਜੰਗਲੀ ਨੀਲੇ ਆਸਮਾਨ ਵਾਲੀ ਪਾਪ ਘਾਤੀ ਪੈਂਤੇਕੋਸਤ ਦੀ ਬਦਾਰੀ आमीन ਹਾਲੇਲੂਇਆ ਹਾਲੇਲੂਇਆ। ਇਸ ਦਾ ਜਨਮ ਪੈਂਤੇਕੋਸਤ ਤੇ ਹੋਇਆ ਸੀ ਆਮੀਨ। ਅਤੇ ਫਿਰ ਤੋਂ ਕਲੀਸਿਆ ਵਿੱਚ ਮੋੜ ਆਈ ਹੈ ਆਮੀਨ, ਰਾਤ ਭਰੀ ਸਮਰਥ ਮੋੜ ਆਈ ਹੈ आमीन ਤਾਂ ਜੋ ਯਿਸੂ ਨੂੰ ਦ੍ਰਿਸ਼ ਉੱਤੇ ਲੈ ਕੇ ਆਵੇ आमीन ਹਾਲੇਲੂਇਆ हालेलुया ਪ੍ਰਭੂ ਦਾ ਧੰਨਵਾਦ ਹੋਵੇ आमीन ਆਮੀਨ ਹਾਲੇਲੂਇਆ ਹਾਲੇਲੂਇਆ हालेलुया ਆਮੀਨ आमीन ਭੈਣੋ ਭਰਾਵੋ ਇਤਿਹਾਸ ਦਾ ਪਰਮੇਸ਼ਵਰ ਨੇ ਕਿਹਾ ਵਰਤਮਾਨ ਚਾਹੁੰਦਾ ਹੈ ਲੇਕਿਨ ਕਲੀਸਿਆ ਚਾਹੀਦੀ ਹੈ यस
ਹਾਲੇਲੂਇਆ ਹਾਲੇਲੂਇਆ ਪ੍ਰਭੂ ਲੋਕ ਚਾਹੀਦੇ ਸਮਰਪਿਤ ਲੋਕ सच में ਖੁਸ਼ ਹੋਤੀ ਸਭ ਆਮੇਨ ਕਿਦਾਂ ਹੀ ਉਸ ਕਹਾਣੀ ਤੇ ਜਾਂਦੇ ਵਾਪਸ ਕਿ ਕਿਵੇਂ ਪ੍ਰਭੂ ਯਿਸੂ ਮਸੀਹ ਉਸ ਘਰ ਤੋਂ ਗਿਆ ਤੇ ਮੌਤ ਆ ਗਈ ਯਿਸੂ ਮਸੀਹ ਨੂੰ ਸੁਨੇਹਾ ਦਿੱਤਾ ਗਿਆ ਪਰ ਉਹ ਨਹੀਂ ਆਇਆ ਔਰ ਆਰਾਮ ਨੇ ਕਿਹਾ ਉਹ ਜਾਣਦਾ ਸੀ ਉਹ ਕੀ ਕਰ ਰਿਹਾ ਹੈ ਆਮੇਨ ਉਹਨੂੰ ਪਤਾ ਹੀ ਉਹ ਕੀ ਕਰ ਰਿਹਾ ਹੈ ਅਣਜਾਣ ਨਹੀਂ ਹੀ ਉਹ ਜੋ ਨਹੀਂ ਆਇਆ ਜੋ ਅੱਗੇ ਚਲ ਗਿਆ ਤਾਂ ਉਹਨੂੰ ਪਤਾ ਹੀ ਉਹ ਕੀ ਕਰ ਰਿਹਾ ਸੁਣਦੇ ਆਮੇਨ ਯਿਸੂ ਮਸੀਹ ਦੇ ਸੁਨੇਹਾ ਦੇਣ ਤੇ ਨਹੀਂ ਗਿਆ ਵਾਪਸ ਤੇ ਉਹਨੂੰ ਪਤਾ ਸੀ ਉਹ ਕੀ ਕਰ ਰਿਹਾ ਹੈ ਆਮੇਨ ਹਾਲੇਲੂਇਆ ਹਾਲੇਲੂਇਆ ਆਮੀਨ ਆਮੇਨ ਅੱਜ ਵੀ ਪਰਮੇਸ਼ਰ ਜੋ ਕਰ ਰਿਹਾ ਉਹਨੂੰ ਪਤਾ ਹੈ ਕੀ ਕਰ ਰਿਹਾ ਜੋ ਆਮੇਨ ਇਹ ਗੱਲਾਂ ਬੁਲਾ ਰਿਹਾ ਤੇ ਉਹਨੂੰ ਪਤਾ ਹੈ ਕੀ ਕਰ ਰਿਹਾ ਆਮੇਨ ਕਿਉਂਕਿ ਉਹਨੂੰ ਪਤਾ ਇੱਕ ਸਮੇਂ ਤੇ ਬਿਲਕੁਲ ਤਿਆਰ ਹੋਈ ਗਾੜੀ ਦੇ ਲਈ ਉਹ ਆਏਗਾ ਆਮੀਨ ਜਿਸ ਨੂੰ ਲੈ ਕੇ ਚਲਾ ਜਾਏਗਾ आमीन ਹਾਲੇਲੂਇਆ ਹਾਲੇਲੂਇਆ ਉਹਨਾਂ ਨੇ ਕਿਹਾ ਹੁਣ ਇਹ ਛੋਟਾ ਜਿਹਾ ਘਰ ਸੱਚਮੁੱਚ ਟੁੱਟ ਗਿਆ ਸੀ ਰੋਟੀ ਕਮਾਉਣ ਵਾਲਾ ਮਰ ਗਿਆ ਸੀ ਹਾਲੇਲੂਇਆ ਹਾਲੇਲੂਇਆ ਘਰ ਟੁੱਟ ਗਿਆ ਸੀ ਰੋਟੀ ਕਮਾਉਣ ਵਾਲਾ ਮਰ ਗਿਆ ਸੀਗਾ ਉਦਾਸੀ ਸੀ ਉਹ ਇਹ ਅਦਭੁਤ ਹੁੰਦਾ ਹੈ ਜਦ ਤੁਹਾਡੇ ਕੋਲ ਇੱਕ ਉਦਾਸੀ ਭਰਿਆ ਘਰ ਜਾਂ ਉਦਾਸੀ ਭਰਿਆ ਦਿਲ ਹੁੰਦਾ ਹੈ ਸੁਣਦੇ ਸੀ ਆਮੇਨ ਅਤੇ ਫਿਰ ਯਿਸੂ ਅਚਾਨਕ ਹੀ ਆ ਜਾਂਦਾ ਹੈ ਇਹ ਨਹੀਂ ਮੈਂ ਸੋਚ ਸਕਦਾ ਹਾਂ ਕਿ ਮਾਰਥਾ ਇੱਕ ਸੁੰਦਰ ਛੋਟੀ ਔਰਤ ਜਿਸ ਦੇ ਮੂੰਹ ਤੇ ਕਾਲਾ ਪਰਦਾ ਤੇ ਛੋਟੀ ਜਿਹੀ ਮਰੀਮ ਅਤੇ ਉਹ ਇੱਕ ਦੂਸਰੇ ਨੂੰ ਸੰਭਾਲਦੇ ਹੋਏ ਕਹਿ ਰਹੀਆਂ ਹਨ ਅਸੀਂ ਕੀ ਕਰਾਂਗੀਆਂ ਮਾਤਾ ਪਿਤਾ ਮਰ ਚੁੱਕੇ ਹਨ ਅਤੇ ਸਾਡਾ ਬਹੁਮੁੱਲਾ ਭਰਾ ਹੁਣ ਅਸੀਂ ਕਲੀਸਿਆ ਨੂੰ ਛੱਡ ਦਿੱਤਾ ਹੈ ਅਤੇ ਸਾਨੂੰ ਉਹਨਾਂ ਵਿੱਚੋਂ ਛੇਕ ਦਿੱਤਾ ਗਿਆ ਹੈ ਅਤੇ ਅਸੀਂ ਬਾਹਰ ਨਿਕਲ ਆਏ ਹਾਂ ਤਾਂ ਕਿ ਯਿਸੂ ਨਾਸੀ ਦੇ ਪਿੱਛੇ ਚੱਲੀਏ ਅਤੇ ਉਹ ਕਿਤੇ ਦੂਰ ਚਲਾ ਗਿਆ ਹੈ ਸਾਨੂੰ ਛੱਡ ਦਿੱਤਾ ਹੈ ਬ੍ਰਾਹਮਣ ਨੇ ਕਿਹਾ ਉੱਥੇ ਨਿੰਦਾ ਕਰਨ ਵਾਲੇ ਹੋਣਗੇ ਆਲੋਚਕ ਆਂਢੀ ਗੁਆਂਢੀ ਹੋਣਗੇ आमीन ਕਿੱਥੇ ਗਿਆ ਤੁਹਾਡਾ ਪਾਦਰੀ ਕਿੱਥੇ ਗਿਆ ਤੁਹਾਡੇ ਭਾਈ अच्छा ਆਮੇਨ आमीन ਕਿੱਥੇ ਗਏ ਜੂਰੀਆ ਕਹਿੰਦੇ ਹੋਣਗੇ ਪੱਕਾ ਬੜੀ ਕੇ ਮਾਰਥੋਂ ਦੇ ਬਾਰੇ ਚ ਗੱਲਾਂ ਕਰਦੇ ਹੋਣਗੇ ਤੁਸੀਂ ਤੇ ਬੜਾ ਉਹਨਾਂ ਨੂੰ ਘਰ ਬਣਾ ਬਣਾ ਕੇ ਰੋਟੀ ਖਵਾ ਦਿੰਦੇ ਆਮੇਨ ਤੁਸੀਂ ਤੇ ਬੜੇ ਬਣ ਕੇ ਤੇ ਜਾਂਦੇ ਹੀ ਉਹਨਾਂ ਦੇ ਹੁਣ ਆਏ ਤੇ ਹੈ ਨਹੀਂ ਉਹ ਹਾਲੇਲੂਇਆ ਹਾਲੇਲੂਇਆ ਕਿਆ ਸੁਣੇ ਬਹੁਤ ਸੋਹਣਾ ਐਂਡ ਹੈ ਇਹਦਾ ਪ੍ਰਭੂ ਦਾ ਨਾਮ ਮਹਿਮਾ ਮਿਲੇ आमीन आमीन आमीन। आमीन ਹਾਲੇਲੂਇਆ ਹਾਲੇਲੂਇਆ ਪ੍ਰਭੂ ਨੇ ਕਿਹਾ ਸਮਝੇ ਪਰਮੇਸ਼ਵਰ ਇਹ ਕਰਨਾ ਪਸੰਦ ਕਰਦਾ ਹੈ ਤਾਂ ਕਿ ਲੋਕਾਂ ਨੂੰ ਇਹ ਵਿਖਾਉਣ ਦਾ ਮੌਕਾ ਦੇਵੇ ਕਿ ਉਹ ਕੀ ਹਨ ਉਹ ਬਸ ਉਹਨਾਂ ਨੂੰ ਪਰਖ ਰਿਹਾ ਹੁੰਦਾ ਹੈ आमीन ਕਿ ਉਹ ਅਸਲ ਵਿੱਚ ਕੀ ਹਨ ਆਮੇਨ ਮਰੀਮ ਮਾਰਥਾ ਦਾ ਵੀ ਟੈਸਟ ਸੀਗਾ ਆਮੇਨ ਕਿ ਪ੍ਰਭੂ ਨੂੰ ਵਾਕਿਆ ਹੀ ਹਿਰਦੇ ਤੋਂ ਜਾਣਿਆ ਹੈ ਕਿ ਆ ਪ੍ਰੋਣੇ ਵਾਂਗੂ ਘਰ ਆਉਂਦਾ ਹੀ ਤੇ ਤੁਹਾਨੂੰ ਬਸ ਇਹਨਾਂ ਨੂੰ ਰੋਟੀਆਂ ਖਵਾ ਕੇ ਨਹੀਂ ਸੰਤੁਸ਼ਟ ਸੀਗੇ ਇਹ ਵਾਕਿਆ ਉਹਦੇ ਨਾਲ ਨਿੱਜੀ ਤਜਰਬਾ ਹੋਇਆ ਹੈ ਹਾਲੇਲੂਇਆ ਹਾਲੇਲੂਇਆ ਪ੍ਰਭੂ ਦਾ ਨਾਮ ਮਹਿਮਾ ਮਿਲੇ ਆਮੇਨ ਮੈਂ ਕੁਝ ਕਹਿਣਾ ਚਾਹੁੰਦਾ ਹਾਂ ਮੈਂ ਤੁਹਾਡੇ ਵਿਸ਼ਵਾਸ ਨੂੰ ਹੋਰ ਉੱਚਾ ਲੈ ਕੇ ਜਾਣਾ ਚਾਹੁੰਦਾ ਹਾਂ ਆਮੇਨ। ਬੱਚਿਆਂ ਨੂੰ ਤੁਸੀਂ ਗਾਂ ਵਧੋ ਆਮੇਨ। ਹਾਲੇਲੂਇਆ ਹਾਲੇਲੂਇਆ। ਆਮੀਨ ਕਹਿ ਸਕਦੇ ਆ ਆਮੀਨ। ਕਿ ਪਾਸਟਰ ਨੂੰ ਕੋਲਨਾ ਕੋਲਡ ਡਰਿੰਕ ਪਿਲਾ ਕੇ ਰੋਟੀ ਖਵਾ ਕੇ ਸੰਤੁਸ਼ਟ ਨਹੀਂ ਕਰ ਸਕਦੇ ਹਮ ਤੇ ਪ੍ਰਭੂ ਨਾਲ ਇੱਕ ਹੋਣਾ ਪੈਣਾ ਹੈ आमीन ਆਦੀ ਨੇ ਤੇ ਖਾਈ ਜਾਣਾ ਉਹਨੂੰ ਖਵਾਈ ਜਾਓ ਉਹਨੇ ਤੇ ਖਾਈ ਜਾਣਾ ਲੇਕਿਨ ਇਹ ਤੋਂ ਕਿਤੇ ਵੱਧ ਕੇ ਤੁਹਾਡਾ ਪਰਮੇਸ਼ਰ ਦਾ ਨਿੱਜੀ ਤਜਰਬਾ ਚਾਹੀਦਾ ਹੈ ਹਾਲੇਲੂਇਆ ਹਾਲੇਲੂਇਆ ਆਮੀਨ ਦੇਖੋ ਭੈਣੋ ਭਰਾਵੋ ਦੂਰ ਚਲਾ ਗਿਆ ਤਾਂ ਕਿ ਕਈ ਵਾਰੀ ਉਹ ਦੇਖੇ ਕਿ ਉਹਦੇ ਪ੍ਰਤੀ ਪ੍ਰਤੀਕਿਰਿਆ ਕੀ ਕਰਦੇ ਆ सच आमीन ਕੀ ਭਲਾ ਵਿਸ਼ਵਾਸ ਉਹਦੇ ਵਿਰੁੱਧ ਤੇ ਨਹੀਂ ਬੋਲਦੇ ओ प्रभु तेरा धन्यवाद अब्राहम ने क्या पर जिस दिन यीशु मसीह वापस आया यस मरियम मां थोड़ी कमजोर विश्वासना नहीं ਆਮੇਨ जिन्होंने रिश्तेदार आके दो काम से फुका मारी तो जो मर्जी करा गए गुआढ़ी आके कुछ दस गए फिर उन्हें क्या ही फिर उन्हें तो फिर क्या ही फिर सानू करना ही पिया भाई भी वो इदा दियां नहीं अब्राहम ने क्या जिस दिन यीशु मसीह दे घर दे सामने आया मार्था सारे आलोचकों दे विचों दी लंघ के चल गई उन्हें मेरे पास आमीन 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 उस दौरे लाके गल्लां करदे हुण भी आया ही नहीं उन्हें किसी दी गलबात ध्यान नहीं दिता वो यीशु मसीह नूं मिलण लई उत्थे गई आमीन हालेलुया हालेलुया प्रभु दा नाम महिमा मिले अब्राहम ने क्या उस भैन नूं हक सीगा कि यीशु मसीह दे उत्ते ओ गुस्सा कढदी ਉਹਨੂੰ ਬੋਲਦੀ ਕਿ ਤੈਨੂੰ ਪਤਾ ਤੇ ਹੈ ਕਿ ਮੇਰਾ ਭਰਾ ਬਿਮਾਰ ਹੈ ਤੈਨੂੰ ਸੁਣਾ ਦਿੱਤਾ ਹੀ ਫਿਰ ਵੀ ਤੂੰ ਕਿਉਂ ਨਹੀਂ ਆਇਆ ਨਬੀ ਨੇ ਕਿਹਾ ਉਹਦਾ ਹੱਕ ਸੀ ਕਿ ਉਹਨੂੰ ਬੋਲਦੀ ਪਰ ਉਹ ਨਹੀਂ ਬੋਲੀ ਉਹ ਜਾ ਕੇ ਕਦਮਾਂ 'ਚ ਡਿੱਗੀ ਔਰ ਮੈਂ ਕਿਹਾ ਪ੍ਰਭੂ ਜੇ ਤੂੰ ਇੱਥੇ ਹੁੰਦਾ ਮੇਰਾ ਭਰਾ
ਪ੍ਰਭੂ ਨੇ ਕਿਹਾ ਭਾਵੇਂ ਉਹਦਾ ਹੱਕ ਸੀਗਾ ਕਿ ਉਹਨਾਂ ਲੜਦੀ, ਉਹਨੂੰ ਲਾਮਾ ਦਿੰਦੀ, ਉਹਦੇ ਨਾਲ ਸਖਤ ਬੋਲਦੀ, ਪਰ ਉਹਨੇ ਨਹੀਂ ਕੀਤਾ ਕਿਉਂਕਿ ਉਹਨੇ ਕਿਹਾ ਭੇਡ ਸੀ ਤੇ ਭੇਡ ਆਪਣੇ ਹੱਕ ਛੱਡਦੀ ਹੈ। ਇਹਨੇ ਆਮੀਨ ਕਹਿ ਸਕਦੇ ਆ। ਇਸ ਸੰਦੇਸ਼ ਦੀ ਪੜ੍ਹ ਸਕਦੇ ਹੋ। ਉਹਨੇ ਕਿਹਾ ਭੇਡ ਆਪਣਾ ਹੱਕ ਛੱਡ ਦਿੰਦੀ ਹੈ। ਉਹਦਾ ਹੱਕ ਸੀ ਕਿ ਉਹ ਗੁੱਸਾ ਕੱਢੇ, ਪਰ ਉਹਨੇ ਨਹੀਂ ਕੱਢਿਆ। ਕਿਹਨੇ ਆਮੀਨ ਕਹਿ ਸਕਦੇ ਆ। ਹਾਲੇਲੂਇਆ, ਪ੍ਰਭੂ ਦਾ ਨਾਮ ਮਹਿਮਾ ਮਿਲੇ। ਕਈ ਵਾਰੀ ਅਸੀਂ ਹੱਕ ਪਾਉਣ ਦੇ ਵਾਸਤੇ ਪਾਪ ਕਰ ਦਿੰਦੇ ਆ, ਪਰਮੇਸ਼ਰ ਤੋਂ ਦੂਰ ਚਲੇ ਜਾਂਦੇ ਆ। ਬਬਰਾਨਮ ਨੇ ਕਿਹਾ ਕਿ ਕਈ ਵਾਰੀ ਮੈਂ ਅਮਰੀਕਨ ਔਰਤਾਂ ਨੂੰ ਇਹ ਬੋਲਿਆ ਕਿ ਜੀ ਤੇਰੇ ਕੱਪੜੇ ਕਿਉਂ ਪਾਉਂਦੀਆਂ ਹੋ। ਤੁਹਾਨੂੰ ਪਤਾ ਬਬਰਾਨਮ ਨੇ ਬਹੁਤ ਸਖਤ ਪ੍ਰਚਾਰ ਕੀਤੇ ਔਰਤਾਂ ਨੂੰ। ਉਹ ਜੇ ਤੁਸੀਂ ਵਚਨ ਦੇ ਜਾਣਕਾਰ ਹੋ ਤਾਂ ਤੁਹਾਨੂੰ ਪਤਾ ਹੋਏਗਾ ਕਿਉਂਕਿ ਉਹਦੇ ਅੰਦਰ ਏਲੀਆ ਦਾ ਆਤਮਾ ਹੀ। ਏਲੀਆ ਹਮੇਸ਼ਾ ਇਜ਼ਬਲ ਦੇ ਵਿਰੁੱਧ ਰਿਹਾ। ਔਰਤਾਂ ਨਾਲ ਨਫ਼ਰਤ ਕਰਨ ਵਾਲਾ ਭਾਈ ਬਰਾਨਮ ਦਾ ਇੱਕ ਟਾਈਟਲ ਸੀਗਾ। ਉਹ ਕਹਿੰਦੇ ਇਹ ਜਨਾਨੀਆਂ ਨਾਲ ਨਫ਼ਰਤ ਕਰਨ ਵਾਲਾ ਹੁੰਦਾ ਹੈ, ਪਰ ਏਦਾਂ ਨਹੀਂ। ਉਹਨੇ ਕਿਹਾ ਕਈ ਵਾਰੀ ਮੈਂ ਔਰਤਾਂ ਨਾਲ ਗੱਲ ਕੀਤੀ, ਉਹ ਕਹਿੰਦੀ ਸਾਡਾ ਹੱਕ ਆ, ਅਸੀਂ ਅਮਰੀਕਨ ਲੋਕ ਆ, ਸਾਡਾ ਹੱਕ ਆ। ਉਹਨਾਂ ਨੇ ਕਿਹਾ ਪਰ ਏਦਾਂ ਨਹੀਂ, ਪਰਮੇਸ਼ਰ ਦੇ ਲੋਕ ਹੱਕ ਛੱਡਦੇ ਆ। ਉਹਨੇ ਕਿਹਾ ਤੀ ਇਹ ਇੰਨਾ ਭੁੱਲ ਗਏ ਕਿ ਤੁਸੀਂ ਪਰਮੇਸ਼ਰ ਦੀਆਂ ਧੀਆਂ ਪੁੱਤਰ ਹੋ। ਕਦੇ ਨਾ ਭੁੱਲੋ ਕਿ ਤੁਸੀਂ ਕਿਹੜੀ ਸੰਤਾਨ ਕੀ। ਤੁਹਾਨੂੰ ਯਾਦ ਹੈ ਉਸ ਗੁਲਾਮ ਦੀ ਕਹਾਣੀ। ਨਪੂਰੀ ਨੇ ਦੱਸਿਆ ਜਿਹੜਾ ਭਾਵੇਂ ਗੁਲਾਮੀ ਜੀ, ਫਿਰ ਵੀ ਉਹਨੂੰ ਪਤਾ ਹੀ ਮੈਂ ਰਾਜੇ ਦੀ ਸੰਤਾਨ ਹਾਂ। ਹਾਲੇਲੂਇਆ, ਹਾਲੇਲੂਇਆ, ਪ੍ਰਭੂ ਦਾ ਨਾਮ ਮਹਿਮਾ ਮਿਲੇ। ਆਮੀਨ। ਇੱਕ ਭੈਣ ਨੇ ਜਿਹਨੂੰ ਭਾਈ ਬਰਾਨਮ ਨੇ ਮਨਾ ਕੀਤਾ ਇਦਾਂ ਦੇ ਕੱਪੜੇ ਨਾ ਪਾਇਆ ਕਰ। ਕਹਿੰਦੀ ਭਾਈ ਜੀ ਉਹ ਅੱਜ ਕੱਲ ਬਣਾਉਂਦੇ ਹੀ ਇਦਾਂ ਦੇ ਕੱਪੜੇ ਆ। ਅੱਜ ਕੱਲ ਇਦਾਂ ਦੇ ਹੀ ਬਣਾਉਂਦੇ ਆ। ਕਹਿੰਦੀ ਉਹਨਾਂ ਨੇ ਉਹ ਬਣਾਉਣੇ ਬੰਦ ਕਰ ਦਿੱਤੇ ਆ। ਨਵੀਂ ਨੇ ਕਿਹਾ ਪਰ ਉਹਨਾਂ ਨੇ ਕੱਪੜੇ ਸੀਨ ਵਾਲੀ ਮਸ਼ੀਨ ਬਣਾਉਣੀ ਬੰਦ ਨਹੀਂ ਕੀਤੀ। ਸਾਰੀਆਂ ਪੈਂਟਾਂ ਕੱਟ ਵਾਲੀ ਥੋੜੀ ਆਉਂਦੀਆਂ, ਸਬੂਤੀਆਂ ਵੀ ਆਉਂਦੀਆਂ ਵਾ। ਸਾਰੇ ਤੰਗ ਪਜਾਮੀਆਂ ਥੋੜੀ ਆਉਂਦੀਆਂ, ਖੁੱਲੇ ਵੀ ਆਉਂਦੇ ਆ। ਕਿਨੇ ਆਮੀਨ ਕਹਿ ਸਕਦੇ ਆ। ਇਹ ਜਗ੍ਹਾ ਬਲਗੀ ਤੇ ਗਏ ਭਾਈ ਰੋਸ਼ਨ ਉਹਨਾਂ ਉੱਤੇ ਪ੍ਰਚਾਰ ਕੀਤਾ, ਬੜਾ ਸੋਹਣਾ ਦੱਸਿਆ। ਕਹਿੰਦੇ ਕੋਈ ਟਾਈਮ ਹੁੰਦਾ ਸੀ ਜਦੋਂ ਕहीं ਕਿਤੇ ਜਾਣਾ, ਰਿਸ਼ਤੇਦਾਰ ਦੇ ਜਾਂ ਕਿਤੇ ਘਰ ਜਾਣਾ, ਤੇ ਸਾਰਿਆਂ ਦਾ ਇਹ ਹੁੰਦਾ ਕਿ ਕੋਈ ਵਾਲ ਖੜਾ ਤੇ ਨਹੀਂ, ਵਾਲ ਬਿਠਾਉਣਾ, ਸਿਰ ਵਾਉਣਾ, ਬਿਠਾ ਲੈਣਾ ਕਿ ਕੋਈ ਵਾਲ ਖੜਾ ਤੇ ਨਹੀਂ। ਤੇ ਅੱਜ ਕੱਲ ਏਦਾਂ ਆ ਕੋਈ ਧਿਆਨ ਰੱਖਦੇ ਆ ਕਿ ਕੋਈ ਵਾਲ ਬੈਠਾ ਤੇ ਨਹੀਂ। ਉਹਨੂੰ ਕਲਾਮ ਨੂੰ ਚੰਗੇ ਪੜਨਾ, ਕਿਉਂਕਿ ਉਹਨਾਂ ਨੇ ਇੱਕ ਮੁੰਡੇ ਨੂੰ ਬੰਦਗੀ ਚਾਹੁੰਦੇ ਦੇਖ ਲੈ ਜਿਹੜਾ ਏਦਾਂ ਕਰਦੇ ਆਉਂਦਾ ਹੈ। ਪੂਰਾ ਹੀ ਹੋ ਰਿਹਾ ਕਿ ਕਿਤੇ ਕੋਈ ਵਾਲ ਬੈਠਾ ਤੇ ਨਹੀਂ। ਇਹਦਾ ਪਹਿਲੇ ਇਹ ਸੋਚਦੇ ਕਿ ਕੋਈ ਵਾਲ ਖੜਾ ਤੇ ਨਹੀਂ ਰਹਿ ਗਿਆ, ਹੁਣ ਇਹ ਦੇਖਦੇ ਕਿ ਕੋਈ ਬੈਠਾ ਤੇ ਨਹੀਂ ਰਹਿ ਗਿਆ। ਇੰਨਾ ਵੀ ਖੜੇ ਕਰਦੇ ਹੁਣ ਲੱਗਦਾ ਕੱਲਾ ਕੱਲਾ ਚੁੱਕ ਕੇ ਖੜੇ ਕੀਤਾ ਨੇ। ਪਹਿਲੇ ਦੇਖਦੇ ਕਿ ਕੋਈ ਮਾੜੀ ਜਿਹੀ ਪੈਂਟ ਤੇ ਉਧੜੀ ਆ, ਹਨਾ, ਉਹਨੂੰ ਸੀਓ ਉਹ ਪਾਣੀ ਹੀ ਕਿ ਉਧੜੀ ਆ, ਪਹੁੰਚਿਆ ਤਾਂ ਭਾਵੇਂ ਉਧੜੀ ਹੋਏ ਤੇ ਨਹੀਂ ਪਾਣੀ। ਪਰ ਹੁਣ ਅੱਜ ਕੱਲ ਇਹ ਦੇਖਦੇ ਕਿ ਕੋਈ ਸਬੂਤੀ ਤੇ ਨਹੀਂ। ਇੱਥੋਂ ਤੱਕ ਮੁੰਡੇ ਆ ਜਿਹੜੇ ਖੁਦ ਕੱਟ ਮਾਰਦੇ ਪਿਆ ਸਬੂਤੀ ਆ ਗਈ। ਕਿਉਂਕਿ ਬਬਰਾਨਮ ਨੇ ਕਿਹਾ ਆਖਰੀ ਦਿਨਾਂ 'ਚ ਲੋਕਾਂ ਦੀ ਹਾਲਤ ਪਾਗਲਾਂ ਵਰਗੀ ਹੋ ਜਾਏਗੀ। ਹੋਰ ਲੋਕਾਂ ਨੇ ਦਿਖਾਇਆ ਕਿ ਸੱਚਮੁੱਚ ਨਬੀ ਦਾ ਕਿਹਾ ਹੋਇਆ ਵਚਨ ਪੂਰਾ ਹੋਇਆ। ਬਬਰਾਨਮ ਨੇ ਕਿਹਾ ਲੋਕ ਪਾਗਲਾਂ ਵਾਲੀ ਹਾਲਤ 'ਚ ਚਲੇ ਜਾਣਗੇ, ਦੁਨੀਆ ਮੈਂਟਲ ਹੋ ਜਾਏਗੀ। ਉਹਨੇ ਹੋਈ। ਇੱਕ ਬਾਪ ਜਿਹੜਾ ਆਪਣੀ ਕੁੜੀ ਨੂੰ ਜੀਨਾ ਪਵਾ ਦਿੰਦਾ, ਉਹ ਸੋਚਦਾ ਕਿ ਮੇਰੇ ਸਮਾਜ 'ਚ ਮੈਂ ਗਿਣਿਆ ਜਾਵਾਂਗਾ, ਮੇਰਾ ਸੋਸਾਇਟੀ 'ਚ ਬਰਾਬਰ ਰਵਾਂਗਾ ਮੈਂ। ਇੱਕ ਪਾਗਲਾਂ ਵਾਲੀ ਹਾਲਤ ਹੈ ਜਿਹੜਾ ਨਬੀ ਨੇ ਕਹੀ ਹੋ ਜਾਏਗੀ। ਮੈਂ ਟਿਕਟੋਕ ਤੇ ਦੇਖਿਆ ਸੀ ਕੱਲ, ਮੈਂ ਇੱਕ ਪਰਿਵਾਰ 'ਚ ਗੱਲ ਸੀਗੇ ਆਪਾਂ, ਮੁੰਡਾ ਕਹਿੰਦਾ ਭਾਈ ਜੀ ਸੱਚੀ ਗੱਲ, ਲੋਕਾਂ ਨੇ ਸੋਚਿਆ ਕਿ ਇਹ ਟੈਲੈਂਟ ਹੈ। ਮੈਂ ਕਿਹਾ ਦੁਸ਼ਟ ਆਤਮਾ ਨੇ ਉਹਨਾਂ ਦੇ ਦਿਮਾਗ 'ਚ ਪਾਇਆ ਕਿ ਆਪਣਾ ਟੈਲੈਂਟ ਦਿਖਾਓ ਤਾਂ ਕਿ ਉਹਨੂੰ ਭੁਲੇਖੇ 'ਚ ਰੱਖੇ, ਔਰ ਉਹਨਾਂ ਨੇ ਟੈਲੈਂਟ ਦੇ ਭੁਲੇਖੇ 'ਚ ਰੱਖ ਕੇ ਉਹਨੂੰ ਨੰਗਿਆ ਕਰ ਦਿੱਤਾ ਦੁਨੀਆ ਨੂੰ। ਮੈਂ ਇਸ ਹੱਦ ਤੱਕ ਲੈ ਆਤਾ ਜਿੱਥੇ ਪਰਮੇਸ਼ਰ ਨੂੰ ਅਨਿਆਂ ਕਰ ਦੋਗੇ। ਪਰ ਪ੍ਰਭੂ ਦਾ ਧੰਨਵਾਦ ਹੋਏ, ਪਰਮੇਸ਼ਰ ਨੇ ਇਹੋ ਜਿਹੀ ਗੰਦਗੀ ਦੇ ਵਿੱਚ ਵੀ ਆਪਣੀ ਪਵਿੱਤਰਤਾ ਨੂੰ ਕਾਇਮ ਰੱਖਿਆ। ਉਹ ਕਲੀਸਿਆ ਦੇ ਅੰਦਰ ਹੈ, ਉਹ ਦਾੜੀ ਦੇ ਅੰਦਰ ਹੈ। ਜਿੰਨੀਆਂ ਮਰਜ਼ੀ ਕਜ਼ਨ ਜਿਹੜੀਆਂ ਫੈਸ਼ਨ ਕਰ ਲੈਣ, ਲੇਕਿਨ ਉਹ ਭਾਂਡੇ ਮਾਂਜਣ ਵਾਲੀ ਮਸੀਹ ਦੀ ਸਾਦਗੀ ਹੋਵੇਗੀ। ਹਾਲੇਲੂਇਆ, ਆਮੀਨ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਉਹ ਹਾਲੇਲੂਇਆ, ਹਾਲੇਲੂਇਆ। ਬਰਾਨਮ ਨੇ ਕਿਹਾ ਉਹ ਮਾਰਥਾ ਛੋਟੀ ਦੌੜਦੀ ਹੋਈ ਬਾਹਰ ਆਈ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਸ ਕੋਲ ਇੱਕ ਵਜ੍ਹਾ ਸੀ ਕਿ ਉਹ ਉਹਦੇ ਵਿਰੁੱਧ ਕੁਝ ਕਹਿੰਦੀ। ਤੂੰ ਮੇਰੇ ਭਰਾ ਦੇ ਕੋਲ ਕਿਉਂ ਨਹੀਂ ਆਇਆ? ਵੇਖ ਅਸੀਂ ਤੇਰੇ ਲਈ ਕੀ ਕੁਝ ਕੀਤਾ ਤੇ ਤੂੰ ਸਾਨੂੰ ਨਿਰਾਸ਼ ਕਰ ਦਿੱਤਾ ਹੈ। ਅੱਛਾ, ਜੇਕਰ ਉਹਨੇ ਇਹ ਕਿਹਾ ਹੁੰਦਾ ਤਾਂ ਕਹਾਣੀ ਜਿਸ ਤਰ੍ਹਾਂ ਖਤਮ ਹੋਈ ਉਸ ਤਰ੍ਹਾਂ ਨਾ ਹੁੰਦੀ।
ਸੁਣਿਆ ਸਾਹਮਣੇ ਆਮੀਨ। ਉਹਨਾਂ ਨੇ ਕਿਹਾ ਜੇ ਜਾ ਕੇ ਉਦਾਂ ਬੋਲੀ ਹੁੰਦੀ ਤੇ ਕਹਾਣੀ ਉਦਾਂ ਨਹੀਂ ਖਤਮ ਹੋਣੀ ਜਿੱਦਾਂ ਹੋਈ। ਸੱਚ ਹੈ। ਤੁਸੀਂ ਸਾਰੇ ਜਾਣਦੇ ਹੋ ਕਹਾਣੀ ਕਿੱਦਾਂ ਖਤਮ ਹੋਈ ਹੈ। ਆਮੇਨ। ਹਾਲੇਲੂਇਆ। ਹਾਲੇਲੂਇਆ। ਨਹੀਂ ਸ਼੍ਰੀਮਾਨ, ਇਹੀ ਤਰੀਕਾ ਹੈ ਜਿਸ ਨਾਲ ਤੁਸੀਂ ਪਰਮੇਸ਼ਰ ਦੇ ਰੱਬੀ ਵਰਦਾਨ ਵੱਲ ਜਾਂਦੇ ਹੋ। ਜੇਕਰ ਪਰਮੇਸ਼ਰ ਇੱਕ ਦਾਨ ਭੇਜਦਾ ਹੈ ਤਾਂ ਤੁਹਾਨੂੰ ਇਸ ਨੂੰ ਠੀਕ ਰਵੱਈਏ ਨਾਲ ਲੈਣਾ ਚਾਹੀਦਾ ਹੈ। ਆਮੀਨ। ਜੇ ਸਾਡਾ ਰਵੱਈਆ ਠੀਕ ਹੈ ਤਾਂ ਪਰਮੇਸ਼ਰ ਸਾਡੇ ਲਈ ਜ਼ਰੂਰ ਕੋਈ ਕੰਮ ਕਰੇਗਾ। ਆਮੀਨ। ਜੇ ਸਾਡਾ ਰਵੱਈਆ ਠੀਕ ਨਹੀਂ ਤਾਂ ਉਹ ਕੰਮ ਨਹੀਂ ਕਰੇਗਾ। ਉਹਨੇ ਕਿਹਾ ਜੇਕਰ ਤੁਸੀਂ ਇਸ ਤੋਂ ਕੁਝ ਲੈਣ ਦੀ ਆਸ ਰੱਖਦੇ ਹੋ ਤਾਂ ਤੁਹਾਨੂੰ ਇਸ ਨੂੰ ਠੀਕ ਰਵੱਈਏ ਨਾਲ ਲੈਣਾ ਪਵੇਗਾ। ਅਤੇ ਮਾਰਥਾ ਇਹ ਜਾਣਦੀ ਸੀ, ਸ਼ਾਇਦ ਉਹਨੇ ਸ਼ੁਨਮੀ ਧੀ ਅਤੇ ਉਹਦੇ ਬੱਚੇ ਦੇ ਬਾਰੇ ਪੜ੍ਹਿਆ ਸੀਗਾ ਕਿ ਉਸ ਭੈਣ ਦਾ ਮੁੰਡਾ ਕਿੱਦਾਂ ਜਿੰਦਾ ਹੋਇਆ ਹੈ, ਕਿਉਂਕਿ ਉਹਨੇ ਅਲੀਸ਼ਾ ਦਾ ਆਦਰ ਕੀਤਾ ਹੈ। ਆਮੀਨ। ਸੱਚ ਹੈ। ਪਰ ਉਹਨੇ ਕਿਹਾ ਹੋ ਸਕਦਾ ਮਾਰੀਓ ਮਾਰਥਾ ਨੇ ਸ਼ੁਨਮੀ ਧੀ ਬਾਰੇ ਪੜ੍ਹਿਆ ਹੈ ਤਾਂ ਇਹਨੇ ਵੀ ਉਹਦਾ ਹੀ ਆਦਰ ਕੀਤਾ ਜਾਂ ਸ਼ੁਨਮੀ ਨੇ ਕੀਤਾ। ਉਹ ਪਰਮੇਸ਼ਰ ਨੇ ਕੀਤਾ, ਉਹਦੇ ਮੁੰਡੇ ਨੂੰ ਜਿੰਦਾ ਕੀਤਾ। ਪਰ ਨੇ ਕਿਹਾ ਜੇ ਮਸੀਹ ਏਲੀਆ ਚ ਇੰਨਾ ਸੀਗਾ, ਅਲੀਸ਼ਾ ਚ ਇੰਨਾ ਹੀ, ਤਾਂ ਫਿਰ ਯਿਸੂ ਮਸੀਹ ਚ ਕਿੰਨਾ ਵੱਧ ਗਿਆ। ਹਾਲੇਲੂਇਆ। ਬਜਾਏ ਗੁੱਸਾ ਕਰਨ ਦੇ ਉਹਦੇ ਚਰਨਾਂ 'ਚ ਡਿੱਗੀ ਅਤੇ ਕਿਹਾ ਪ੍ਰਭੂ। ਉਹਨੇ ਪ੍ਰਭੂ ਕਿਹਾ। ਠੀਕ ਹੈ ਪ੍ਰਭੂ। ਠੀਕ ਹੈ ਪ੍ਰਭੂ ਦਾ ਮਤਲਬ ਹੈ ਪ੍ਰਭੂਤਾ ਕਰਨ ਵਾਲਾ। ਅਬਰਾਹਮ ਨੇ ਕਿਹਾ ਇਹੀ ਉਹਦਾ ਸ਼ੀਰਸ਼ਕ ਸੀਗਾ, ਇਹੀ ਜੋ ਸੀ ਉਹ ਪ੍ਰਭੂ ਹੀ ਸੀ। ਉਹਨੇ ਬਿਲਕੁਲ ਠੀਕ ਉਹਨੂੰ ਕਿਹਾ ਪ੍ਰਭੂ ਜੇ ਤੂੰ ਇੱਥੇ ਹੁੰਦਾ ਮੇਰਾ ਭਰਾ ਨਾ ਮਰਦਾ। ਆਮੇਨ। ਹਾਲੇਲੂਇਆ। ਹਾਲੇਲੂਇਆ। ਫਿਰ ਉਸ ਲਾਈਨਾਂ ਨੂੰ ਪੜ੍ਹੀਏ। ਆਮੇਨ। ਖੁਸ਼ ਹੋ ਤੁਸੀਂ ਸਭ? ਆਮੀਨ। ਧੰਨਵਾਦ ਜੀ, ਉਹਨਾਂ ਦੀ 11 ਚੀਜ਼ ਚਾਹੀਦਾ ਸੀਗਾ ਉੱਥੇ ਲਿਖਿਆ ਤੋਂ ਉਹਦੇ ਨਾਲ ਮਹਿਮਾ ਮਿਲੇ। ਯੋਨਾ ਦੀ ਇੰਜੀਲ 11 ਅਧਿਆਏ ਕੀ ਹੈ। ਤਦ ਮਾਰਥਾ ਨੇ ਯਿਸੂ ਨੂੰ ਆਖਿਆ ਪ੍ਰਭੂ ਜੀ ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ। ਅਤੇ ਮੈਂ ਹੁਣ ਵੀ ਜਾਣਦੀ ਹਾਂ ਭਈ ਜੋ ਕੋਈ ਤੂੰ ਪਰਮੇਸ਼ਰ ਤੋਂ ਮੰਗੇ ਸੋ ਪਰਮੇਸ਼ਰ ਤੈਨੂੰ ਦੇਵੇ। ਯਿਸੂ ਨੇ ਉਸ ਨੂੰ ਆਖਿਆ ਤੇਰਾ ਭਰਾ ਅੱਜ ਹੀ ਉੱਠੇਗਾ। ਮਾਰਥਾ ਨੇ ਉਸ ਨੂੰ ਆਖਿਆ ਮੈਂ ਜਾਣਦੀ ਹਾਂ ਜੋ ਕਿਆਮਤ ਨੂੰ ਅੰਤਰ ਦਿਨ ਨੂੰ ਜੀ ਉੱਠੇਗਾ। ਯਿਸੂ ਨੇ ਉਸ ਨੂੰ ਕਿਹਾ ਕਿਆਮਤ ਅਤੇ ਜੀਵਨ ਮੈਂ ਹਾਂ। ਜੋ ਮੇਰੇ ਉੱਤੇ ਨਿਸ਼ਚਾ ਕਰਦਾ ਭਾਵੇਂ ਉਹ ਮਰ ਜਾਏ ਤਾਂ ਵੀ ਜੀਵੇਗਾ। ਅਤੇ ਹਰ ਕੋਈ ਜਿਹੜਾ ਜਿਉਂਦਾ ਹੈ ਤੇ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਸਦੀਪਕ ਕਾਲ ਤੱਕ ਕਦੇ ਨਹੀਂ ਮਰੇਗਾ। ਕੀ ਤੂੰ ਇਸ ਗੱਲ ਦਾ ਵਿਸ਼ਵਾਸ ਕਰਦੀ ਹੈ? ਉਹਨੇ ਉਸ ਨੂੰ ਆਖਿਆ ਹਾਂ ਪ੍ਰਭੂ ਮੈਂ ਵਿਸ਼ਵਾਸ ਕਰਦੀ ਹਾਂ ਜੋ ਤੂੰ ਹੀ ਮਸੀਹ ਹੈ ਪਰਮੇਸ਼ਰ ਦਾ ਪੁੱਤਰ ਜਿਹੜਾ ਜਗਤ ਵਿੱਚ ਆਉਣ ਵਾਲਾ ਸੀ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਉਹ ਫਿਰ ਇਹੀ ਭੈਣ ਯਿਸੂ ਮਸੀਹ ਨੇ ਕਿਹਾ ਦੱਸ ਉਹਨੂੰ ਕਿੱਥੇ ਰੱਖਿਆ? ਪਤਾ ਉਹਨੂੰ ਉਡੀਕਣਾ, ਉਹਦੇ ਪ੍ਰਤੀ ਰਵੱਈਆ ਸਹੀ ਰੱਖਣਾ ਸਾਨੂੰ ਕਦੇ ਸ਼ਰਮਿੰਦਾ ਨਹੀਂ ਕਰਦਾ। ਪ੍ਰਭੂ ਯਿਸੂ ਮਸੀਹ ਨੇ ਕਿਹਾ ਦੱਸ ਉਹਨੂੰ ਕਿੱਥੇ ਰੱਖਿਆ? ਉੱਥੇ ਕਬਰ ਤੇ ਲੈ ਕੇ ਗਏ, ਤੁਸੀਂ ਸਭ ਜਾਣਦੇ ਹੋ। ਆਲੇ ਦੁਆਲੇ ਲੋਕ ਖੜੇ ਸੀ। ਯਿਸੂ ਮਸੀਹ ਨੇ ਕਿਹਾ ਪੱਥਰ ਨੂੰ ਪਿੱਛੇ ਹਟਾਓ। ਉਹਨਾਂ ਨੇ ਕਿਹਾ ਹੁਣ ਤੇ ਸੜਿਆ ਹੁੰਦਾ ਨਹੀਂ ਹੋਣੀ। ਉਹਨੇ ਕਿਹਾ ਪੱਥਰ ਨੂੰ ਪਿੱਛੇ ਹਟਾਓ। ਪ੍ਰਭੂ ਜਿਹੜਾ ਜ਼ਿੰਦਾ ਕਰ ਸਕਦਾ ਵੀ ਪੱਥਰ ਵੀ ਹਟਾ ਸਕਦਾ ਹੈ, ਲੇਕਿਨ ਸਾਰੇ ਕੰਮ ਨਹੀਂ ਉਹ ਕਰਦਾ ਹੁੰਦਾ। ਕੁਛ ਕਰਨ ਲਈ ਵੀ ਦਿੰਦਾ ਹੈ। ਉਹਨੇ ਪੱਥਰ ਹਟਾਇਆ। ਯਿਸੂ ਮਸੀਹ ਨੋਰਮਲ ਇੱਕ ਬੰਦਾ ਸਾਡੇ ਮੂੰਹ ਲਹੂ ਮਾਸ ਵਾਲਾ ਕਬਰ ਦੇ ਬਾਹਰ ਖੜਾ ਹੋ ਕੇ ਕਹਿੰਦਾ ਏ ਲਾਜ਼ਰ ਕਬਰ ਚੋਂ ਬਾਹਰ ਆ ਜਾ। ਦੂਜੀ ਆਵਾਜ਼ ਮਾਰਨ ਦੀ ਲੋੜ ਨਹੀਂ ਪਈ। ਦੁਬਾਰਾ ਇਹ ਉੱਚੀ ਬੋਲਣਾ, ਅੱਗੇ ਜਾ ਕੇ ਬੋਲਣਾ ਨਹੀਂ। ਉਹੀ ਪਹਿਲੀ ਆਵਾਜ਼ ਹੇ ਲਾਜ਼ਰ ਕਬਰ ਚੋਂ ਬਾਹਰ ਆ ਜਾ। ਔਰ 4 ਦਿਨਾਂ ਦਾ ਮੁਰਦਾ ਪਿਆ ਹੋਇਆ ਕਫਨ ਚ ਲਪੇਟਿਆ ਹੋਇਆ। ਬਾਈਬਲ ਗਵਾਹ ਆ, ਲੋਕ ਗਵਾਹ ਆ। ਉਹਨਾਂ ਦੇ ਸਾਹਮਣੇ ਦੇਖਦੇ ਆ ਉਹ ਜਿਹੜਾ ਕਬਰ ਚ ਪਿਆ ਸੀ ਕਫਨ ਦੇ ਸੜੇ ਲਪੇਟਿਆ ਹੋਇਆ ਤੋੜਦਾ ਹੋਇਆ ਕਬਰ ਚ ਬਾਹਰ ਆ ਗਿਆ। ਕਿਨੇ ਇਸ ਮਹਾਨ ਪਰਮੇਸ਼ਰ ਦੀ ਧੰਨਵਾਦ ਕਰ ਸਕਦੇ ਹਾਂ। ਕੀ ਤੂੰ ਇਸ ਗੱਲ ਦਾ ਵਿਸ਼ਵਾਸ ਕਰਦੇ ਹੋ? ਕੱਲ ਦਾ ਯੁੱਗ ਵੀ ਕੋਈ ਲਿਆ ਹੈ। ਹਾਲੇਲੂਇਆ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਆਮੀਨ। ਉਹ ਇੱਕ ਭੈਣ ਕਹਿੰਦੀ ਮੈਂ ਨਹੀਂ ਵਿਸ਼ਵਾਸ ਕਰਦੀ ਕਿ ਯਿਸੂ ਮਸੀਹ ਪਰਮੇਸ਼ਰ ਹੈ। ਉਹ ਤੇ ਆਮ ਨਬੀ ਸੀਗਾ ਕਿਉਂਕਿ ਉਹ ਲਾਜ਼ਰ ਦੀ ਕਬਰ ਦੇ ਬਾਹਰ ਜਾ ਕੇ ਰੋਇਆ। ਕਹਿੰਦੀ ਮੈਂ ਸਾਬਤ ਕਰ ਦਾਂਗੀ ਕਿ ਉਹ ਪਰਮੇਸ਼ਰ ਨਹੀਂ ਸੀਗਾ, ਉਹ ਆਮ ਬੰਦਾ ਹੀ।
ਆਮ ਨਬੀਆਂ ਵਾਂਗੂ ਸੀਗਾ। ਅਬਰਾਹਮ ਨੇ ਕਿਹਾ ਕਿੱਦਾਂ ਸਾਬਤ ਕਰੇਗੀ? ਉਹਨੇ ਕਿਹਾ ਦੇਖੋ ਜਦੋਂ ਲਾਜ਼ਰ ਦੀ ਕਬਰ ਤੇ ਗਿਆ ਤੇ ਉਹ ਰੋਇਆ, ਇਹਦਾ ਮਤਲਬ ਉਹ ਨਾਸ਼ਵਾਨ ਹੀ, ਇਹਦਾ ਮਤਲਬ ਬੰਦਾ ਹੀ, ਕਿਉਂਕਿ ਉਹ ਰੋਇਆ, ਉਹਨੂੰ ਦੁੱਖ ਹੋਇਆ। ਹਾਲੇਲੂਇਆ ਹਾਲੇਲੂਇਆ ਆਮੀਨ। ਆਮੀਨ ਅਬਰਾਹਮ ਨੇ ਕਿਹਾ ਤੇਰੀ ਗੱਲ ਬੜੀ ਕੱਚੀ ਹੈ, ਕੁਕੜੀ ਦੇ ਸੂਪ ਨਾਲੋਂ ਵੀ ਕੱਚੀ ਹੈ, ਕੱਚੇ ਧਾਗੇ ਨਾਲੋਂ ਵੀ ਕੱਚੀ ਹੈ। ਇਹ ਤਾਂ ਉਹਦਾ ਜਿਹਨੂੰ ਕਹਿੰਦੇ ਆ ਪਾਣੀ ਜਿਹੜਾ ਬੁਲਬੁਲਾ ਨਿਕਲਦਾ ਤੇ ਉਹਦੇ ਨਾਲੋਂ ਵੀ ਕੱਚੀ ਹੈ। ਆਮੀਨ। ਅੱਛਾ ਕਹਿੰਦਾ ਤੂੰ ਇਹ ਦੇਖਦੀ ਹੈ ਕਿ ਉਹ ਰੋਇਆ, ਹਾਂ ਉਹ ਰੋਇਆ ਆਮੀਨ ਕਿਉਂਕਿ ਉਹਨੇ ਕਿਹਾ ਉਹ ਸਿੱਧ ਮਨੁੱਖ ਸੀਗਾ। ਆਮੀਨ ਉਹ ਸਿੱਧ ਮਨੁੱਖ ਸੀ, ਆਮੀਨ ਸਿੱਧ ਪਰਮੇਸ਼ਵਰ ਸੀ। ਉਹ ਬੰਦਾ ਵੀ, ਉਹ ਪਰਮੇਸ਼ਰ ਵੀ, ਉਹ ਨਬੀ ਵੀ ਸੀ ਤੇ ਨਬੀਆਂ ਦਾ ਪਰਮੇਸ਼ਰ ਵੀ ਸੀ। ਸਰੀਰ ਚੋਂ ਮਨੁੱਖ ਸੀਗਾ ਪਰ ਆਤਮਾ ਦੇ ਵਿੱਚ ਉਹ ਪਰਮੇਸ਼ਰ ਸੀ। ਮਨੁੱਖ ਹੋਣ ਦੇ ਨਾਤੇ ਉਹ ਰੋਇਆ ਕਿਉਂਕਿ ਉਹ ਸਾਡਾ ਦਰਦੀ ਹੈ, ਕਿਉਂਕਿ ਉਹ ਸਾਡਾ ਸਾਥੀ ਭਰਾ ਹੈ, ਕਿਉਂਕਿ ਉਹ ਸਾਡਾ ਰਿਸ਼ਤੇਦਾਰ ਹੈ। ਜਿੱਥੇ ਸਾਨੂੰ ਉਹਦੀ ਮਨੁੱਖ ਵਾਂਗੂ ਲੋੜ ਹੈ ਮਨੁੱਖ ਬਣਿਆ, ਜਿੱਥੇ ਸਾਨੂੰ ਉਹਦੀ ਪਰਮੇਸ਼ਰ ਵਾਂਗ ਲੋੜ ਹੈ ਪਰਮੇਸ਼ਰ ਬਣਿਆ। ਹਾਲੇਲੂਇਆ। ਉਹਨੇ ਕਿਹਾ ਮਨੁੱਖ ਹੋਣ ਦੇ ਨਾਤੇ ਉੱਥੇ ਰੋਇਆ ਪਰ ਪਰਮੇਸ਼ਰ ਹੋਣ ਦੇ ਨਾਤੇ ਉਹਨੇ ਕਿਹਾ ਹੇ ਲਾਜ਼ਰ ਤੂੰ ਬੱਚੋਂ ਬਾਹਰ ਆ ਜਾ। ਉਹਨੇ ਇਹ ਕਿਹਾ ਜੋ ਪਰਮੇਸ਼ਰ ਸੀ ਔਰ ਉਸ ਭੈਣ ਨੇ ਸ਼ਰਮਿੰਦਾ ਕਰ ਦਿੱਤਾ ਵਚਨ ਦੇ ਨਾਲ। ਹਾਲੇਲੂਇਆ। ਉਹਨੇ ਕਿਹਾ ਜਿਸ ਦਿਨ ਉਹ ਸਮੁੰਦਰ 'ਚ ਸੀਗਾ, ਜਿਸ ਦਿਨ ਉਹ ਝੀਲ 'ਚ ਸਫ਼ਰ ਕਰ ਰਿਹਾ, ਮਨੁੱਖ ਹੋਣ ਦੇ ਨਾਤੇ ਉਹ ਥੱਕ ਗਿਆ। ਮਨੁੱਖ ਹੋਣ ਦੇ ਨਾਤੇ ਉਹਨੇ ਸੇਵਾ ਕੀਤੀ, ਦੌੜ ਭੱਜ ਨਾਲ ਥੱਕ ਗਿਆ। ਉਹਨੇ ਕਿਹਾ ਉਸ ਰਾਤ ਹਜ਼ਾਰਾਂ ਦੁਸ਼ਟ ਆਤਮੇ ਪਾਣੀ 'ਚ ਗਏ। ਉਹਨਾਂ ਨੇ ਕਿਹਾ ਅੱਜ ਮੌਕਾ ਇਹਨੂੰ ਡੋਬ ਦੇਣਾ ਕਿਉਂਕਿ ਅੱਜ ਇਹ ਬਹੁਤ ਥੱਕਿਆ ਹੈ। ਉਹਨਾਂ ਨੇ ਇਸ਼ਾਰਾ ਲਿਆਂਦੀਆਂ ਪਾਣੀ ਦੀਆਂ, ਪਾਣੀ ਦੇ ਹੁਲਾਰੇ ਮਾਰੇ ਤੇ ਮਨੁੱਖ ਹੋਣ ਦੇ ਨਾਤੇ ਬੰਦਾ ਸੁੱਤਾ ਸੀ ਪਰ ਪਰਮੇਸ਼ਰ ਹੋਣ ਦੇ ਨਾਤੇ ਉਹਨੇ ਕਿਹਾ ਕੋਈ ਪੈਰ ਉਹਨੇ ਆਪਣਾ ਕਿਸੀ ਦੇ ਕੱਟੇ ਤੇ ਰੱਖਿਆ ਔਰ ਉਹਨੇ ਕੋਈ ਪਿਆਰ ਤੂੰ ਆਈ ਬੋਲਿਆ ਹੈ ਤੂਫਾਨ ਸਮਝ ਉਹਨੇ ਪਰਮੇਸ਼ਰ ਦੀ ਜਿਹੜੀ ਤੂਫਾਨ ਦਾ ਮਨੁੱਖ ਹੋਣ ਦੇ ਨਾਤੇ ਉਹ ਸੋ ਗਿਆ। ਪਰਮੇਸ਼ਰ ਹੋਣ ਦੇ ਨਾਤੇ ਉਹਨੇ ਤੂਫਾਨ ਨੂੰ ਥੰਮ ਦਿੱਤਾ। ਉਹ ਪਰਮੇਸ਼ਰ ਵੀ ਸੀ, ਉਹ ਮਨੁੱਖ ਵੀ ਸੀ, ਉਹ ਮਨੁੱਖ ਵੀ ਸੀ, ਉਹ ਪਰਮੇਸ਼ਰ ਵੀ ਸੀ। ਉਹ ਰੋਂਦਾ ਵੀ, ਉਹ ਜਗਾਉਂਦਾ ਵੀ, ਉਹ ਸੌਂਦਾ ਵੀ, ਉਹ ਭਜਾਉਂਦਾ ਵੀ। ਉਹ ਮਨੁੱਖ ਹੋਣ ਦੇ ਨਾਤੇ ਉਹਨੇ ਸਰੀਰ ਤੇ ਕਿਹਾ ਮੈਨੂੰ ਪਾਣੀ ਦਿਓ, ਮੈਂ ਪਿਆਸਾ ਹੈ ਮੈਨੂੰ ਪਾਣੀ ਪਿਲਾਓ। ਮਨੁੱਖ ਹੋਣ ਦੇ ਨਾਤੇ ਉਹਨੇ ਆਪਣੀ ਜਾਨ ਦਿੱਤੀ ਪਰ ਪਰਮੇਸ਼ਰ ਹੋਣ ਦੇ ਨਾਤੇ ਤੀਜੇ ਦਿਨ ਉਹ ਮੁਰਦਿਆਂ ਜਿਉਂਦਿਆਂ ਤੋਂ ਮੈਨੂੰ ਪਿਆਰ ਕੀਤਾ, ਮਰ ਕੇ ਤਾਂ ਮੈਨੂੰ ਬਚਾ ਲਿਆ, ਹੋ ਕੇ ਦਫਨ ਮੇਰੇ ਪਾਪ ਦੂਰ ਕੀਤੇ, ਜਿੰਦਾ ਹੋ ਕੇ ਧਰਮੀ ਬਣਾ ਲਿਆ। ਉਹ ਫੇਰ ਤੋਂ ਆ ਰਿਹਾ ਮੈਨੂੰ ਲੈਣ ਦੇ ਲਈ। ਮੇਰੀ ਇਸ ਗੱਲ ਦਾ ਵਿਸ਼ਵਾਸ ਕਰਦੀ ਹੈ, ਇਸ ਗੱਲ ਦਾ ਵਿਸ਼ਵਾਸ ਕਰਦੀ ਹੈ। ਕੋਈ ਪਰਮੇਸ਼ਰ ਫੇਰ ਤੋਂ ਇਸ ਯੁੱਗ 'ਚ ਇਹ ਸੰਦੇਸ਼ ਬਣ ਕੇ, ਇਹ ਸਮੇਂ ਦਾ ਵਚਨ ਬਣ ਕੇ, ਪਵਿੱਤਰ ਆਤਮਾ ਬਣ ਕੇ ਫਿਰ ਇਸ ਯੁੱਗ 'ਚ ਉਤਰਿਆ ਆਪਣੇ ਕੰਮਾਂ ਨੂੰ ਜਾਰੀ ਰੱਖਣ ਦੇ ਲਈ। ਉਹ ਇੱਥੇ ਪੁਲਪਟ ਤੇ ਇੱਕ ਬੰਦਾ ਖੜਾ ਕਰਦਾ ਹੈ, ਉਹਨੂੰ ਉਤੋਂ ਚਿਲਾਉਂਦਾ ਹੈ, ਉਤੋਂ ਬੁਲਾਉਂਦਾ ਹੈ ਕਿ ਤੂੰ ਬੋਲ ਤਾਂ ਕਿ ਉਹਦੇ ਲੋਕ ਉਹਦੇ ਲਈ ਤਿਆਰ ਹੋ ਸਕੇ। ਕਿ ਇਸ ਗੱਲ ਦਾ ਵਿਸ਼ਵਾਸ ਕਰਦੀ ਹੈ, ਕਿਨੇ ਇਸ ਗੱਲ ਦਾ ਵਿਸ਼ਵਾਸ ਕਰਦੇ ਆ ਕਿ ਉਹ ਕੱਲ ਅੱਜ ਕੋਈ ਯੁੱਗ ਇੱਕੋ ਜਿਹਾ ਹੈ। ਕਿਨੇ ਵਿਸ਼ਵਾਸ ਕਰਦੇ ਆ ਆਪਣੇ ਪੈਰਾਂ ਤੇ ਖੜੇ ਹੋ ਜਿਹੜੇ ਵਿਸ਼ਵਾਸ ਕਰਦੇ ਆ। ਹਾਲੇਲੂਇਆ ਆਮੇਨ ਧੰਨਵਾਦ ਪਿਤਾ। ਕਿਨੇ ਵਿਸ਼ਵਾਸ ਕਰਦੇ ਆ ਕਿ ਉਹ ਪ੍ਰਭੂ ਅੱਜ ਵੀ ਮੌਜੂਦ ਹੈ। ਕਿਨੇ ਵਿਸ਼ਵਾਸ ਕਰਦੇ ਉਹੀ ਕੰਮਾਂ ਨੂੰ ਕਰਨ ਵਾਲਾ ਫਿਰ ਇੱਥੇ ਹੀ ਹੈ। ਆਮੇਨ। ਹਾਲੇਲੂਇਆ ਹਾਲੇਲੂਇਆ। ਆਮੀਨ। ਆਮੇਨ। ਉਹ ਪ੍ਰਭੂ ਦੇ ਨਾਲ ਮਹਿਮਾ ਮਿਲੇ। ਕਿਨੇ ਜਣੇ ਉਹੀ ਮਸਾ ਪਾਉਣਾ ਚਾਹੁੰਦੇ ਆ, ਜੀਵਨ ਪਾਉਣਾ ਚਾਹੁੰਦੇ ਆ। ਉਹ ਕਰੋ ਆਪਣੇ ਸਿਰਾਂ 'ਚ ਝੁਕਾ ਸਕਦੇ ਹੋ। ਪ੍ਰਭੂ ਦੇ ਨਾਲ ਮਹਿਮਾ ਦਿਓ, ਧੰਨਵਾਦ ਦਿਓ, ਉਹਦੀ ਪ੍ਰਸ਼ੰਸਾ ਕਰੋ, ਉਹਦੀ ਸਤੁਤੀ ਕਰੋ। ਹਾਲੇਲੂਇਆ। ਉਹ ਜਿਹੜਾ ਯੁੱਗ ਯੁੱਗ ਜਿਉਂਦਾ ਹੈ, ਉਹ ਮਨੁੱਖ ਵੀ ਸੀ, ਉਹ ਪਰਮੇਸ਼ਰ, ਉਹ ਜੋ ਸਾਡੇ ਲਈ ਸਭ ਕੁਝ ਬਣਿਆ। ਹਾਲੇਲੂਇਆ। ਉਹਦੇ ਨਾਲ ਮਹਿਮਾ, ਉਹਦੇ ਨਾਮ ਨੂੰ ਜਲਾਲ ਮਿਲੇ। ਪ੍ਰਭੂ ਦਾ ਧੰਨਵਾਦ, ਪ੍ਰਭੂ ਦੇ ਨਾਲ ਮਹਿਮਾ। ਜਿਉਂਦਿਆਂ ਤੂੰ ਮੈਨੂੰ ਪਿਆਰ ਕੀਤਾ, ਮਰ ਕੇ ਤੂੰ ਮੈਨੂੰ ਬਚਾ ਲਿਆ। ਕਿੰਨੇ ਖੁਸ਼ ਹੈ ਕਿ ਸਾਨੂੰ ਐਸਾ ਪਰਮੇਸ਼ਰ ਮਿਲਿਆ।
जिंदा परमेश्वर है। आमेन। वो कोई आम बंदा नहीं है, आमेन। वो कोई आम गुरु नहीं है, आमेन। वो कोई बाबा नहीं है, आमेन। वो स्वर्ग का परमेश्वर है। आमेन। हालेलुया, हालेलुया। ਜਿਉਂਦਿਆਂ ਤੂੰ ਮੈਨੂੰ ਪਿਆਰ ਕੀਤਾ ਮਰ ਕੇ ਤੂੰ ਮੈਨੂੰ ਬਚਾ ਲਿਆ ਤੂੰ ਮੈਨੂੰ ਪਿਆਰ ਕੀਤਾ ਮਰ ਕੇ ਤੂੰ ਮੈਨੂੰ ਬਚਾ ਲਿਆ जिन्ना पे तू खून बहाया तू मैनू प्यार कीता मर के तू मैनू बचा लिया मर के तू मैनू बचा लिया मर के तू बैठक के सब सिर झुकाओगे पहली बात।